ਸਾਂਝੇ ਟੀਵੀ ਦੇਖ ਰਿਹਾ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਸਾਡੇ ਪ੍ਰੋਗਰਾਮ ਖਬਰਸਾਰ ਬਿਹਾਈਂਡ ਦਾ ਨਿਊਜ਼ ਵਿੱਚ। ਮੇਰਾ ਤੁਹਾਡੇ ਨਾਲ ਸਾਥ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹੁੰਦਾ, ਸਵੇਰ ਦੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਹੁੰਦਾ ਤੇ ਤੁਹਾਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ ਦੇ ਵਿੱਚ ਤੁਸੀਂ ਫੋਨ ਦੇ ਰਾਹੀਂ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਤੁਹਾਡੇ ਕੋਈ ਵਿਚਾਰ ਨੇ, ਤੁਹਾਡੇ ਕੋਲ ਕੋਈ ਖਬਰ ਹੈ, ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਸੋ ਜਿਵੇਂ ਤੁਹਾਨੂੰ ਪਤਾ ਕਿ ਸੋਮਵਾਰ ਤੇ ਵੀਰਵਾਰ ਮੇਰੇ ਨਾਲ ਗੁਰਬਾਜ ਸਿੰਘ ਬਰਾੜ ਆਉਂਦੇ ਨੇ। ਸੋ ਅੱਜ ਫਿਰ ਸਾਡੇ ਸਟੂਡੀਓ 'ਚ ਹਾਜ਼ਰ ਨੇ। ਅੱਜ ਫਿਰ ਖਬਰਾਂ ਤੇ ਗੱਲਬਾਤ ਹੋਵੇਗੀ ਤੇ ਅੱਜ ਵੀ ਇੱਕ ਬਹੁਤ ਵਧੀਆ ਕਿਤਾਬ ਹੱਥ 'ਚ ਲੈ ਕੇ ਬੈਠੇ ਨੇ, ਇਹਦਾ ਰਾਜ ਵੀ ਜਾਣਾਂਗੇ। ਸੋ ਪਹਿਲਾਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ। ਹਾਂਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਕਿਵੇਂ ਰਿਹਾ ਜੀ ਤੁਹਾਡਾ ਵੀਕਐਂਡ? ਉਮੀਦ ਕਰਦੀ ਹਾਂ ਵਧੀਆ ਰਿਹਾ ਹੋਵੇਗਾ। ਵੀਕਐਂਡ ਹਮੇਸ਼ਾ ਬਿਜ਼ੀ ਰਹਿੰਦਾ ਜੀ। ਵੀਕਐਂਡ ਤੇ ਬਹੁਤ ਸਾਰੀਆਂ ਸਰਗਰਮੀਆਂ ਹੁੰਦੀਆਂ ਨੇ। ਬੇਸ਼ੱਕ ਹੁਣ ਵੱਡੇ ਸਮਾਗਮ ਨਹੀਂ ਹੁੰਦੇ, ਇਕੱਠ ਨਹੀਂ ਹੁੰਦੇ, ਪਰ ਫਿਰ ਵੀ ਆਨਲਾਈਨ ਜਾਂ ਘਰਾਂ ਦੇ ਵਿੱਚ ਕਿਤੇ ਹੋਰ ਇਸ ਤਰ੍ਹਾਂ ਦੇ ਇਕੱਠ ਹੋਣ ਲੱਗ ਪਏ ਨੇ, ਪਾਰਟੀਆਂ ਵਗੈਰਾ ਹੁੰਦੀਆਂ ਨੇ ਤੇ ਆਉਣ ਜਾਣ ਬਣਿਆ ਰਹਿੰਦਾ। ਨਹੀਂ ਤਾਂ ਬੱਚੇ ਕਹਿੰਦੇ ਨੇ ਕਿ ਪਾਪਾ ਬਾਹਰ ਘੁੰਮਣ ਜਾਣਾ ਆਪਾਂ ਕਿਤੇ ਪਾਸੇ, ਔਰ ਮੌਸਮ ਵਧੀਆ ਰਿਹਾ, ਬਾਹਰ ਘੁੰਮਣ ਫਿਰਨ ਲਈ ਬੜਾ ਵਧੀਆ ਪਿਛਲਾ ਵੀਕਐਂਡ ਲੰਘਿਆ। ਤੇ ਅੰਦਰ ਜਾਣ ਤੋਂ ਅਜੇ ਝਿਜਕਦੇ ਨੇ ਕਿਉਂਕਿ ਜਿਹੜੇ ਵੱਡੇ ਮਾਲਸ ਨੇ ਉਹਨਾਂ ਦੇ ਵਿੱਚ ਜਾਣ ਤੋਂ ਡਰਦੇ ਆ। ਹਾਂ, ਇਨਡੋਰ ਦੇ ਵਿੱਚ ਇਸ ਤਰ੍ਹਾਂ ਸਾਡੇ ਸਿਹਤ ਅਧਿਕਾਰੀ ਵੀ ਕਹਿ ਰਹੇ ਨੇ ਕਿ ਤੁਸੀਂ ਉੱਥੇ ਜੇ ਜਾਣਾ ਤਾਂ ਫਿਰ ਮਾਸਕ ਪਹਿਨ ਕੇ ਜਾਓ। ਤੇ ਪਿਛਲੇ ਦਿਨੀ ਆਪਾਂ ਸਾਂਝਾ ਕੀਤਾ ਸੀ ਸਾਂਝਾ ਟੀਵੀ ਦੇ ਜ਼ਰੀਏ, ਟਰਾਂਸਲਿੰਕ ਨੇ 24 ਤਰੀਕ ਤੋਂ ਉਹਨਾਂ ਮੁਸਾਫਰਾਂ ਨੂੰ ਹੀ ਬੱਸਾਂ ਤੇ ਚੜ੍ਹਨ ਦੇਣਾ ਜਿਨ੍ਹਾਂ ਨੇ ਮਾਸਕ ਪਾਏ ਹੋਣਗੇ। ਸ਼ੁਰੂ ਦੇ ਵਿੱਚ ਬੇਸ਼ੱਕ ਉਹ ਰਿਆਇਤ ਕਰ ਦੇਣ ਕਿ ਛੋਟ ਦੇ ਦੇਣ ਲੋਕਾਂ ਨੂੰ, ਉਹ ਦੱਸ ਦੇਣ, ਖਬਰਦਾਰ ਕਰ ਦੇਣ, ਪਰ ਜਿਹੜੀ ਟ੍ਰਾਂਜ਼ਿਟ ਪੁਲਿਸ ਹੈ ਉਹ ਬੜੀ ਮੁਸਤੈਦ ਰਹੇਗੀ ਅਗਲੇ 2 ਹਫ਼ਤਿਆਂ ਬਾਅਦ ਕਿ ਜਿਹੜੇ ਨਾਲ ਬੈਠਦੇ ਨੇ ਮੁਸਾਫਰ, ਉਹਨਾਂ ਚੋਂ ਕਿਸੇ ਇੱਕ ਦੂਜੇ ਨੂੰ ਇਹਦੀ ਲਾਗ ਨਾ ਲੱਗੇ। ਇਵੇਂ ਵਾਲਮਾਰਟ ਅਗਲੇ ਹਫ਼ਤੇ ਤੋਂ ਮਾਸਕ ਜ਼ਰੂਰੀ ਕਰ ਰਿਹਾ ਜੀ। ਤੇ ਬਹੁਤ ਸਾਰੇ ਮਾਲਸ ਦੇ ਵਿੱਚ ਸਟੋਰਾਂ ਦੇ ਉੱਪਰ ਪਹਿਲਾਂ ਹੀ ਉਹਨਾਂ ਨੇ ਮਾਸਕ ਰੱਖੇ ਹੋਏ ਆ, ਇੱਕ ਉਹਨਾਂ ਨੇ EMPLOYEE ਖੜਾ ਕੀਤਾ ਹੋਇਆ। ਜੇ ਕੋਈ ਆਪਣੇ ਆਪ ਮਾਸਕ ਨਹੀਂ ਪਹਿਨ ਕੇ ਆਉਂਦਾ ਤਾਂ ਉਹਨੂੰ ਮਾਸਕ ਫੜਾ ਦਿੰਦੇ ਨੇ ਤੇ ਫਿਰ ਇਹਨੂੰ ਅੰਦਰ ਜਾਣ ਦਿੰਦੇ ਨੇ। ਸੋ ਇਹ ਮਾਸਕ ਫ੍ਰੀ ਦੇ ਵਿੱਚ ਦਿੱਤੇ ਜਾਂਦੇ ਕਿ ਜਾਂ ਉਹ ਮੁੱਲ ਲੈਣਾ ਪੈਂਦਾ ਤੁਹਾਨੂੰ? ਨਹੀਂ, ਜਿਹੜੇ ਤਾਂ ਸਟੋਰਾਂ ਵਾਲੇ ਵੱਡੇ ਨੇ, ਵੱਡੇ ਨਾਮ ਨੇ, ਫਰੈਂਚਾਈਜ਼ੀ ਨੇ, ਜਿਹੜੀਆਂ ਵੱਡੇ ਬ੍ਰਾਂਡ ਨੇ, ਉਹ ਫ੍ਰੀ ਦਿੰਦੇ ਨੇ ਉੱਥੇ ਜਾਣ। ਸੋ ਟਰਾਂਸਲਿੰਕ ਵਿੱਚ ਬੱਸਾਂ 'ਚ ਜਾਣ ਲਈ ਤਾਂ ਆਪਣੇ ਲਈ ਆਣੇ ਪੈਣੇ। ਉਹਨਾਂ ਨੇ 15,000 ਵੰਡਣੇ ਆ। ਉਹ ਪਹਿਲਾਂ ਜਿਹੜੇ ਲੈ ਗਏ ਸ਼ੁਰੂ 'ਚ ਇੰਨੇ ਕੁ ਵੰਡਣਗੇ ਤੇ ਬਾਕੀ ਲੋਕਾਂ ਨੂੰ ਆਪ ਮਾਸਕ ਖਰੀਦਣੇ ਪੈਣਗੇ। ਵੱਡੇ ਸਟੋਰਾਂ ਤੇ ਮਾਸਕ ਕਾਫੀ ਸਸਤੇ ਮਿਲ ਰਹੇ ਨੇ, ਡਿਸਪੋਜ਼ੇਬਲ ਮਾਸਕ ਇੱਕ ਵਾਰੀ ਵਰਤ ਕੇ ਸੁੱਟਣ ਵਾਲੇ, ਉਹ ਬੜੇ ਸਸਤੇ ਮਿਲ ਰਹੇ ਨੇ। ਅੱਛਾ ਬਰਾੜ ਸਾਹਿਬ, ਇੱਕ ਹੋਰ ਗੱਲ ਮੇਰੇ ਜ਼ਿਹਨ ਦੇ ਵਿੱਚ ਆਈ ਵੀਕਐਂਡ ਤੇ ਦੇਖੀ ਕਿ ਆਪਣੇ ਮੁਲਕ ਤੋਂ ਮਾਸਕ ਮੰਗਵਾਏ ਜਾ ਰਹੇ ਹੈਗੇ ਆ, ਆਪਣੇ ਮੁਲਕ ਦੇ ਇਤਿਹਾਸਿਕ ਜਗ੍ਹਾ ਦੇ ਸਿੰਬਲ ਲਾਏ ਜਾ ਰਹੇ ਹੈਗੇ ਮਾਸਕ ਦੇ ਉੱਤੇ ਤੇ ਉਹ ਬੜੇ ਮਹਿੰਗੇ ਮੁੱਲ ਤੇ ਵੇਚੇ ਜਾ ਰਹੇ। ਥਾਈਲੈਂਡ ਤੋਂ ਕਿਸੇ ਨੇ, ਅਸੀਂ ਨਾਰਥ ਵੈਂਕੂਵਰ ਗਏ ਸੀ ਤੇ ਥਾਈਲੈਂਡ ਤੋਂ ਉਹਨਾਂ ਨੇ ਆਪਣੀ ਫੈਮਿਲੀ ਤੋਂ ਮੰਗਵਾਏ ਮਾਸਕ ਤੇ ਔਰ ਉੱਥੇ ਦੇ ਥਾਈਲੈਂਡ ਦੇ ਟੈਂਪਲ ਦਾ ਉੱਤੇ ਬਣਾਇਆ ਹੋਇਆ ਸੀ ਸਿੰਬਲ ਕਿ ਇਹ ਥਾਈਲੈਂਡ ਦਾ ਮਸ਼ਹੂਰ ਟੈਂਪਲ ਆ ਤੇ $14 ਦਾ ਮਾਸਕ ਦੇ ਰਹੇ ਸੀ। ਦੇਖੋ ਜੀ, ਗੱਲ ਜੇ ਇੱਥੋਂ ਤੱਕ ਹੀ ਸੀਮਤ ਰਹਿ ਜੇ ਤਾਂ ਠੀਕ ਹੈ। ਕੈਨੇਡਾ ਦੇ ਮੇਪਲ ਲੀਫ ਵਾਲੇ ਅਸੀਂ ਐਮਪੀਜ਼ ਦੇ ਲੱਗੇ ਦੇਖੇ ਨੇ, ਲਾਲ ਰੰਗ ਦਾ ਮੇਪਲ ਲੀਫ ਦਾ ਜਿਹੜਾ ਉੱਪਰ ਪੱਤਾ ਦਿਖਾਇਆ ਗਿਆ ਤੇ ਉਹ ਵਧੀਆ ਲੱਗਦਾ ਇੱਕ ਪਾਸੇ ਤਾਂ ਵੀ ਇਹ ਸਰਕਾਰੀ ਜੇ ਮਾਸਕ ਲੱਗਦੇ ਆ ਵੀ ਇਹਨਾਂ ਕੋਲ ਹੀ ਹੁੰਦੇ ਨੇ, ਸਾਡੇ ਕੋਲ ਤਾਂ ਹੈ ਨਹੀਂ। ਅੱਛਾ, ਡਾਇਮੰਡ ਦੇ ਮਾਸਕ ਵੀ ਆ ਗਏ, ਤੁਹਾਨੂੰ ਇਹਦੇ ਬਾਰੇ ਪਤਾ ਲੱਗਾ? ਨਾ, ਮੈਨੂੰ ਇਹਦੇ ਬਾਰੇ ਨਹੀਂ ਪਤਾ ਲੱਗਾ ਜੀ, ਪਰ ਬ੍ਰਾਂਡਡ ਆ ਗਏ ਜੀ ਕੰਪਨੀਆਂ ਦੇ। ਉਹ ਜਿਹੜੀਆਂ ਆਪਾਂ ਕੋਈ ਜੀਨਾਂ ਪਾਉਣੇ ਆ, ਕੋਈ ਹੋਰ ਕੱਪੜੇ ਪਾਉਣੇ ਆ, ਉਹਦੇ ਨਾਲ ਦੇ ਆ ਗਏ, ਮੈਚਿੰਗ ਹੋਣ ਲੱਗ ਪਈ ਮਾਸਕਾਂ ਤੇ। ਵਿਆਹਾਂ ਦੇ ਵਿੱਚ ਵੀ ਕੁੜੀ ਵਾਲਿਆਂ ਦੇ ਤੇ ਮੁੰਡੇ ਵਾਲਿਆਂ ਦੇ ਮਾਸਕਾਂ ਦੇ ਰੰਗ ਵੀ ਮੈਚ ਹੋਣ ਲੱਗ ਪਏ ਜੀ। ਨਹੀਂ, ਉਹ ਅੱਡ ਹੋਣਗੇ ਜੀ ਸ਼ਨਾਖਤ ਦੱਸਣ ਲਈ। ਬਿਲਕੁਲ, ਜਿਵੇਂ ਵਿਆਹ ਮੁੰਡੇ ਵਾਲਿਆਂ ਦਾ ਮਾਸਕ ਆ, ਕੁੜੀਆਂ ਦਾ ਮਾਸਕ ਹੈ, ਤੇ ਮੂਵੀ ਦੇ ਵਿੱਚ ਫੜੇ ਜਾਣਗੇ ਜਿਹੜੇ ਕਹਿਣਗੇ ਅਸੀਂ ਵਿਆਹ ਤੇ ਗਏ ਸੀ, ਖਾ ਕੇ ਕੁਛ ਨਹੀਂ ਆਏ। ਮਾਸਕ ਤੋਂ ਪਛਾਣ ਹੋ ਜਾਊਗੀ ਜਿਹਦੇ ਗਲ 'ਚ ਜਿਹੜੇ ਰੰਗ ਦਾ ਮਾਸਕ ਹੋਇਆ। ਦੇਖੋ ਜੀ, ਕਹਿੰਦੇ ਨਾ ਵੀ ਜਿਨ੍ਹਾਂ ਨੂੰ ਸਭ ਕੁਝ ਉਹਨਾਂ ਨੇ ਪਤਾ ਕੀਤਾ ਹੁੰਦਾ, ਪਹਿਲਾਂ ਹੀ ਦੇਖ ਲੈਣਗੇ ਵੀ ਉੱਥੇ ਕਿਹੜੇ ਮਾਸਕ ਚੱਲ ਰਹੇ ਨੇ ਤੇ ਉਹੋ ਜਿਹਾ ਮਾਸਕ ਪਾ ਕੇ ਤੇ ਉਹ ਰੱਖੇ ਹੁੰਦੇ ਆ। ਸਹੀ ਗੱਲ ਹੈ ਜੀ, ਤਿਆਰੀਆਂ ਕੀਤੀਆਂ ਹੁੰਦੀਆਂ। ਬਿਲਕੁਲ ਜੀ। ਤੇ ਹੁਣ ਅਸੀਂ ਵੱਧਦੇ ਹਾਂ ਜੀ ਕਰੋਨਾ ਵਾਇਰਸ ਦੀ ਜੇ ਗੱਲ ਕਰੀਏ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਦੱਸਿਆ ਕਿ ਤਕਰੀਬਨ 20 ਮਿਲੀਅਨ ਤੋਂ ਉੱਪਰ ਤੱਕ ਜਿਹੜਾ ਕੇਸ ਆ ਚੁੱਕੇ ਆ ਪੂਰੀ ਦੁਨੀਆ ਦੇ ਵਿੱਚ। 20 ਮਿਲੀਅਨ ਬਹੁਤ ਹੁੰਦੇ ਆ ਜੀ, 20 ਮਿਲੀਅਨ। ਐਵੇਂ ਅਮਰੀਕਾ ਦੇ ਵਿੱਚ 50 ਲੱਖ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜੀ। ਤੇ ਜਿਹੜੇ ਸਿਹਤ ਅਧਿਕਾਰੀ ਨੇ ਅਮਰੀਕਾ ਦੇ, ਉਹ ਕਹਿੰਦੇ ਨੇ ਅਸਲ ਗਿਣਤੀ ਤੇ ਤੋਂ ਕਿਤੇ ਜ਼ਿਆਦਾ ਹੈ। ਕਹਿੰਦੇ 40% ਲੋਕ ਤਾਂ ਜਿਹੜੇ ਉਹ ਸਿੰਪਟੋਮੈਟਿਕ ਹੁੰਦੇ ਨੇ, ਉਹਨਾਂ ਦਾ ਪਤਾ ਨਹੀਂ ਲੱਗਦਾ, ਉਹਨਾਂ ਦੀ ਤਾਂ ਕਿਤੇ ਗਿਣਤੀ ਨਹੀਂ ਹੁੰਦੀ। ਸੋ ਐਡਾ ਵੱਡਾ ਅੰਕੜਾ ਜਿਹੜਾ ਸਾਡੇ ਗੁਆਂਢੀ ਮੁਲਕ 'ਚ ਆਇਆ ਹੈ, ਕੈਲੀਫੋਰਨੀਆ, ਟੈਕਸਸ, ਹੋਰ ਬਹੁਤ ਸਾਰੀਆਂ ਸਟੇਟਾਂ ਤੇ ਬ੍ਰਾਜ਼ੀਲ ਦੇ ਵਿੱਚ ਮਰਨ ਵਾਲਿਆਂ ਦੀ 1 ਲੱਖ ਤੋਂ ਗਿਣਤੀ ਵੱਧ ਚੁੱਕੀ ਹੈ ਜੀ। ਬ੍ਰਾਜ਼ੀਲ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਤੇ ਤੀਜੇ ਨੰਬਰ ਤੇ ਹੈ
ਇੰਡੀਆ ਭਾਰਤ ਦੇ ਵਿੱਚ ਭਾਰਤ ਹਾਂਜੀ ਦੇ ਵਿੱਚ ਇੰਨੀ ਦਿਨੀ ਪਿਛਲੇ ਇੱਕ ਹਫ਼ਤੇ ਤੋਂ ਇੱਕ ਦਿਨ ਚ ਔਸਤਨ 60-65 ਹਜ਼ਾਰ ਕੇਸ ਆਉਣ ਲੱਗ ਪਏ ਨੇ। ਜੀ ਬੜਾ ਵੱਡਾ ਅੰਕੜਾ ਜੀ। ਮਹਾਰਾਸ਼ਟਰ ਬੁਰੀ ਤਰ੍ਹਾਂ ਝੰਬਿਆ ਗਿਆ ਕਰੋਨਾ ਵਾਇਰਸ ਨਾਲ। ਦਿੱਲੀ ਦੇ ਵਿੱਚ, ਹੋਰਨਾਂ ਸ਼ਹਿਰਾਂ ਦੇ ਵਿੱਚ, ਗੁਜਰਾਤ ਦੇ ਵਿੱਚ, ਜੀ ਹੁਣ ਪੰਜਾਬ ਦੇ ਵਿੱਚ ਵੀ 1000 ਤੋਂ ਵਧੇਰੇ ਕੇਸ ਡੇਲੀ ਦਾ ਆ ਰਿਹਾ। ਬਿਲਕੁਲ ਜੀ, ਮਾੜੀ ਹਾਲਤ ਹੋ ਰਹੀ ਹੈਗੀ ਆ। ਪਰ ਬਰਾੜ ਸਾਹਿਬ, ਇੱਕ ਪਾਸੇ ਕਈ ਲੋਕ ਆਪਣੀਆਂ ਇਹੋ ਜਿਹੀਆਂ ਵੀ ਪੋਸਟਾਂ ਪਾ ਰਹੇ ਹੈਗੇ ਕਿ ਇਹ ਕੋਈ ਪੋਲੀਟੀਕਲ ਗੇਮ ਚੱਲ ਰਹੀ ਹੈਗੀ ਆ ਜੀ, ਇਹ ਤਾਂ ਇੱਕ ਨਾਰਮਲ ਫਲੂ ਆ, ਇਹ ਤਾਂ ਵਾਇਰਸ ਇੰਨਾ ਸੀਰੀਅਸ ਹੀ ਹੈ ਨਹੀਂ। ਮੈਂ ਲੋਕਾਂ ਦੀ ਮਾਨਸਿਕਤਾ ਤੋਂ ਹੈਰਾਨ ਆ ਕਿ ਇਦਾਂ ਦੇ ਕੇਸ ਇੰਨੇ ਸਾਹਮਣੇ ਆਉਣ ਦੇ ਬਾਵਜੂਦ ਵੀ ਉਹ ਇਹਨਾਂ ਗੱਲਾਂ ਨੂੰ ਸੀਰੀਅਸ ਨਹੀਂ ਲੈ ਰਹੇ। ਵੈਨਕੂਵਰ ਦੇ ਵਿੱਚ ਇੱਕ ਸੀਨੀਅਰ ਸੈਂਟਰ ਸੀ, ਤੁਹਾਨੂੰ ਪਤਾ ਹੋਣਾ, ਨਾਰਥ ਵੈਨਕੂਵਰ ਜੀ ਚ। ਬਿਲਕੁਲ ਜੀ। ਉਹ ਖਾਲੀ ਹੋ ਗਿਆ ਜੀ। ਬਜ਼ੁਰਗ ਉੱਥੇ ਰਹਿੰਦੇ ਸੀ। ਹੋਰ ਬਹੁਤ ਸਾਰੇ ਸੀਨੀਅਰ ਸੈਂਟਰਾਂ 'ਚ, ਕੇਅਰ ਸੈਂਟਰਾਂ 'ਚ ਜਿੱਥੇ ਜਿੱਥੇ ਕਰੋਨਾ ਵਾਇਰਸ ਫੈਲਿਆ, ਉਹਨਾਂ ਦਾ ਹਾਲ ਦੇਖੋ, ਉਹਨਾਂ ਦੇ ਪੀੜਤਾਂ ਨੂੰ ਪੁੱਛੋ। ਡੋਨਾਲਡ ਟਰੰਪ ਅਮਰੀਕਨ ਸਦਰ ਸ਼ੁਰੂ 'ਚ ਇਹੀ ਗੱਲ ਕਹਿੰਦੇ ਰਹਿੰਦੇ ਨੇ ਕਿ ਇਹ ਤਾਂ ਅਫਵਾਹ ਹੈ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਹ ਨਾਟਕ ਹੈ, ਇਹ ਤਾਂ ਡਰਾਮਾ ਹੋ ਰਿਹਾ ਹੈ। ਇੱਕ ਗੱਲ ਤਾਂ ਇਹ ਹੈ ਜੀ ਕਿ ਇਸ ਤੋਂ ਪਹਿਲਾਂ ਇੰਨੀ ਵੱਡੀ ਗਿਣਤੀ 'ਚ ਕਿਸੇ ਬਿਮਾਰੀ ਦੇ ਅੰਕੜੇ ਨਹੀਂ ਸੀ ਇਕੱਠੇ ਹੋ ਰਹੇ। ਬਿਲਕੁਲ ਜੀ। ਇਹ ਪਹਿਲੀ ਦਫਾ ਜਿਹੜੇ ਵਰਲਡ ਵਾਈਡ ਵਰਲਡੋਮੀਟਰ ਦੇ ਉੱਪਰ ਅੰਕੜੇ ਲਗਾਤਾਰ ਅਪਡੇਟ ਹੋ ਰਹੇ ਨੇ ਤੇ ਲੱਖਾਂ ਦੀ ਤਾਦਾਦ 'ਚ, ਮਿਲੀਅਨਸ ਦੇ ਵਿੱਚ ਉਹ ਅੰਕੜੇ ਸਾਹਮਣੇ ਆ ਰਹੇ ਨੇ ਤੇ ਇਸ ਕਰਕੇ ਲੋਕ ਖੌਫਜ਼ਦਾ ਨੇ। ਹੁਣ ਲੋਕ ਹੋਰਨਾਂ ਕਾਰਨਾਂ ਕਰਕੇ ਵੀ ਮਰ ਰਹੇ ਨੇ। ਆਪਾਂ ਪਿਛਲੀ ਵਾਰੀ ਵੈਨਕੂਵਰ ਦੇ ਵਿੱਚ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਬਾਰੇ ਵੀ ਦੱਸਿਆ ਸੀ ਕਿ ਉਹ ਇਹਨਾਂ ਕਰੋਨਾ ਵਾਇਰਸ ਨਾਲੋਂ ਉਹਨਾਂ ਦੀ ਗਿਣਤੀ ਜ਼ਿਆਦਾ ਹੈ। ਆਪਣੇ BC ਦੇ ਜੇ ਕੁੱਲ ਅੰਕੜੇ ਆਪਾਂ ਗਿਣੀਏ ਤਾਂ ਰੋਜ਼ਾਨਾ 3 ਜਣੇ ਜਿਹੜੇ ਉਹ ਔਸਤਨ BC ਦੇ ਵਿੱਚ ਓਵਰਡੋਜ਼ ਨਾਲ ਹੀ ਮਰ ਰਹੇ ਨੇ। ਤੇ ਕਰੋਨਾ ਆਪਾਂ ਇਸ ਕਰਕੇ ਵਧੇਰੇ ਖਤਰਨਾਕ ਸਮਝਦੇ ਹਾਂ ਕਿ ਇਹਨੇ ਸਾਰੀ ਦੁਨੀਆ ਨੂੰ ਵਾਹਣੀ ਪਾਤਾ। ਅਮਰੀਕਾ ਵਰਗੀ ਸੁਪਰ ਪਾਵਰ ਜਿਹੜੀ ਮੁਲਕ ਹੈ, ਉਹਨੂੰ ਗੋਡਨਿਆਂ ਭਾਰ ਕਰ ਦਿੱਤਾ ਹੈ। ਡੋਨਾਲਡ ਟਰੰਪ ਪਹਿਲਾਂ ਮੰਨਣ ਨੂੰ ਤਿਆਰ ਨਹੀਂ ਸੀ, ਹੁਣ ਆਪ ਮਾਸਕ ਪਾਈ ਫਿਰਦੇ ਨੇ। ਤੇ ਇਹ ਹੁਣ ਸਿਰਫ ਆਪਾਂ ਇਹ ਕਹਿ ਕੇ ਪੱਲਾ ਨਹੀਂ ਝਾੜ ਸਕਦੇ ਕਿ ਇਹ ਤਾਂ ਜੀ ਨਾਟਕ ਹੈ ਜੀ, ਅਫਵਾਹ ਹੈ ਜੀ, ਇਹਦੇ ਪਿੱਛੇ ਪੋਲਿਟਿਕਸ ਹੈ। ਪੋਲਿਟਿਕਸ ਤਾਂ ਹਰ ਚੀਜ਼ 'ਚ ਹੁੰਦੀ ਹੈ। ਘਰ ਪਰਿਵਾਰ ਤੋਂ ਪੋਲਿਟਿਕਸ ਸ਼ੁਰੂ ਹੁੰਦੀ ਹੈ ਤੇ ਦੇਸ਼ ਦੇਸ਼ਾਂਤਰਾਂ ਤੱਕ ਚੱਲੀ ਜਾਂਦੀ ਹੈ। ਤੇ ਸਿਆਸਤ ਨੂੰ ਜ਼ਿੰਦਗੀ ਦੇ ਕਿਸੇ ਵੀ ਮਰਹਲੇ ਦੇ ਵਿੱਚੋਂ ਮਨਫੀ ਨਹੀਂ ਕੀਤਾ ਜਾ ਸਕਦਾ ਹੁੰਦਾ। ਇਸ ਕਰਕੇ ਇਹਦੇ 'ਚ ਸਿਆਸਤਾਂ ਹੋਣੀ ਹੈ। ਸਿਆਸਤ ਹੁਣ ਇਸ ਗੱਲ ਤੇ ਹੋ ਰਹੀ ਹੈ ਕਿ ਸਭ ਤੋਂ ਪਹਿਲਾਂ ਕਿਹੜਾ ਮੁਲਕ ਵੈਕਸੀਨ ਤਿਆਰ ਕਰਦਾ ਹੈ ਤੇ ਉਹਦੀਆਂ ਕਿੰਨੀਆਂ ਡੋਜ਼ਾਂ ਖਰੀਦਦਾ ਹੈ। ਤੇ ਭਾਰਤ ਨੇ ਤਾਂ ਅਗਸਤ 15 ਤੱਕ ਕਿਹਾ ਸੀ ਜੀ। 15 ਅਗਸਤ ਆਉਣ 'ਚ ਹੁਣ ਕਿਹੜਾ ਗੋਡੇ ਰਹਿ ਗਏ ਜੀ। ਅਗਲੇ ਹਫ਼ਤੇ 15 ਅਗਸਤ ਦਾ ਝੰਡਾ ਝੁਲਾਇਆ ਜਾਊਗਾ ਲਾਲ ਕਿਲੇ ਦੀ ਫਸੀਲ ਤੇ ਉਦੋਂ ਐਲਾਨ ਹੋ ਸਕਦਾ ਹੈ ਕਿ ਭਾਰਤ ਨੂੰ ਆਪਾਂ ਘਟਾ ਕੇ ਨਹੀਂ ਦੇਖ ਸਕਦੇ। ਬਹੁਤ ਟੈਲੈਂਟ ਭਾਰਤ ਦੇ ਵਿੱਚ ਹੈ। ਬੜੇ ਵੱਡੇ ਜਿਹੜੇ ਵਿਗਿਆਨੀ ਵਿਦਿਆਰਥੀ ਉੱਥੇ ਪੜ੍ਹ ਰਹੇ ਨੇ, ਅਧਿਐਨ ਕਰ ਰਹੇ ਨੇ। ਸਰਕਾਰ ਖਿਲਾਫ ਲੋਕਾਂ ਦਾ ਗੁੱਸਾ ਹੋ ਸਕਦਾ ਹੈ, ਪਰ ਜੇ ਲਿਆਕਤ ਪੱਖੋਂ ਦੇਖੀਏ, ਲਿਆਕਤ ਦਾ ਬੇਸ਼ੱਕ ਮੁੱਲ ਬੇਸ਼ੱਕ ਸਹੀ ਨਾ ਪੈ ਰਿਹਾ ਹੋਵੇ, ਪਰ ਲਿਆਕਤ ਪੱਖੋਂ ਕੋਈ ਕਮੀ ਨਹੀਂ ਹੈ ਭਾਰਤ ਦੇ ਵਿੱਚ। ਸੋ ਇਹ ਜਿਹਾ ਕੁਝ ਹੋ ਸਕਦਾ ਹੈ। ਪਰ ਅਮਰੀਕਾ ਚਾਹੁੰਦਾ ਕਿ ਮੈਂ ਪਹਿਲ ਕਰਾਂ, ਇੰਗਲੈਂਡ ਚਾਹੁੰਦਾ ਕਿ ਸਾਡੀ ਆਕਸਫੋਰਡ ਯੂਨੀਵਰਸਿਟੀ ਚੋਂ ਹੀ ਜਿਹੜੇ ਐਲਾਨ ਹੋ ਰਹੇ ਨੇ ਸਾਡੀ ਝੰਡੀ ਬਰਕਰਾਰ ਰਹੇ। ਚੀਨ ਕਹਿੰਦਾ ਕਿ ਸਾਡੇ ਤੋਂ ਜੇ ਇਲਜ਼ਾਮ ਲਗਾਉਂਦੇ ਨੇ, ਕੰਮ ਸ਼ੁਰੂ ਹੋਇਆ ਸੀ ਤੇ ਹੱਲ ਵੀ ਫਿਰ ਅਸੀਂ ਕੱਢੀਏ। ਸਾਰੇ ਮੁਲਕਾਂ ਦੀ ਆਪਸ ਦੇ ਵਿੱਚ ਦੌੜ ਲੱਗੀ ਹੋਈ ਹੈ। ਉਹ ਇਸ ਦੌੜ ਦੇ ਵਿੱਚੋਂ ਅੱਗੇ ਕੌਣ ਨਿਕਲਦਾ, ਝੰਡੀ ਕੌਣ ਪੱਟਦਾ, ਇਹ 1-2 ਦਿਨਾਂ 'ਚ ਪਤਾ ਲੱਗ ਜਾਏਗਾ ਜੀ। ਬਿਲਕੁਲ। ਤੇ ਬਾਕੀ ਬਰਾੜ ਸਾਹਿਬ, ਅਸੀਂ ਇੱਕ ਵਾਰੀ ਕਮਿਊਨਿਟੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਤੇ ਬਿਲਕੁਲ ਸਾਰੀ ਹੀ ਕਮਿਊਨਿਟੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਮਿਸ਼ਨ ਆਰੀਅਨ ਕੰਪਲੀਟ ਕੀਤਾ, ਜਿਹੜਾ ਨਾਲ ਸਾਰੀ ਕਮਿਊਨਿਟੀ ਨੇ ਹੀ ਸਾਥ ਦਿੱਤਾ। ਸੋ ਜਿਨ੍ਹਾਂ ਨੇ ਇਸ ਬੱਚੇ ਨੂੰ ਆਪਣਾ ਆਸ਼ੀਰਵਾਦ, ਇਸ ਦੇ ਜਨਮ ਦਿਨ ਦੇ ਉੱਤੇ ਆਪਣਾ ਦਸਵੰਧ ਕੱਢਿਆ, GoFundMe ਪੇਜ ਦੇ ਰਾਹੀਂ ਜਾਂ ਜਿਹੜੇ ਸੋਰਸਿਸ ਦੇ ਰਾਹੀਂ ਤੁਸੀਂ ਹੈਲਪ ਕੀਤੀ ਆ। ਸੋ ਆਰੀਅਨ ਦੇ ਕੋਲ ਤਕਰੀਬਨ $3 ਮਿਲੀਅਨ ਜਿਹੜਾ ਇਕੱਠਾ ਹੋ ਚੁੱਕਾ ਹੈ। ਸੋ ਉਹਨਾਂ ਦੇ ਪਰਿਵਾਰ ਵੱਲੋਂ ਧੰਨਵਾਦ ਕੀਤਾ ਗਿਆ ਪੂਰੀ ਕਮਿਊਨਿਟੀ ਦਾ। ਤੇ ਬਿਹਾਫ ਆਫ ਸਾਂਝਾ ਟੀਵੀ ਅਸੀਂ ਵੀ ਸਾਰੀ ਹੀ ਕਮਿਊਨਿਟੀ ਦਾ ਤੇ ਸਾਰੇ ਹੀ ਹੋਰ ਟੀਵੀ ਚੈਨਲਸ ਤੇ ਰੇਡੀਓ ਜਿਨ੍ਹਾਂ ਮਾਧਿਅਮ ਦੇ ਰਾਹੀਂ ਆਰੀਅਨ ਦੇ ਲਈ ਰਿਕੁਐਸਟ ਕੀਤੀ ਗਈ ਸੀ, ਫੰਡ ਰੇਜ਼ਰ ਕੀਤੇ ਗਏ ਸੀ। ਸੋ ਸਾਰੇ ਹੀ ਮੀਡੀਆ ਦਾ, ਕਿਉਂਕਿ ਮੀਡੀਆ ਨੇ ਇਕਜੁੱਟ ਹੋ ਕੇ ਇਹ ਸਬੂਤ ਦੇਤਾ ਏਕਤਾ ਦਾ ਕਿ ਮੀਡੀਆ ਜਿਹੜੇ ਕੰਮ ਨੂੰ ਹੱਥ ਪਾਉਂਦਾ ਇਕੱਠਾ ਆ। ਪੰਜਾਬੀ ਮੀਡੀਆ ਨੇ ਇੱਕ ਮਿਸਾਲ ਕਾਇਮ ਕਰ ਦਿੱਤੀ ਕਿ ਜੇ ਸਾਂਝਾ ਟੀਵੀ ਇਸ ਮੁਹਿੰਮ ਨੂੰ ਲੈ ਕੇ, ਇਸ ਕੈਂਪੇਨ ਨੂੰ ਲੈ ਕੇ ਤੁਰਿਆ ਸੀ ਤੇ ਸਾਰੇ ਹੀ ਮੀਡੀਆ ਨੇ ਸਾਡਾ ਸਾਥ ਦਿੱਤਾ। ਸੋ ਸਾਰਿਆਂ ਨੂੰ ਦਿਲੋਂ ਧੰਨਵਾਦ। ਤੁਸੀਂ ਆਪਣਾ ਸਮਾਂ ਬਿਨਾਂ ਕਿਸੇ ਸਵਾਰਥ ਤੋਂ ਤੁਸੀਂ ਇਸ ਕੈਂਪੇਨ ਨੂੰ, ਇਸ ਆਰੀਅਨ ਮਿਸ਼ਨ ਨੂੰ ਕੰਪਲੀਟ ਕੀਤਾ। ਸੋ ਤੁਹਾਨੂੰ ਸਾਰਿਆਂ ਨੂੰ ਸਲੂਟ ਆ। ਸੋ ਚੈਰਿਟੀ ਦੀ ਗੱਲ ਹੋ ਰਹੀ ਹੈ ਜੀ। ਬਿਲਕੁਲ ਜੀ, ਇਹ ਬਹੁਤ ਵੱਡੀ ਗੱਲ ਹੈ ਜੀ। ਇਹ ਉਹਨਾਂ ਸਮਿਆਂ 'ਚ ਇਹ ਸਾਰਾ ਕੁਝ ਵਾਪਰਿਆ ਜਦੋਂ ਵੈਸੇ ਹੀ ਲੋਕ ਮੰਦੀ ਨਾਲ ਜੂਝ ਰਹੇ ਨੇ। ਬਿਲਕੁਲ ਜੀ, ਕਰੋਨਾ ਵਾਇਰਸ ਦੇ ਨਾਲ। ਲੋਕਾਂ ਦੀਆਂ ਜਿਹੜੀਆਂ ਜੌਬ ਛੁੱਟ ਚੁੱਕੀਆਂ ਨੇ, ਘਰਾਂ 'ਚ ਬੈਠੇ ਹੋਏ ਨੇ, ਪਰ ਉਹਨਾਂ ਦੀ ਦਿਆਨਤਦਾਰੀ ਦੀ ਇੱਕ ਮੁਠਤਾ ਦੀ ਦਾਤ ਦੇਣੀ ਬਣਦੀ ਹੈ ਕਿ ਆਪਣੀ ਸਾਰਿਆਂ ਦੀ ਇੱਕੋ ਆਵਾਜ਼ ਦੇ ਉੱਪਰ ਮਾਪਿਆਂ ਦੀ ਉਹਨਾਂ ਨੇ ਬੇਨਤੀ ਸਵੀਕਾਰ ਕੀਤੀ
ਤੇ ਇੰਡੀਆ ਤੋਂ ਵੀ ਹੱਦਾਂ ਸਰਹੱਦਾਂ ਪਾਰ ਜਿੱਥੇ ਤੱਕ ਆਵਾਜ਼ ਪਹੁੰਚੀ, ਮੀਡੀਆ ਨੇ ਉਹਨਾਂ ਦੀ ਆਵਾਜ਼ ਪਹੁੰਚਾਈ। ਲੋਕਾਂ ਨੇ ਖੁੱਲੇ ਦਿਲ ਨਾਲ ਆਪਣੀ ਕਿਰਤ ਕਮਾਈ ਦੇ ਵਿੱਚੋਂ ਉਸ ਬੱਚੇ ਦੇ ਲਈ ਦਸਵੰਧ ਕੱਢਿਆ, ਦਾਨ ਕੀਤਾ ਤੇ ਉਹਨਾਂ ਦਾ ਜਿਹੜਾ ਨਿਸ਼ਾਨਾ ਉਹ ਪੂਰਾ ਹੋ ਗਿਆ। ਤੇ ਅੱਜ ਸਵੇਰੇ ਹੀ ਮੈਂ ਆਰੀਅਨ ਦੇ ਪਿਤਾ ਦੀ ਗੱਲਬਾਤ ਸੁਣ ਰਿਹਾ ਸੀ, ਉਹ ਦੱਸ ਰਹੇ ਸੀਗੇ ਕਿ ਹੁਣ ਅਸੀਂ ਇਹਦੇ ਇਲਾਜ ਦੇ ਲਈ ਅਗਲੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਹੈ ਤੇ ਬੱਚੇ ਦੇ ਹੁਣ ਪੂਰੀ ਉਮੀਦ ਹੈ ਕਿ ਉਹ ਆਪਣਾ ਅਗਲਾ ਜਨਮ ਦਿਨ ਵੀ ਆਪਣੇ ਪਰਿਵਾਰ 'ਚ ਖੁਸ਼ੀਆਂ ਨਾਲ ਮਨਾਏਗਾ। ਜੀ ਬਿਲਕੁਲ ਜੀ, ਨੀਰੂ ਬਾਜਵਾ ਐਂਟਰਟੇਨਮੈਂਟ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ। ਔਰ ਕਹਿੰਦੇ ਕਿ ਅਸੀਂ ਬਰਾੜ ਸਾਹਿਬ ਹਮੇਸ਼ਾ ਕਹਿੰਦੇ ਆ ਕਿ ਆਰਟਿਸਟ ਜਿਹੜੇ ਆ ਨਾ, ਇਹਨਾਂ ਨੂੰ ਬਣਾਉਣ ਵਾਲੇ ਵੀ ਲੋਕੀ ਹੁੰਦੇ ਆ। ਸੋ ਇਹਨਾਂ ਨੂੰ ਫਰਸ਼ਾਂ ਤੋਂ ਅਰਸ਼ਾਂ ਤੱਕ ਵੀ ਲੋਕੀ ਲੈ ਕੇ ਜਾਂਦੇ ਆ, ਪਰ ਇਹ ਵੀ ਇੱਕ ਇਹਨਾਂ ਨੇ ਬੜਾ ਵਧੀਆ ਰੋਲ ਮਾਡਲ ਆਪਣਾ ਜਿਹੜਾ ਇਹ ਕਮਿਊਨਿਟੀ ਦੇ ਸਾਹਮਣੇ ਦਿੱਤਾ। ਇੱਕ ਬੱਚੇ ਦੇ ਨਾਲ ਡੇ 1 ਤੋਂ ਜੁੜੇ ਸੀ ਨੀਰੂ ਬਾਜਵਾ ਹੁਣੀ। ਉਹਨਾਂ ਨੇ ਡੇ 1 ਤੋਂ ਲੈ ਕੇ ਆਰੀਅਨ ਦੇ ਨਾਲ, ਇਸ ਮੁਹਿੰਮ ਦੇ ਨਾਲ ਚੱਲ ਕੇ ਜਿੰਨਾ ਚਿਰ ਸਕਸੈਸ ਨਹੀਂ ਹੋਇਆ ਆਰੀਅਨ ਮਿਸ਼ਨ, ਉਹਨਾਂ ਚਿਰ ਸਾਥ ਦਿੱਤਾ ਆਪਣਾ। ਇਸ ਦੇ ਨਾਲ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਕਮਿਊਨਿਟੀ ਦੀਆਂ, ਡਾਕਟਰਸ, ਔਰ ਇਸ ਦੇ ਨਾਲ ਐਂਟਰਟੇਨਮੈਂਟ ਦੁਨੀਆ ਤੋਂ ਕਾਫੀ ਲੋਕਾਂ ਨੇ ਜਿਹੜਾ ਸਾਥ ਦਿੱਤਾ। ਸੋ ਇਸੇ ਕਰਕੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਜਿਹੜਾ ਆਰੀਅਨ ਦਾ ਮਿਸ਼ਨ ਕੰਪਲੀਟ ਹੋਇਆ ਜੀ। ਕਿਉਂਕਿ ਕਲਾ ਦਾ ਵੀ ਇੱਕ ਆਪਣਾ ਧਰਮ ਹੁੰਦਾ ਜੀ। ਕਲਾਕਾਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਸੰਵੇਦਨਸ਼ੀਲ ਸ਼ਖਸੀਅਤ ਹੁੰਦੀ ਹੈ। ਕਿਸੇ ਵੀ ਕਲਾ ਦੇ ਨਾਲ ਉਹ ਜੁੜਿਆ ਹੋਵੇ, ਚਾਹੇ ਕੋਈ ਪੇਂਟਰ ਹੈ ਜਾਂ ਕੋਈ ਫਿਲਮਾਂ 'ਚ ਕੰਮ ਕਰਨ ਵਾਲਾ ਕਲਾਕਾਰ ਹੈ ਜਾਂ ਗਾਇਕ ਫਨਕਾਰ ਹੈ, ਉਹ ਬਾਕੀ ਦੁਨੀਆ ਦੇ ਨਾਲੋਂ ਥੋੜਾ ਜਿਹਾ ਅਲੱਗਾ ਹੁੰਦਾ ਹੈ। ਉਹਦੇ ਤੇ ਕੋਈ ਵੀ ਜਿਹੜੀ ਘਟਨਾ ਵਾਪਰਦੀ ਹੈ, ਇੱਕ ਆਮ ਸਧਾਰਨ ਵਿਅਕਤੀ ਨਾਲੋਂ ਅਸਰ ਜ਼ਿਆਦਾ ਹੁੰਦਾ। ਆਪਾਂ ਜੇ ਸਧਾਰਨ ਲਫ਼ਜ਼ਾਂ 'ਚ ਕਹੀਏ ਤਾਂ ਪਤਲ ਚੰਮਾ ਹੁੰਦਾ, ਕੋਮਲ ਹੁੰਦਾ, ਉਹਨੂੰ ਹਰੇਕ ਚੀਜ਼ ਪਿੰਚ ਕਰਦੀ ਹੈ। ਤੇ ਨੀਰੂ ਬਾਜਵਾ ਵਰਗੇ ਹੋਰ ਵੀ ਕਲਾਕਾਰ ਨੇ ਜਿਨ੍ਹਾਂ ਨੇ ਸਹਾਇਤਾ ਕੀਤੀ, ਪਰ ਉਹਨਾਂ ਨੇ ਲੀਡ ਲਈ। ਇੱਥੇ ਵੈਨਕੂਵਰ ਇਲਾਕੇ 'ਚ ਰਹਿੰਦੇ ਨੇ, ਪਤਾ ਉਹਨਾਂ ਨੂੰ ਸਾਡੀਆਂ ਕੀ ਤਕਲੀਫਾਂ ਨੇ ਪਰਿਵਾਰਾਂ ਦੀਆਂ, ਕਿਵੇਂ ਅਸੀਂ ਔਖੇ ਹੋ ਕੇ ਇੱਥੇ ਕਿਰਤ ਕਮਾਈ ਕਰਕੇ ਆਪਣੀ ਘਰ ਦੀ ਰੋਜੀ ਰੋਟੀ ਚਲਾਉਂਦੇ ਆ। ਸੋ ਮੈਂ ਸਮਝਦਾ ਉਹਨਾਂ ਨੇ ਆਪਣੀ ਕਲਾ ਦਾ ਧਰਮ ਨਿਭਾਇਆ ਤੇ ਇਹਦੇ ਲਈ ਉਹਨਾਂ ਨੂੰ ਵਾਹ ਜਿਹੜੀ ਮਿਲ ਰਹੀ ਹੈ ਉਹ ਹੱਕਦਾਰ ਨੇ ਜੀ। ਤੇ ਬਿਲਕੁਲ ਜੀ, ਚੈਰਿਟੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਵੀ ਚੈਰਿਟੀ ਦਾ ਵੀ ਰੌਲਾ ਪੈ ਰਿਹਾ ਹੈਗਾ। ਤੇ ਜੇ ਅਸੀਂ ਪੰਜਾਬ ਦੀ ਧਰਤੀ ਦੀ ਗੱਲ ਕਰੀਏ, NRI ਹਮੇਸ਼ਾ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਤੋਂ ਹਮੇਸ਼ਾ ਠੰਡੀਆਂ ਹਵਾਵਾਂ ਆਉਣ ਤੇ ਹਮੇਸ਼ਾ ਆਪਣਾ ਦਸਵੰਧ ਕੱਢ ਕੇ ਪੰਜਾਬ ਹੀ ਭੇਜਣਾ ਚਾਹੁੰਦੇ ਆ। ਪਰ ਕੁਝ ਇੱਕ ਸਮਾਜ ਸੇਵੀਆਂ ਵੱਲੋਂ, ਹੁਣ ਤੁਹਾਨੂੰ ਪਤਾ ਹੀ ਆ ਕਿ ਚੈਰਿਟੀ ਨੂੰ ਲੈ ਕੇ, NGO ਨੂੰ ਲੈ ਕੇ ਮੇਰੇ ਖਿਆਲ ਮੋਰ ਦੈਨ ਮਹੀਨੇ ਤੋਂ ਉੱਤੇ ਹੀ ਹੋ ਗਿਆ ਜਿਹੜਾ ਇੱਕ ਕਾਵਾਂ ਰੌਲੀ ਪਈ ਹੋਈ ਆ। ਕੋਈ ਸਫਾਈਆਂ ਦੇ ਰਿਹਾ, ਕੋਈ ਕਿਸੇ ਕੰਟਰੀ ਤੋਂ ਲਾਈਵ ਹੋ ਕੇ ਕਹਿ ਰਿਹਾ, ਗਾਲੋ ਬਾਲੀ ਕਿੰਨਾ ਕੁਝ ਹੋ ਰਿਹਾ। ਮੈਨੂੰ ਲੱਗਦਾ ਕਿ ਅਸੀਂ ਦਈਏ ਦਸਵੰਧ, ਜ਼ਰੂਰ ਦਈਏ, ਬੇਸ਼ੱਕ ਪੰਜਾਬ 'ਚ ਦਈਏ, ਜਿੱਥੇ ਮਰਜ਼ੀ ਅਸੀਂ ਦੇਣਾ ਚਾਹੁੰਦੇ ਆ। ਪਰ ਮੇਰੀ ਆਪਣੀ ਸੋਚ ਹੈ ਕਿ ਅਸੀਂ ਆਪੋ ਆਪਣੇ ਪਿੰਡਾਂ ਨੂੰ ਅਡਾਪਟ ਕਰ ਲਈਏ, ਆਪੋ ਆਪਣੇ ਪਿੰਡਾਂ ਦੇ ਗਰੀਬ ਪਰਿਵਾਰਾਂ ਨੂੰ ਅਡਾਪਟ ਕਰ ਲਈਏ। ਨਾ ਕਹਿੰਦੇ, ਉਹ ਨਹੀਂ ਕਹਿੰਦੇ ਹੁੰਦੇ, ਇੱਕ ਕਹਾਵਤ ਆ, ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬਾਂਸਰੀ। ਬਿਲਕੁਲ ਦਰੁਸਤ। ਸੋ ਅਸੀਂ ਜਦੋਂ ਕਿਸੇ ਦੇ ਹੱਥ 'ਚ ਪੈਸੇ ਦੇ ਦਿੰਦੇ ਆ ਨਾ, ਉਹ ਇੱਕ ਲੜਾਈ ਦਾ ਕਾਰਨ ਬਣ ਜਾਂਦਾ। ਸੋ NRI ਤੇ ਭਲਾ ਚਾਹੁੰਦੇ ਆ ਪੰਜਾਬ ਦਾ, ਪਰ ਕਹਿੰਦੇ ਹੁੰਦੇ ਆ ਕਿ ਜੇ ਇੱਕ ਸੇਵਾ ਕਰ ਰਿਹਾ ਤੇ 10 ਜਾਣੇ ਉਸ ਨੂੰ ਭੰਡਣ ਲਈ ਵੀ ਹੁੰਦੇ ਆ। ਸੋ ਹੁਣ ਸੱਚ ਕੀ ਹੈ ਇਹਦਾ ਆਪਾਂ ਨੂੰ ਪਤਾ ਨਹੀਂਗਾ। ਤੁਸੀਂ ਜਿਹੜੀ ਗੱਲ ਕਹੀ ਨਾ ਜੀ ਕਿ ਪਿੰਡਾਂ ਨੂੰ ਅਡਾਪਟ ਕਰ ਲਿਆ ਜਾਏ, ਇਹ ਬਹੁਤ ਕਮਾਲ ਦੀ ਗੱਲ ਕਹੀ। ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਪੰਜਾਬ ਦੇ ਵਿੱਚ ਤਕਰੀਬਨ 13,000 ਪਿੰਡ ਨੇ, ਬਹੁਤ ਜ਼ਿਆਦਾ ਗਿਣਤੀ ਨਹੀਂ ਹੈ। ਛੋਟੇ ਵੱਡੇ ਪਿੰਡਾਂ ਢਾਣੀਆਂ ਨੂੰ ਮਿਲਾ ਕੇ ਇੰਨੀ ਕੁ ਗਿਣਤੀ ਬਣਦੀ ਹੈ। ਤੇ ਹਰੇਕ ਪਿੰਡ ਚੋਂ ਤਕਰੀਬਨ ਦੁਆਬੇ ਚੋਂ ਤਾਂ 70 ਸਾਲ ਪਹਿਲਾਂ ਹੀ ਇੱਥੇ ਲੋਕ ਉਹਨਾਂ ਨੇ ਆ ਕੇ ਆਪਣੇ ਪੂਰੀ ਤਰ੍ਹਾਂ ਸਥਾਪਿਤ ਹੋ ਗਏ ਸੀ। ਆ ਤਾਂ 125 ਸਾਲ ਪਹਿਲਾਂ ਗਏ ਸੀ ਉਹ, ਹੋਰਨਾਂ ਮੁਲਕਾਂ 'ਚ ਵੀ ਇੰਗਲੈਂਡ ਚਲੇ ਗਏ, ਅਮਰੀਕਾ ਆਏ। ਸਟਾਕਟਨ ਵਾਲੇ ਗੁਰਦੁਆਰਾ ਉਹਨਾਂ ਨੇ ਸਥਾਪਿਤ ਕੀਤਾ ਇੱਥੇ। ਵੈਨਕੂਵਰ ਦੇ ਰੌਸ ਸਟਰੀਟ ਗੁਰਦੁਆਰੇ ਦਾ ਵੀ ਪੁਰਾਣਾ ਲੰਬਾ ਸ਼ਾਨਾ ਮੱਤਾ ਇਤਿਹਾਸ ਹੈ। ਸਰੀ ਦੇ ਵਿੱਚ ਹੁਣ ਸਾਨੂੰ ਕਿਸੇ ਚੀਜ਼ ਦੀ ਘਾਟ ਨਹੀਂ, ਵੱਡੀਆਂ ਕਾਰਾਂ, ਲੰਮੀਆਂ ਤੇ ਕੋਠੀਆਂ ਦੇ ਮਾਲਕ ਬਣ ਗਏ ਆ। ਹੁਣ ਪਿੰਡਾਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਪਹਿਲਾਂ ਹੀ ਜਿਹੜੇ ਇਸ ਤਰ੍ਹਾਂ ਦੇ ਸੂਝਵਾਨ NRI ਨੇ, ਉਹਨਾਂ ਨੇ ਆਪਣੇ ਪਿੰਡਾਂ ਦੀ ਨੁਹਾਰ ਬਦਲਤੀ। ਬਿਲਕੁਲ ਜੀ, ਪਿੰਡਾਂ ਦੇ ਪਿੰਡ ਨਵੇਂ ਕਮਰੇ ਬਣਾਤੇ, ਰੰਗ ਰੋਗਨ ਕਰਾਤੇ, ਉੱਪਰ ਆਪਣੇ ਵਡੇਰਿਆਂ ਦੇ ਨਾਂ ਲਿਖਵਾਤੇ, ਔਰ ਪਿੰਡਾਂ 'ਚ ਲਾਟੂ ਲਗਵਾਤੇ, ਜਗਮਗ ਕਰਨ ਲਾਤੇ ਨੇ ਪਿੰਡ। ਹੁਣ NRI ਸਿਰਫ ਕਬੱਡੀ ਕੱਪ ਕਰਾਉਣ ਤੱਕ ਜਾਂ ਖਾੜੇ ਲਗਾਉਣ ਤੱਕ ਹੀ ਸੀਮਤ ਨਹੀਂ ਰਹਿ ਗਏ। ਉਹਨਾਂ ਦਾ ਪੈਸਾ ਬੱਚਿਆਂ ਦੀ ਪੜ੍ਹਾਈ ਲਈ ਵੀ ਖਰਚ ਹੋ ਰਿਹਾ ਹੈ, ਕਿਸੇ ਦੇ ਇਲਾਜ ਲਈ ਵੀ ਜਾ ਰਿਹਾ ਹੈ। ਹਰ ਕਿਸੇ ਦੀ ਉਹ ਬਾਂਹ ਫੜ ਰਹੇ ਨੇ, ਅੱਖਾਂ ਦੇ ਕੈਂਪ ਲਵਾ ਰਹੇ ਨੇ, ਕੁੜੀਆਂ ਦੇ ਵਿਆਹ ਕਰਵਾ ਰਹੇ ਨੇ ਤੇ ਰੋਗੀਆਂ ਦੇ ਲਈ ਉਹ ਦਵਾਈ ਦਾ ਪ੍ਰਬੰਧ ਕਰ ਰਹੇ ਨੇ, ਬੱਚਿਆਂ ਦੀ ਬਾਂਹ ਫੜ ਰਹੇ ਨੇ। ਇਹ ਸਿਆਣੀ ਗੱਲ ਹੈ, ਇਹ ਬੜੀ ਵਧੀਆ ਗੱਲ ਹੈ। ਕਿਉਂਕਿ ਕਹਿੰਦੇ ਨਾ, ਜੇ ਕਿਸੇ ਕੋਲ ਹੋਊਗਾ, ਬਰਕਤ ਹੋਏਗੀ ਅੱਗੇ ਵੰਡਣ ਦੀ, ਤਾਂ ਉਹੀ ਦੇ ਸਕਦਾ। ਦੇਣ ਲਈ ਵੀ, ਤੁਹਾਨੂੰ ਅੱਗੇ ਵੰਡਣ ਲਈ ਵੀ ਇਹ ਬਹੁਤ ਵੱਡਾ ਜੀਰਾ ਚਾਹੀਦਾ। ਔਰ ਕਿਸੇ ਤੋਂ ਹਾਸਲ ਕਰ ਲੈਣ ਨਾਲੋਂ ਜਦੋਂ ਤੁਸੀਂ ਕਿਸੇ ਨੂੰ ਕੁਛ ਆਪਣੇ ਕੋਲੋਂ ਦਿੰਦੇ ਹੋ ਕਿਰਤ ਕਮਾਈ ਚੋਂ, ਤਾਂ ਇੱਕ ਜਿਹੜਾ ਸਕੂਨ ਮਿਲਦਾ ਅੰਦਰੋਂ, ਖੁਸ਼ੀ ਦਾ ਅਹਿਸਾਸ, ਉਹ ਉਹੀ ਜਾਣ ਸਕਦਾ ਜੀ।
ਬਿਲਕੁਲ ਜੀ, ਜੇ ਅਸੀਂ ਗੱਲ ਕਰੀਏ ਬਰਾੜ ਸਾਹਿਬ, ਸਾਡੀ ਆਪਣੀ ਕਮਿਊਨਿਟੀ ਦੇ ਵਿੱਚ ਇੱਥੇ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਆ ਜਿਨ੍ਹਾਂ ਦੇ ਬੱਚੇ ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਉਹ ਲੜ ਰਹੇ ਹੈਗੇ ਆ। ਬੇਸ਼ੱਕ ਇੱਥੇ ਸਰਕਾਰਾਂ ਫੰਡਿੰਗ ਦਿੰਦੀਆਂ, ਪਰ ਉਹਨਾਂ ਦੀ ਕਿਸੇ ਲਿਮਿਟ ਤੱਕ ਫੰਡਿੰਗ ਹੁੰਦੀ ਆ, ਉਸ ਤੋਂ ਬਾਅਦ ਉਹ ਪਰਿਵਾਰ ਦੀ ਜ਼ਿੰਮੇਵਾਰੀ ਬਣ ਜਾਂਦੇ ਆ। ਸੋ ਇਹੋ ਜਿਹਾ ਕੇਸ ਸਾਡੇ ਸਾਹਮਣੇ ਇੱਕ ਹੋਰ ਆਇਆ, ਛੇਤੀ ਹੀ ਅਸੀਂ ਉਹਦੇ ਬਾਰੇ ਵੀ ਦੱਸਾਂਗੇ। ਉਹ ਵੀ 17 ਸਾਲਾਂ ਦਾ ਨੌਜਵਾਨ ਆ, ਔਰ ਉਸ ਬੱਚੇ ਨੇ ਵੀ ਕਮਿਊਨਿਟੀ ਅੱਗੇ ਪੁਕਾਰ ਕੀਤੀ ਤੇ ਬਹੁਤੀ ਵੱਡੀ ਰਕਮ ਵੀ ਹੈ ਨਹੀਂਗੀ। ਸੋ ਉਹਦੇ ਲਈ ਵੀ ਅਸੀਂ ਅਗਾਂਹ ਜਾ ਕੇ ਗੱਲ ਕਰਾਂਗੇ। ਪਰ ਇੱਕ ਫ੍ਰੈਜ਼ਨੋ ਸ਼ਹਿਰ ਦੇ ਵਿੱਚ ਨੌਜਵਾਨ ਨੇ ਬੱਚਿਆਂ ਦੀ ਜਾਨ ਬਚਾਉਂਦੇ ਨੇ ਆਪਣੀ ਜਾਨ ਗਵਾ ਲਈ ਰਿਵਰ ਦੇ ਵਿੱਚ। ਉਹ ਬੜਾ 29 ਸਾਲਾਂ ਦਾ ਨੌਜਵਾਨ, ਪਰ ਜਵਾਨ, ਦੇਖੋ 2 ਬੱਚੇ ਉਹਨੇ ਬਚਾ ਲਏ, ਤੀਜੇ ਨੂੰ ਜਦੋਂ ਬਚਾਉਣ ਲਈ ਉਹਨੇ ਦੁਬਾਰਾ ਛਾਲ ਮਾਰੀ ਤਾਂ ਉਹ ਜਿਹੜਾ ਭਾਣਾ ਨਹੀਂ ਵਾਪਰਨਾ ਚਾਹੀਦਾ ਸੀ ਵਾਪਰ ਗਿਆ। ਉਹ ਪਰਿਵਾਰ ਹੁਣ ਸੋਗ 'ਚ ਹੈ, ਔਰ ਉਸ ਪਰਿਵਾਰ ਦੇ ਜਿਹਦੇ 2 ਛੋਟੇ ਬੱਚੇ ਬਚਾ ਲਏ ਗਏ, ਉਹ ਕਿਵੇਂ ਉਸ ਪਰਿਵਾਰ ਦਾ ਦੇਣ ਦੇ ਸਕਣਗੇ? ਔਰ ਜਿਹਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ, 2 ਛੋਟੇ ਬੱਚਿਆਂ ਨੂੰ ਬਚਾ ਲਿਆ, ਔਰ ਫਿਰ ਵੀ ਉਹਨੂੰ ਲੱਗਿਆ ਕਿ ਮੈਂ ਤੀਜੇ ਨੂੰ ਵੀ ਬਚਾ ਸਕਦਾ, ਉਹਨੇ ਖਤਰਾ ਮੁੱਲ ਲਿਆ ਤੇ ਉਹ ਆਪਣੀ ਜਾਨ ਗਵਾ ਬੈਠਾ। ਸਾਡੀ ਪਰਿਵਾਰ ਨਾਲ ਹਮਦਰਦੀ ਹੈ ਜੀ, ਡੂੰਘੀ ਸੰਵੇਦਨਾ ਦਾ ਅਸੀਂ ਇਜ਼ਹਾਰ ਕਰਦੇ ਹਾਂ। ਬਿਲਕੁਲ ਜੀ, ਬਹੁਤ ਸਾਰੇ ਫ੍ਰੈਜ਼ਨੋ ਏਰੀਆ ਦੇ ਵਿੱਚ ਉਸ ਨੌਜਵਾਨ ਦੇ ਲਈ ਉਹਦੇ ਪਰਿਵਾਰ ਦੀ ਮਦਦ ਦੇ ਲਈ ਜਿਹੜੀ ਉਹ ਰਾਸ਼ੀ ਇਕੱਠੀ ਕੀਤੀ ਜਾ ਰਹੀ ਆ ਕਿ ਉਹਦੀ ਦੇਹ ਨੂੰ ਵੀ ਪੰਜਾਬ ਭੇਜਿਆ ਜਾ ਸਕੇ। ਸੋ ਜਿੰਨੇ ਵੀ ਸੁਣਦੇ ਹੈਗੇ ਆ ਕੈਲੀਫੋਰਨੀਆ ਦੇ ਵਿੱਚ, ਕਿਉਂਕਿ ਸਾਂਝਾ ਟੀਵੀ ਸਾਰੇ ਅਮਰੀਕਾ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਦੇਖਿਆ ਜਾਂਦਾ। ਸੋ ਇਸ ਨੌਜਵਾਨ ਵੀਰ ਦੀ ਬਹਾਦਰੀ ਨੂੰ ਤਾਂ ਸਲਾਮ ਕਰਦੇ ਆ, ਕਿਉਂਕਿ ਜਿਗਰਾ ਆ। ਕਹਿੰਦੇ ਉਹੀ ਗੱਲ ਆ ਨਾ, ਪੰਜਾਬੀ ਸਿਰ ਢਾਹ ਦਿੰਦੇ ਆ ਜਿੱਥੇ ਵੀ ਮੁਸੀਬਤ ਹੋਵੇ। ਕੁਰਬਾਨੀ ਦੇਣ ਲੱਗੇ ਕਦੀ ਦੂਜੇ ਪਲ ਸੋਚਦੇ ਨਹੀਂ। ਉਹਨੇ ਦੇਖ ਲਓ ਬਗਾਨੇ ਬੱਚਿਆਂ ਦੇ ਲਈ ਇੱਕ ਪਲ ਵੀ ਨਹੀਂ ਸੋਚਿਆ, ਤੇ ਸਾਡੇ ਤੇ ਗੁਰੂ ਨੇ ਆਪਣਾ ਸਰਬੰਸ ਬਾਰ ਦਿੱਤਾ ਸੀ, ਆਪਣਾ ਸਰਬੰਸ ਬਾਰ ਦਿੱਤਾ ਸੀ, ਤੇ ਇਹਨੇ ਉਹਨਾਂ ਬੱਚਿਆਂ ਲਈ ਆਪਣੀ ਜਾਨ ਦਿੱਤੀ ਹੈ। ਤੇ ਹੁਣ ਇਸ ਪਰਿਵਾਰ ਦੀ, ਇਸ ਨੌਜਵਾਨ ਦੇ ਪਰਿਵਾਰ ਦੀ ਮਦਦ ਕਰਨਾ ਸਾਡਾ ਫਰਜ਼ ਹੈ। ਸੋ ਅਸੀਂ ਜ਼ਰੂਰ ਇਹਨਾਂ ਦੇ ਪਰਿਵਾਰ ਤੱਕ ਜਿੰਨਾ ਵੀ ਕਰ ਸਕਦੇ ਆ, ਪੁੱਤ ਤਾਂ ਨਹੀਂ ਉਹਨਾਂ ਦਾ ਵਾਪਸ ਹੋਣਾ, ਪਰ ਹੈਲਪ ਤਾਂ ਕਰ ਸਕਦੇ। ਸ਼ਾਨਾ ਮੱਤਾ ਇਤਿਹਾਸ ਜਿਹੜਾ ਸਾਨੂੰ ਪ੍ਰੇਰਨਾ ਦਿੰਦਾ ਜੀ, ਉਸ ਨੌਜਵਾਨ ਨੇ ਵੀ ਉਹ ਇਤਿਹਾਸ ਪੜ੍ਹਿਆ ਸੁਣਿਆ ਹੋਏਗਾ ਕਿ ਜਿੱਥੇ ਵੀ ਕਿਤੇ ਦੁਖੀ ਆ ਉਹਦੀ ਮਦਦ ਲਈ ਅੱਗੇ ਆਉਣਾ ਹੈ। ਔਰ ਜਾਨ ਬਚਾਉਣੀ ਤਾਂ ਵੈਸੇ ਹੀ ਮਨੁੱਖ ਦਾ ਫਰਜ਼ ਹੈ। ਅੱਖਾਂ ਸਾਹਮਣੇ ਅਸੀਂ ਕਿਵੇਂ ਅਣਗੌਲਿਆ ਕਰ ਸਕਦੇ ਹਾਂ ਕਿ ਨੰਨੀਆਂ ਜਿੰਦਾਂ ਕੋਈ ਛੋਟੇ ਬੱਚੇ ਡੁੱਬ ਰਹੇ ਹੋਣ ਤੇ ਅਸੀਂ ਮੂਕ ਦਰਸ਼ਕ ਬਣ ਕੇ ਦੇਖਦੇ ਰਹੀਏ ਜਾਂ ਵੀਡੀਓ ਤੇ ਫਿਲਮ ਬਣਾਉਣ ਲੱਗ ਪਈਏ। ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵੀ ਆਉਂਦੀਆਂ ਨੇ, ਪਰ ਇਹ ਫਿਰ ਉਹਨਾਂ ਦਾ ਜ਼ਿਕਰ ਨਹੀਂ ਹੁੰਦਾ। ਇਹ ਨੌਜਵਾਨ ਦਾ ਜ਼ਿਕਰ ਤਾਂ ਹੋ ਰਿਹਾ ਕਿ ਉਹਨੇ ਜਾਨ ਬਚਾ ਲਈ 2 ਜਣਿਆਂ ਦੀ ਤੇ ਆਪਣੀ ਜਾਨ ਦੀ ਬਾਜੀ ਲਗਾ ਦਿੱਤੀ ਜੀ। ਤੇ ਜਦੋਂ ਅਸੀਂ ਚੈਰਿਟੀ ਦੀ ਬਰਾੜ ਸਾਹਿਬ ਗੱਲ ਕਰਦੇ ਹਾਂ, ਸਾਡੇ ਆਪਣੇ ਸ਼ਹਿਰ ਦੇ ਵਿੱਚ, ਸਾਡੇ ਆਪਣੇ ਕੈਨੇਡਾ 'ਚ ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰੀਆਂ ਚੈਰਿਟੀਜ਼ ਆ, ਬਹੁਤ ਕੁਛ ਹੁੰਦਾ ਆ। ਘਪਲੇ ਇੱਥੇ ਵੀ ਹੁੰਦੇ ਆ, ਪਰ ਕਿਤੇ ਨਾ ਕਿਤੇ ਦੱਬੇ ਰਹਿ ਜਾਂਦੇ ਆ, ਕਈਆਂ ਦੇ ਸਾਹਮਣੇ ਆ ਜਾਂਦੇ ਆ ਤੇ ਕਈਆਂ ਦੇ ਪਰਦੇ ਢਕੇ ਦੇ ਢਕੇ ਰਹਿ ਜਾਂਦੇ ਆ। ਸੋ ਮੈਂ ਚਾਹੂੰਗੀ ਕਿ ਕਿਸੇ ਦਿਨ ਇਹਦੇ ਤੇ ਪੂਰਾ ਇੱਕ ਟੌਪਿਕ ਕੀਤਾ ਜਾਵੇ। ਆਪਾਂ ਥੋੜਾ ਜਿਹਾ ਆਪ 'ਚ ਦੱਸ ਹੀ ਦਈਏ ਜੀ, ਤੁਸੀਂ ਕਿਹਾ ਵੀ ਆਪਣੇ ਸ਼ਹਿਰ 'ਚ ਬਹੁਤ ਨੇ। ਕੈਨੇਡਾ ਦੇ ਵਿੱਚ 86,000 ਤੋਂ ਵਧੇਰੇ ਚੈਰਿਟੀਆਂ ਕੰਮ ਕਰ ਰਹੀਆਂ ਨੇ। 86,000 CRA ਨਾਲ ਜਿਹੜੀਆਂ ਰਜਿਸਟਰਡ ਨੇ। ਕੈਨੇਡਾ ਰੈਵਨਿਊ ਏਜੰਸੀ ਦੇ ਨਾਲ ਜਿਹੜੀਆਂ ਰਜਿਸਟਰਡ ਚੈਰਿਟੀ ਸੰਸਥਾਵਾਂ ਨੇ, ਉਹਨਾਂ ਦੀ ਗਿਣਤੀ 86,000 ਤੋਂ ਵੀ ਜ਼ਿਆਦਾ ਹੈ। ਤੇ ਜਿਹੜੀਆਂ ਨਹੀਂ ਰਜਿਸਟਰਡ ਉਹਨਾਂ ਦੀ ਕੋਈ ਗਿਣਤੀ ਨਹੀਂ, ਗਿਣਤੀ ਕੋਈ ਨਹੀਂ, ਪਤਾ ਨਹੀਂ ਕਿੱਥੋਂ ਕਿਵੇਂ ਅੰਦਰ ਉਹ ਕੰਮ ਕਰ ਰਹੀਆਂ ਨੇ। ਔਰ ਉਹਨਾਂ ਦੇ ਵਿੱਚੋਂ ਜਿਹਦੇ ਕਈਆਂ ਦੀ ਮੈਂ ਫਰੋਲਾਫਾਲੀ ਕੀਤੀ, ਜਿਹੜੀ ਐਵਰੇਜ ਨਿਕਲਦੀ ਆ ਨਾ, ਜੇ ਆਪਾਂ ਕਹਿੰਦੇ ਨਾ ਕਿ ਭੱਠੀ ਵਾਲੀ ਦਾਣੇ ਭੁੰਨਣ ਲਈ ਚੌਂਕ ਕੱਢਦੀ ਆ, ਜਿਹੜੇ ਭੱਠੀ ਤੋਂ ਦਾਣੇ ਬਣਾਉਣ ਗਏ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ ਕਿ ਚੌਂਕ ਕੀ ਹੁੰਦੀ ਹੈ, ਤੇ ਉਹ ਹਿੱਸਾ ਕੱਢ ਲੈਂਦੀ ਆ ਆਪਦਾ ਦਾਣਿਆਂ ਦੇ ਵਿੱਚੋਂ, ਤੇ ਫਿਰ ਬਾਕੀ ਦਾਣੇ ਭੁੰਨ ਕੇ ਵਾਪਸ ਕਰਦੀ ਹੈ। ਇਹ ਚੈਰਿਟੀਆਂ ਵਾਲੇ ਵੀ ਨੇ ਜਿਹੜੇ ਕੈਨੇਡਾ 'ਚ, ਅਸੀਂ ਕਿਉਂਕਿ ਕੈਨੇਡਾ 'ਚ ਰਹਿੰਦੇ ਆ, ਕੈਨੇਡੀਅਨ ਲੋਕ ਜਿੱਥੇ ਦਾਨ ਪੁੰਨ ਕਰਦੇ ਨੇ ਉਹਨਾਂ ਨੂੰ ਆਪਾਂ ਫਰੋਲ ਕੇ ਦੇਖਿਆ, ਤੇ ਇਹ ਵੀ ਬੜੀ ਵੱਡੀ ਚੁੰਗ ਕੱਢਦੇ ਨੇ। ਐਵਰੇਜ ਬਲਜਿੰਦਰ ਕੌਰ ਜੀ ਜਿਹੜੀ ਇਹਨਾਂ ਦੀ ਚੁੰਗ ਨਿਕਲਦੀ ਹੈ ਨਾ, ਜਾਂ ਆਪਾਂ ਹਿੱਸਾ ਕਹਿ ਦਈਏ, ਉਹ 20 ਤੋਂ 22% ਹੈ। 20 ਤੋਂ 22%? ਬਿਲਕੁਲ। ਔਰ ਤੁਸੀਂ ਜਿਹੜੇ ਇਹਨਾਂ ਦੇ ਪ੍ਰਸ਼ਾਸਨਿਕ ਖਰਚੇ, ਜਿਨ੍ਹਾਂ ਨੂੰ ਇਹਨਾਂ ਨੇ ਨਾਂ ਦਿੱਤਾ ਕਿ ਸਾਡੇ ਇਹ ਪ੍ਰਸ਼ਾਸਨਿਕ ਖਰਚੇ ਨੇ, 20 ਤੋਂ ਲੈ ਕੇ 22% ਦੇ ਵਿੱਚ ਇਹ ਕੱਢਦੇ ਨੇ। ਮੰਨ ਲਓ ਤੁਸੀਂ $1,00,000 ਕੁਝ ਘੰਟਿਆਂ 'ਚ ਕਿਸੇ ਵੱਡੀ ਚੈਰਿਟੀ ਨੂੰ ਇਕੱਠਾ ਕਰਕੇ ਦੇਤਾ, ਤਾਂ ਜਿਸ ਕਾਜ਼ ਲਈ ਦਿੱਤਾ ਨਾ, ਉੱਥੇ ਹੋ ਸਕਦਾ $1,00,000 ਚੋਂ 80,000 ਵੀ ਨਾ ਪੜੇ। ਸੋ ਇਸੇ ਕਰਕੇ ਤੁਸੀਂ ਸ਼ੁਰੂ 'ਚ ਕਿਹਾ ਕਿ ਆਪਣੇ ਹੱਥੀਂ ਦਾਨ ਪੁੰਨ ਸਿੱਧਾ ਕਰੋ, ਜਿਹਨੂੰ ਤੁਸੀਂ ਜਿੱਥੇ ਜਾਣਦੇ ਹੋ, ਜਿੱਥੇ ਤੁਹਾਡਾ ਭਰੋਸਾ ਬਣਿਆ ਹੋਇਆ। ਇਹ ਜਿਹੜੀਆਂ ਵੈਬਸਾਈਟਾਂ ਚਮਕਾ ਕੇ ਸ਼ਿੰਗਾਰ ਕੇ ਤੁਹਾਨੂੰ ਬੜਾ ਕੁਛ ਇਹੋ ਜਿਹਾ ਦਿਖਾਉਂਦੇ ਨੇ, ਤੁਸੀਂ ਪਸੀਹ ਜਾਂਦੇ ਹੋ, ਇਹੋ ਜਿਹੀ ਸ਼ਬਦਾਵਲੀ ਲਿਖ ਦਿੰਦੇ ਨੇ, ਤੁਹਾਨੂੰ ਪੁਚਲਾ ਲੈਂਦੇ ਨੇ। ਪਰ ਇਹ ਹੈਰਾਨੀ ਹੋਏਗੀ ਕਿ ਇੱਕ ਪਾਸੇ ਇਹ ਚੈਰਿਟੀ ਸੰਸਥਾਵਾਂ ਨੇ, ਤੇ ਇਹਨਾਂ ਦੇ ਜਿਹੜੇ ਐਗਜ਼ੈਕਟਿਵ ਅਫਸਰ ਨੇ, ਜਿਹੜੇ ਬੋਰਡ ਦੇ ਡਾਇਰੈਕਟਰ ਨੇ, ਉਹਨਾਂ ਦੀ ਤਨਖਾਹ ਪਤਾ ਕਿੰਨੀ ਕੁ ਹੋਏਗੀ? ਅੰਦਾਜ਼ਾ ਲਗਾ ਕੇ ਦੇਖੋ ਵੀ ਕਿੰਨੀ ਕੁ ਤਨਖਾਹ ਉਹ ਲੈਂਦੇ ਹੋਣਗੇ। $2.5 ਲੱਖ ਸਾਲ ਦਾ ਪੈਕੇਜ ਮਿਲਦਾ ਉਹਨਾਂ ਨੂੰ। ਐਵਰੇਜ ਸੈਲਰੀ ਜਿਹੜੀ ਚੈਰਿਟੀਆਂ 'ਚ ਕੰਮ ਕਰਨ ਵਾਲੇ ਲੋਕਾਂ ਦੀ 80,000 ਤੋਂ ਸ਼ੁਰੂ ਹੁੰਦੀ ਹੈ। ਉਹ ਜਿਹੜਾ $2.5-3 ਲੱਖ ਲੈਂਦਾ, 6 ਜਣਿਆਂ ਦਾ ਹੱਕ ਮਾਰ ਰਿਹਾ ਉਹ।
ਕਿੱਡੇ ਕੁ ਅੰਬਰੋਂ ਤਾੜੇ ਤੋੜ ਰਹੇ ਆ, ਪੈਸੇ ਇਕੱਠੇ ਕਰਾਉਣੇ ਲੋਕਾਂ ਤੋਂ, ਤੁਸੀਂ ਹੁੱਕਾ ਦੇਣਾ, ਮੀਡੀਆ ਰਾਹੀਂ ਗੱਲ ਪਹੁੰਚਾਉਣੀ ਹੈ। ਕੋਈ ਇਹ ਤਾਂ ਨਹੀਂ ਕੋਈ ਕਈ ਮਾਰ ਕੇ ਕਮਾ ਰਹੇ ਨੇ, ਇੰਨਾ ਔਖਾ ਕੰਮ ਕਰ ਰਹੇ ਨੇ ਕਿ ਉਹਨਾਂ ਨੂੰ 3.5 ਲੱਖ ਤੱਕ ਵੀ ਜਿਹੜੇ ਅਪੜੇ ਹੋਏ ਨੇ। ਔਰ ਬਈ ਨਾਮਵਾਰ ਜਿਹੜੀਆਂ ਕਹਿੰਦੀਆਂ ਕਹਾਉਂਦੀਆਂ ਜਿਨ੍ਹਾਂ ਤੇ ਬੜਾ ਭਰੋਸਾ ਅਸੀਂ ਦੁਨੀਆ ਭਰ 'ਚ ਸੁਣਦੇ ਹਾਂ ਕਿ ਇਹ ਤਾਂ ਜੀ ਰੈੱਡ ਕਰਾਸ ਹੈ। ਹੁਣ ਰੈੱਡ ਕਰਾਸ ਦਾ ਨਾਂ ਦੁਨੀਆ ਭਰ 'ਚ ਜਾਣਿਆ ਜਾਂਦਾ ਨਾ, ਹੈਂਡੀ ਡੂਨੈਂਟ ਨੂੰ ਤਾਂ ਲੋਕ ਜਾਣਦੇ ਨੇ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਅਸਲ ਜਿਹੜਾ ਬਾਨੀ ਹੈ ਨਾ ਰੈੱਡ ਕਰਾਸ ਦਾ, ਉਹ ਹੈਂਡੀ ਡੂਨੈਂਟ ਨਹੀਂ ਹੈ, ਭਾਈ ਕਨ੍ਹਈਆ ਹੈ। ਹੈਂਡੀ ਡੂਨੈਂਟ ਤਾਂ 64 ਸਾਲ ਪਿੱਛੋਂ ਹੋਇਆ ਭਾਈ ਕਨ੍ਹਈਆ ਤੋਂ। ਸਾਡੇ ਗੁਰੂਦੇਵ ਜੀ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਜ਼ਖਮੀਆਂ ਨੂੰ ਪਾਣੀ ਪਿਲਾਉਂਦੇ ਫਿਰਦੇ ਨੇ, ਕਿਸੇ ਨੇ ਸ਼ਿਕਾਇਤ ਕਰਤੀ ਸਿੱਖਾਂ ਨੇ ਕਿ ਅਸੀਂ ਤਾਂ ਵੱਢ ਟੁੱਕ ਕਰਦੇ ਹਾਂ, ਜ਼ੁਲਮ ਦੇ ਖਿਲਾਫ ਲੜਦੇ ਹਾਂ ਤੇ ਇਹ ਵੈਰੀਆਂ ਨੂੰ ਵੀ ਪਾਣੀ ਪਿਲਾਉਂਦਾ ਫਿਰਦਾ, ਤੇ ਗੁਰੂ ਜੀ ਨੇ ਆਪਣੇ ਕਮਰ ਕਸੇ ਚੋਂ ਖੋਲ ਕੇ ਇੱਕ ਮਲਮ ਦੀ ਡੱਬੀ ਵੀ ਦੇਤੀ ਸੀ ਕਿ ਭਾਈ ਕਨ੍ਹਈਆ ਤੂੰ ਅਸਲ ਗੁਰੂ ਦਾ ਸਿੱਖ ਹੈ, ਤੂੰ ਸੇਵਾ ਕਰ, ਤੂੰ ਕੱਲਾ ਪਾਣੀ ਨਾ ਪਿਆਇਆ ਕਰ, ਹੁਣ ਆ ਮਲਮ ਹੀ ਲਾਇਆ ਕਰ ਫੱਟਾਂ ਤੇ। ਉਹ ਅਸਲ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਜੰਗ ਦੇ ਵਿੱਚ ਉਹਨੇ ਸਭ ਤੋਂ ਪਹਿਲਾਂ ਜ਼ਖਮੀਆਂ ਦੀ ਮਲਮ ਪੱਟੀ ਕਰਨ ਦਾ ਜਿਹੜਾ ਕੰਮ ਸ਼ੁਰੂ ਕੀਤਾ ਸੀ। ਅਸਲ ਵਾਰਸ ਸਾਡਾ ਭਾਈ ਕਨ੍ਹਈਆ ਰੈੱਡ ਕਰਾਸ ਦਾ। ਹੁਣ ਦਾਅਵੇ ਜੋ ਮਰਜ਼ੀ ਦੁਨੀਆ ਭਰ 'ਚ ਕੋਈ ਕਰਦਾ ਫਿਰੇ। ਬਿਲਕੁਲ ਜੀ, ਬੜਾ ਸਹੀ ਕਿਹਾ ਤੁਸੀਂ। ਵਾਕਿਆ ਹੀ ਜਿਹੜੇ ਕਈ ਬਹੁਤ ਸ਼ਿੰਗਾਰ ਕੇ ਤੁਸੀਂ ਦੱਸਿਆ ਕਿ ਲਿਪ ਪੋਚ ਕੇ ਪੇਜ ਬਣਾਏ ਜਾਂਦੇ ਆ, ਉਹਨਾਂ ਤੇ ਕਿਸੇ ਇੱਕ ਗਰੀਬ ਦੀ ਫੋਟੋ ਪਾ ਦਿੱਤੀ ਜਾਂਦੀ ਆ ਤੇ ਸਾਡੇ ਵਰਗੇ ਫਟਾਫਟ ਭਾਵਕ ਹੋ ਕੇ ਡਾਲਰਾਂ ਦਾ ਢੇਰ ਲਾ ਦਿੰਦੇ ਆ, ਤੇ ਪਰ ਕਦੇ ਅਸੀਂ ਹਿਸਾਬ ਨਹੀਂ ਮੰਗਿਆ ਕਿ ਇਹ ਡਾਲਰ ਲੱਗੇ ਕਿੱਥੇ ਆ। ਔਰ ਇੱਕ ਗੱਲ ਇਹ ਜਿਹੜੀ ਦੇਖਣੀ ਬਣਦੀ ਆ ਜੀ, ਕੈਨੇਡਾ ਦਾ ਇੱਕ ਜਿਹੜਾ ਨਾ ਚੈਰਿਟੀਆਂ ਦਾ ਇੱਕ ਸਿਧਾਂਤ ਹੁੰਦਾ ਦਾਨ ਦਾ ਵੀ, ਜਿਹੜੇ ਬੰਦੇ ਨੇ ਦਾਨ ਦਿੱਤਾ ਹੈ ਵੀ ਘੱਟੋ ਘੱਟ ਉਹਦੇ ਜਿਉਂਦੇ ਜੀ ਤਾਂ ਉਹ ਦਾਨ ਲੇਖੇ ਲੱਗ ਜੇ ਨਾ ਜੀ। ਔਰ ਇੱਥੇ ਇਹ ਵੀ ਨਹੀਂ ਹੋ ਰਿਹਾ। ਬੰਦੇ ਧਨ ਇਕੱਠਾ ਕਰੀ ਬੈਠੇ ਨੇ ਚੈਰਿਟੀਆਂ ਵਾਲੇ, ਬਹੁਤ ਸਾਰੇ ਸੱਪ ਜਿਵੇਂ ਧਨ ਦੇ ਉੱਪਰ ਕੁੰਡਲ ਮਾਰ ਕੇ ਨਹੀਂ ਬੈਠਾ ਹੁੰਦਾ, ਐਂ ਕੁੰਡਲ ਮਾਰੀ ਬੈਠੇ ਨੇ, ਨੱਪੀ ਬੈਠੇ ਨੇ ਉਹ ਪੈਸਾ। ਇੱਥੇ ਸਰੀ 'ਚ ਇਹ ਕੁਛ ਵਾਪਰਿਆ। ਮੇਅਰ ਨੇ ਜਿਹੜੀ ਇੱਕ ਇਸ ਤਰ੍ਹਾਂ ਦੀ ਇੱਕ ਹੋਮਲੈਸਨੈਸ ਬਾਰੇ ਬਣੀ ਸੀ ਕਮੇਟੀ, ਉਹ ਭੰਗ ਕਰਤੀ। ਹੁਣ ਉਹਦਾ ਇੱਥੇ ਲੋਕ ਸੜਕਾਂ ਤੇ ਸੌਂਦੇ ਨੇ ਬੇਘਰ, ਤੇ ਬੇਘਰ ਲੋਕਾਂ ਲਈ ਜਿਹੜੀ ਸੁਸਾਇਟੀ ਬਣੀ ਹੋਈ ਸੀ ਉਹਦੇ ਖਾਤਿਆਂ 'ਚ ਲੱਖਾਂ ਡਾਲਰ ਪਏ ਨੇ। ਤੇ ਐਵੇਂ ਹੋਰ ਸਾਰੀਆਂ ਜਿਹੜੀਆਂ ਨੇ ਉਹਨਾਂ ਕੋਲ ਸਿਰਫ ਕੁਝ ਮਹੀਨਿਆਂ ਦਾ ਹੀ ਜਿਹੜਾ ਖਰਚਾ ਚੱਲਣ ਜੋਗਰੇ ਪੈਸੇ ਜਮ੍ਹਾਂ ਹੋਣੇ ਚਾਹੀਦੇ ਨੇ। ਇਹ ਨਹੀਂ ਕਿ 3-3 ਸਾਲ ਦਾ ਆਪਣਾ ਉਹ ਰੇਨੀ ਡੇਲੀ ਸਾਂਭ ਕੇ ਰੱਖਣ। 3 ਸਾਲ ਲਈ ਤਾਂ ਕਿਸੇ ਪਰਿਵਾਰ ਕੋਲ ਨਾ ਹੋ ਸਕਦਾ ਹੋਵੇ ਵੀ ਇੰਨਾ ਪੈਸਾ ਹੋਵੇ ਇਕੱਠਾ ਕੀਤਾ। ਇਹ ਪੈਸੇ ਖਰਚਣ ਲਈ ਹੁੰਦੇ ਨੇ, ਲਾਉਣ ਲਈ ਹੁੰਦੇ ਨੇ, ਨਾ ਕਿ ਸਾਂਭ ਕੇ ਰੱਖਣ ਲਈ ਤੇ ਸ਼ੇਅਰ ਮਾਰਕੀਟ 'ਚ ਲਾਉਣ ਲਈ, ਤੈਨੂੰ ਪੈਸੇ ਵਿਆਜ ਖਾਣ ਲਈ ਹੁੰਦੇ ਨੇ। ਦਾਨੀਆਂ ਦੇ ਪੈਸੇ ਆ ਕਿਹੜਾ ਆਪ ਇਹਨਾਂ ਨੇ ਕਈ ਮਾਰ ਕੇ ਕਮਾਏ ਆ, ਉਹ ਦਾਨ ਦੇ ਪੈਸੇ ਰੱਖਣੇ ਨਹੀਂ ਚਾਹੀਦੇ, ਵੰਡਣੇ ਚਾਹੀਦੇ, ਲੇਖੇ ਲੱਗਣੇ ਚਾਹੀਦੇ ਆ। ਔਰ ਦਾਨ ਦੇਣ ਵਾਲੇ ਨੂੰ ਤਾਂ ਹੀ ਸੁੱਖ ਦਾ ਅਹਿਸਾਸ ਹੋਊਗਾ ਕਿ ਉਹਨੇ ਚੰਗੇ ਕੰਮ ਲਈ ਪੈਸੇ ਦਿੱਤੇ ਸੀਗੇ ਤੇ ਉਹ ਲੇਖੇ ਲੱਗ ਗਏ ਨੇ ਜੀ। ਬਿਲਕੁਲ ਜੀ, ਕਈ ਵਾਰੀ ਅਸੀਂ ਕੰਮਾਂ ਕਾਰਾਂ ਦੇ ਰੁਝੇਵਿਆਂ 'ਚ ਬਿਜ਼ੀ ਹੁੰਨੇ ਆ, ਅਸੀਂ ਆਪ ਆ ਕੇ ਦਾਨ ਨਹੀਂ ਦਿੰਦੇ, ਅਸੀਂ ਜਾਂ ਜਿਹਨੂੰ ਲੋੜ ਹੁੰਦੀ ਉਹਦੇ ਤੱਕ ਆਪ ਪਹੁੰਚਦਾ ਨਹੀਂ ਕਰਦੇ, ਤੇ ਅਸੀਂ ਸਿਰਫ ਕਿਸੇ ਮਾਧਿਅਮ ਦੇ ਰਾਹੀਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਦਾਨ ਕਰਨ ਲੱਗੇ ਹਮੇਸ਼ਾ ਅੱਖਾਂ ਖੋਲ ਕੇ ਰੱਖਿਆ ਕਰੋ, ਦੇਖਿਆ ਕਰੋ ਕਿ ਤੁਹਾਡਾ ਦਾਨ ਵਾਕਿਆ ਹੀ ਉੱਥੇ ਲੱਗਾ ਜਿੱਥੇ ਤੁਸੀਂ ਲਾਉਣਾ ਚਾਹੁੰਦੇ ਹੋ, ਕਿ ਇਹ ਕਿਸੇ ਹੋਰ ਦੀ ਜੇਬ 'ਚ ਜਾ ਰਿਹਾ ਤੇ ਤੁਹਾਡੇ ਦਾਨ ਤੇ ਕਿਸੇ ਹੋਰ ਦੀ ਐਸ਼ ਪ੍ਰਸਤੀ ਹੋ ਰਹੀ ਆ। ਸੋ ਇਹਨਾਂ ਗੱਲਾਂ ਦਾ ਖਿਆਲ ਰੱਖੋ। ਚੰਗੇ ਕੰਮ ਲੋਕੀ ਬਹੁਤ ਕਰਦੇ ਨੇ, ਜੇ ਚੰਗੇ ਲੋਕ ਨਾ ਦੁਨੀਆ ਤੇ ਹੋਣ ਤੇ ਦੁਨੀਆ ਦਾ ਤਾਂ ਪਤਾ ਨਹੀਂ ਨਕਸ਼ਾ ਕਿਹੋ ਜਿਹਾ ਹੋਵੇਗਾ। ਸੋ ਚੰਗੇ ਕੰਮਾਂ ਲਈ ਲੋਕੀ ਅੱਗੇ ਵੱਧ ਕੇ ਆਉਂਦੇ ਆ, ਪਰ ਅਸੀਂ ਆਪਣਾ ਦਸਵੰਧ ਆਪਣੇ ਹੱਥੀਂ ਉਹਨਾਂ ਲੋਕਾਂ ਤੱਕ ਪਹੁੰਚਦਾ ਕਰੀਏ ਜਿਨ੍ਹਾਂ ਨੂੰ ਵਾਕਿਆ ਹੀ ਲੋੜ ਆ। ਸੋ ਹੁਣ ਰੁਕਦੇ ਆ ਛੋਟੀ ਜਿਹੀ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ ਤੇ ਵੀ ਚੈਰਿਟੀ ਦੀ ਵੀ ਗੱਲ ਕਰਾਂਗੇ। ਸੋ ਕੈਨੇਡਾ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ ਹੈਗਾ, ਪਰ ਰੁਕਦੇ ਆ ਛੋਟੀ ਜਿਹੀ ਬ੍ਰੇਕ ਲਈ। ਦੇਖਦੇ ਰਹੋ ਸਾਂਝਾ ਟੀਵੀ। ब्रेक तो बाद मुड़ तो स्वागत है खबरसार बिहाइंड द न्यूज़। मेरा थोड़े नाल साथ सोमवार तो लैके शुक्रवार तक हुंदा है। सोमवार ते वीरवार साडा साथ देण लई गुरबाज सिंह बराड़ साडे स्टूडियो च आउंदे ने, बहुत ही वधिया इन्फॉर्मेशन साडे नाल साझी करदे ने। खबरां दे उत्ते गलबात डिटेल दे विच हुंदी आ। सो बराड़ साहब गलबात असीं कर रहे सी चैरिटी दी। सो साडे अपने शहर दे विच बहुत सारियां चैरिटीज़ हैगियां जिहड़ियां चंगे काम करदियां आ। कई भैणां ने चलाईयां हैगियां चैरिटीज़ बड़े वधिया। ਉਹ ਘਰਾਂ ਦੇ ਵਿੱਚ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ, ਬੱਚਿਆਂ ਨੂੰ ਬਾਣੀ ਨਾਲ ਜੋੜਦੀਆਂ ਜਾਂ ਪੈਸੇ ਇਕੱਠੇ ਕਰਦੀਆਂ, ਫਿਰ ਗਾਂ ਕਿਸੇ ਚੈਰਿਟੀ ਨੂੰ ਦਿੰਦੀਆਂ। ਸੋ ਹਰ ਕੋਈ ਆਪਣੇ ਲੈਵਲ ਤੇ ਕਰ ਰਿਹਾ, ਪਰ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਆਪਾਂ ਹਰ ਇੱਕ ਨੂੰ ਮਾੜਾ ਨਹੀਂ ਕਹਿ ਸਕਦੇ। ਸੋ ਕਾਫੀ ਇਹੋ ਜਿਹੇ ਲੋਕ ਹੈਗੇ ਆ ਕਿ ਜਿਹੜੇ ਮਾੜਾ ਵੀ ਕਰਦੇ ਹੈਗੇ ਆ, ਜਿਹੜੇ ਫਾਇਦਾ ਚੁੱਕਦੇ ਆ ਨਾ ਚੈਰਿਟੀਜ਼ ਦਾ। ਪਰ ਬਹੁਤੇ ਲੋਕ ਇਹੋ ਜਿਹੇ ਵੀ ਹੈਗੇ ਆ ਜਿਹੜੇ ਪੂਰੇ ਦਾ ਪੂਰਾ ਦਸਵੰਧ ਜਿੰਨਾ ਆਉਂਦਾ ਅੱਗੇ ਵੀ ਦਿੰਦੇ ਆ, ਤੇ ਪਲੱਸ ਉਹ ਵਿੱਚੋਂ ਆਪਣਾ ਕੋਈ ਬੈਨੀਫਿਟ ਵੀ ਨਹੀਂ ਦੇਖਦੇ, ਸਿਰਫ ਵੋਲੰਟੀਅਰ ਹੀ ਕਰਦੇ ਆ। ਕਹਿੰਦੇ ਚੰਗੇ ਬੰਦਿਆਂ ਦੇ ਸਿਰ ਤੇ ਇਹ ਦੁਨੀਆ ਖੜੀ ਆ ਜੀ। ਸਾਰਾ ਸਿਸਟਮ
ਗੂਗਲ ਹੋ ਜੇ ਬੰਦੇ ਸਾਰੇ ਹੀ ਇਸ ਤਰ੍ਹਾਂ ਦੇ ਆ ਜਾਣ ਤੇ ਉਹ ਚੰਗਿਆਂ ਦੇ ਕਰਕੇ ਹੀ ਦੁਨੀਆ ਚੱਲ ਰਹੀ ਹੈ। ਹੁਣ ਜੇ ਤੁਸੀਂ ਭੈਣਾਂ ਦੀ ਗੱਲ ਕੀਤੀ ਹੈ, ਬਿਲਕੁਲ ਬਹੁਤ ਸਾਰੇ ਆਪਾਂ ਜਾਣਦੇ ਹਾਂ, ਇੱਥੇ ਅੱਖੀਂ ਦੇਖਿਆ ਸਾਰਾ ਕੁਝ, ਉਹਨਾਂ ਦਾ ਸਮੇਂ-ਸਮੇਂ ਤੇ ਜ਼ਿਕਰ ਵੀ ਕਰਦੇ ਰਹਿੰਦੇ ਆ ਵੀ ਚੰਗਾ ਕੰਮ ਕਰ ਰਹੀਆਂ ਨੇ, ਨਿਰਸਵਾਰਥ ਕੰਮ ਕਰ ਰਹੇ ਨੇ, ਹਨਾ। ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ, ਪਰ ਵੱਡੀਆਂ ਸੰਸਥਾਵਾਂ ਜਿਹੜੀਆਂ ਹੁਣ ਆਪਾਂ ਕਹੀਏ ਕਿ ਸਰਕਾਰਾਂ ਦੇ ਕੰਮ ਹੁੰਦੇ ਨੇ, 20 ਚੈਰਿਟੀ ਦਾ ਜ਼ਿਕਰ ਪਿਛਲੇ ਕਈ ਹਫ਼ਤਿਆਂ ਤੋਂ ਛਿੜਿਆ ਹੋਇਆ। 20 ਚੈਰਿਟੀ ਦੇ ਘਪਲੇ ਨੇ ਤਾਂ ਸਰਕਾਰ ਹਿਲਾ ਕੇ ਰੱਖ ਦਿੱਤੀ ਹੈ। ਪ੍ਰਧਾਨ ਮੰਤਰੀ ਤੱਕ ਨੂੰ ਸਦਨ ਦੀ ਫਾਈਨਾਂਸ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਪਿਆ। ਉਹਨਾਂ ਦੇ ਨਾਲ ਪਿਛਲੇ ਹਫ਼ਤੇ ਉਹਨਾਂ ਦੇ ਚੀਫ ਆਫ ਸਟਾਫ ਨੇ ਵੀ ਆਪਣਾ ਪੱਖ ਰੱਖਿਆ ਸੀ, ਟੈਲਫੋਰਡ ਨੇ। ਹੁਣ ਅੱਜ ਜਿਹੜੀ ਇੱਕ ਹੋਰ ਖਬਰ ਸਾਹਮਣੇ ਆ ਗਈ ਹੈ, ਉਹਨਾਂ ਦੀ ਜਿਹੜੀ ਚੀਫ ਆਫ ਸਟਾਫ ਸੀਗੀ ਜੀ, ਉਹਦੇ ਪਤੀ ਇੱਕ ਕਿਸੇ ਹੋਰ ਚੈਰਿਟੀ ਦੇ ਨਾਲ, ਆਰਗੇਨਾਈਜੇਸ਼ਨ ਦੇ ਨਾਲ, ਉਹਦੇ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਨੇ। ਉਸ ਚੈਰਿਟੀ ਨੂੰ ਪੈਸਾ ਵੰਡਣ ਲਈ ਦਿੱਤਾ ਗਿਆ ਸੀ $84 ਮਿਲੀਅਨ ਜੀ, ਕਿ ਤੁਸੀਂ ਇਹ ਜਿਹੜੀ ਕੈਨੇਡਾ ਸਰਕਾਰ ਨੇ ਵੱਖ-ਵੱਖ ਸਕੀਮਾਂ ਸ਼ੁਰੂ ਕੀਤੀਆਂ ਨੇ, ਆਪਾਂ ਸਰਬ ਨੂੰ ਜਾਣਦੇ ਹਾਂ, ਹੋਰ ਜਿਹੜੇ ਆਪਣੇ ਬੇਰੁਜ਼ਗਾਰਾਂ ਨੂੰ ਮਿਲਣ ਵਾਲੇ ਭੱਤੇ ਨੇ, ਜਾਂ ਜਿਹੜੇ ਆਪਾਂ ਨੂੰ ਜਿਹੜੇ ਲੋਨ ਮਿਲਦੇ ਨੇ 40-40 ਹਜ਼ਾਰ ਦੇ ਬਿਜ਼ਨਸਮੈਨਾਂ ਨੂੰ, ਇੱਕ ਜਿਹੜਾ ਕੈਨੇਡਾ ਸਰਕਾਰ ਨੇ ਸ਼ੁਰੂ ਕੀਤਾ ਸੀ ਰੈਂਟ ਅਸਿਸਟੈਂਸ ਪ੍ਰੋਗਰਾਮ, ਉਹ ਵੰਡਣਾ ਸੀਗਾ। ਹੁਣ ਉਹਦੇ 'ਚ ਸਿੱਧਾ ਹਿਸਾਬ ਸੀ, ਕੋਈ ਉਹਦੇ 'ਚ ਕੋਈ ਮੈਥ ਦਾ ਸਵਾਲ ਨਹੀਂ ਸੀ ਹੱਲ ਕਰਨਾ, ਵੀ 4 ਧਿਰਾਂ ਬਣਾਤੀਆਂ ਸੀ। ਫੈਡਰਲ ਸਰਕਾਰ 25%, 25% ਸੂਬਾਈ ਸਰਕਾਰ, 25% ਦੁਕਾਨ ਜਾਂ ਉਹਦਾ ਮਾਲਕ ਜਿਹਦੀ ਪ੍ਰਾਪਰਟੀ ਆ ਨਾ, ਤੇ ਬਾਕੀ ਬਚਦੇ 25% ਜਿਹਨੇ ਉਹ ਯੂਨਿਟ ਕਿਰਾਏ ਤੇ ਲਿਆ ਉਹਨੂੰ ਦੇਣਾ ਪੈਣਾ ਸੀ। ਬੜਾ ਸੌਖਾ ਸਵਾਲ ਸੀਗਾ ਇਹ, ਕਿ ਤੁਸੀਂ ਆਪਸ 'ਚ ਰਲ ਕੇ ਕੰਮ ਚਲਾ ਲਓ, ਇਹ ਅਸੀਂ ਇਸ ਤਰੀਕੇ ਆਪਾਂ ਸਾਰਾ ਇਹ ਦੇ ਦਿਆਂਗੇ। ਪਰ ਉਹਦੇ 'ਚ ਕੁਛ ਤਾਂ ਜਿਹੜੇ ਮਾਲਕ ਉਹ ਰਾਜੀ ਨਹੀਂ ਹੋਏ, ਕਹਿੰਦੇ ਅਸੀਂ 25% ਵੀ ਕਿਉਂ ਕਟੌਤੀ ਕਰੀਏ, ਤੇ ਬਹੁਤ ਸਾਰੇ ਬਿਜ਼ਨਸ ਇਸੇ ਕਰਕੇ ਹੀ ਬੰਦ ਹੋ ਗਏ। ਸਰਕਾਰੀ ਪੈਸਾ ਜਿਹੜਾ 50% ਮਿਲਣਾ ਸੀ, 25% ਸੂਬਾ ਸਰਕਾਰ ਤੋਂ ਤੇ 25% ਫੈਡਰਲ ਸਰਕਾਰ ਤੋਂ, ਉਹ ਲਿਆ ਹੀ ਨਹੀਂ ਜਾ ਸਕਿਆ। ਇਹ ਪੈਸਾ ਵੰਡਣ ਦੇ ਲਈ ਹੁਣ, ਕਿਉਂਕਿ ਸਰਕਾਰੀ ਪੈਸਾ ਵੰਡਣਾ ਸੀ, ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਬਣਦੀ ਸੀ, ਜਿਹੜੇ ਡਿਪਾਰਟਮੈਂਟ ਬਣੇ ਹੋਏ ਨੇ ਕਾਹਦੇ ਲਈ ਨੇ, ਉਹ ਤਨਖਾਹਾਂ ਕਾਹਦੇ ਲਈ ਲੈ ਰਹੇ ਨੇ, ਇਹ ਵੀ ਵੰਡਣ ਲਈ ਠੇਕਾ ਦਿੱਤਾ ਜਾ ਰਿਹਾ ਸੀਗਾ ਉਸ NGO ਨੂੰ, ਜਿਹਦਾ ਵਾਈਸ ਪ੍ਰੈਜ਼ੀਡੈਂਟ ਪ੍ਰਧਾਨ ਮੰਤਰੀ ਟਰੂਡੋ ਦੀ ਚੀਫ ਆਫ ਸਟਾਫ ਦਾ ਪਤੀ ਹੈ। ਹੁਣ ਉਹ ਗੱਲ ਜਿਹੜੀ ਰੜਕ ਰਹੀ ਹੈ ਵਿਰੋਧੀ ਧਿਰਾਂ ਨੂੰ, ਕਿ ਇਹ ਸਾਰਾ ਕੁਝ ਕਿਵੇਂ ਹੋ ਗਿਆ, ਉਸੇ ਚੈਰਿਟੀ ਦੀ ਚੋਣ ਕਿਵੇਂ ਹੋ ਗਈ। 84 ਮਿਲੀਅਨ ਬਹੁਤ ਹੁੰਦਾ ਜੀ। ਹਾਂਜੀ, ਤੇ ਉਹ ਵੰਡਣਾ ਸੀ ਪੈਸਾ, ਤੇ ਉਹਦੇ ਚੋਂ ਉਹਨਾਂ ਨੂੰ ਫਿਰ ਪ੍ਰਸ਼ਾਸਨਕ ਜਿਹੜੇ ਖਰਚੇ ਉਹਨਾਂ ਨੇ ਦੱਸਣੇ ਸੀਗੇ, ਵੀ ਇੰਨਾ ਅਸੀਂ ਵੰਡਣ ਤੇ ਹੀ ਲੈ ਲੈਣਾ ਸੀ ਉਹਨਾਂ ਨੇ, ਉਹ ਪੈਸਾ ਵੰਡਣ ਤੇ ਹੀ ਰੱਖ ਲੈਣਾ ਸੀਗਾ ਕਿ ਸਾਡਾ। ਔਰ ਵੰਡਣ ਕਿਹੜਾ, ਉਹਨਾਂ ਨੇ ਦਰ ਖੜਕਾ ਕੇ ਘਰ ਘਰ ਫੜਾ ਕੇ ਆਉਣੇ ਸੀ ਚੈੱਕ, ਉੱਥੋਂ ਹੀ ਉਹਨਾਂ ਨੇ ਚੈੱਕ 'ਚ ਉਹਨਾਂ ਦੇ ਭੇਜ ਦੇਣੇ ਸੀ, ਜਾਣਕਾਰੀ ਲੈ ਲੈਣੀ ਸੀ CRA ਕੋਲੋਂ। ਲੋੜਵੰਦਾਂ ਨੇ ਜਿਨ੍ਹਾਂ ਨੇ ਅਰਜ਼ੀਆਂ ਦੇਣੀਆਂ ਸੀ, ਉਹਨਾਂ ਦੇ ਅਕਾਊਂਟ 'ਚ ਖਾਤੇ 'ਚ ਪੈਸੇ ਚਲੇ ਜਾਣੇ ਸੀਗੇ, ਤੇ ਇੰਨਾ ਕੁਛ ਕਰਨ ਦੇ ਉਹਨਾਂ ਨੇ $1 ਮਿਲੀਅਨ ਮਾਂਜ ਲੈਣੇ ਸੀਗੇ, ਤੇ ਬੱਲੇ ਬੱਲੇ ਹੋਏ ਨਹੀਂ ਸੀ ਉਹਨਾਂ ਦੇ ਆਪਣੀ। ਜਿੰਨਾ ਕੁ ਪੈਸਾ ਵੰਡਣਾ ਸੀ ਸਰਕਾਰ ਦਾ, ਕਹਿੰਦੇ ਵੀ ਸਰਕਾਰੋਂ ਤੇਲ ਮਿਲਦਾ ਜੁੱਤੀ 'ਚ ਪਵਾ ਲਓ, ਪਰ ਇਹ ਤਾਂ ਇਹ ਆ ਕਿ ਬੋਰੇ ਭਰਨ ਨੂੰ ਫਿਰਦੇ ਸੀਗੇ। ਮੌਕੇ ਤੇ ਪਤਾ ਲੱਗ ਗਿਆ। ਹੁਣ ਬੇਸ਼ੱਕ ਕਈ ਜਾਣ ਕਨਫਲਿਕਟ ਆਫ ਇੰਟਰਸਟ ਨਹੀਂ ਹੈ ਜੀ, ਹਿੱਤਾਂ ਦੇ ਟਕਰਾਅ ਦਾ ਮਸਲਾ ਨਹੀਂ ਹੈ, ਇਹ ਸਕੈਮ ਨਹੀਂ ਹੈ, ਇਹ ਤਾਂ ਵਿਵਾਦ ਹੈ, ਜੋ ਮਰਜ਼ੀ ਹੈ, ਪਰ ਤੁਹਾਨੂੰ ਜਿਹੜੇ ਅਫਸਰ ਤੁਸੀਂ ਰੱਖੇ ਨੇ ਡਿਪਾਰਟਮੈਂਟਾਂ 'ਚ ਕੰਮ ਕਰਨ ਲਈ, ਮਹਿਕਮੇ ਬਣਾਏ ਹੋਏ ਨੇ, ਤਨਖਾਹਾਂ ਸਰਕਾਰੀ ਖਜ਼ਾਨੇ 'ਚ ਦਿੱਤੀਆਂ ਜਾ ਰਹੀਆਂ ਨੇ, ਤੇ ਉਹਨਾਂ ਦਾ ਫਿਰ ਕੰਮ ਕੀ ਰਹਿ ਗਿਆ। ਜੇ ਹੋਰ ਹੀ ਕਿਸੇ ਤੀਜੀ ਧਿਰ ਤੋਂ ਤੁਸੀਂ ਰਾਸ਼ੀ ਵੰਡਵਾਉਣੀ ਹੈ ਲੋਕਾਂ ਨੂੰ ਦੇਣ ਵਾਲੀ, ਤੇ ਫਿਰ ਤੁਸੀਂ ਕੁਰਸੀਆਂ ਛੱਡ ਕੇ ਲਾਂਭੇ ਹੋਵੋ। ਬਿਲਕੁਲ ਜੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਚੈਰਿਟੀਆਂ ਦੀ, ਇਹ ਤਾਂ ਬੜਾ ਲੰਬਾ ਵਿਸ਼ਾ ਆ, ਕਿਸੇ ਦਿਨ ਅਸੀਂ ਪੂਰਾ ਖੁੱਲ੍ਹ ਕੇ ਇਹਦੇ ਤੇ ਗੱਲਬਾਤ ਕਰਾਂਗੇ। ਔਰ ਜੇ ਪੰਜਾਬ ਦੀ ਅਸੀਂ NGO ਦੀ ਗੱਲ ਕਰੀਏ, ਤੇ ਉੱਥੇ ਕਾਫੀ ਲੋਕ ਸਰਗਰਮ ਰਹਿੰਦੇ ਨੇ, ਪਰ ਥੋੜੇ ਕੁ ਸਮੇਂ ਬਾਅਦ ਕੁਛ ਨਾ ਕੁਛ ਇਹੋ ਜਿਹਾ ਉਹਨਾਂ ਦਾ ਨਿਕਲ ਆਉਂਦਾ, ਤੇ ਸਾਰੇ ਲੋਕ ਉਧਰ ਨੂੰ ਇਕੱਠੇ ਹੋ ਕੇ ਤੁਰ ਪੈਂਦੇ ਆ। ਪਰ ਅੱਜ ਕੱਲ੍ਹ ਆਪਾਂ ਜੇ ਦੇਖੀਏ ਤੇ ਸੋਸ਼ਲ ਮੀਡੀਆ ਤੇ ਇੱਕ ਜਿੱਦਾਂ ਵਾਰ ਜੀ ਲੱਗੀ ਹੈਗੀ ਆ, ਲੜਾਈ ਲੱਗੀ ਹੈਗੀ ਆ, ਤੋਮਤਾਂ ਲਾਉਣ ਲਈ ਮੈਨੂੰ ਕਈ ਵਾਰੀ ਦੇਖ ਕੇ ਲੱਗਦਾ ਜਿੱਦਾਂ ਸੌਂਕਣ ਆਡਾ ਨਹੀਂ ਲੱਗਾ ਹੁੰਦਾ, ਇੱਕ ਨੇ ਇੱਕ ਜਵਾਬ ਦੇ ਦਿੱਤਾ, ਦੂਜੇ ਨੇ ਦੂਜਾ, ਕਲੀਅਰ ਗੱਲ ਕੋਈ ਨਹੀਂ ਕਰ ਰਿਹਾ ਹੈਗਾ। ਔਰ ਮੈਨੂੰ ਜਿਹੜੀ ਫਿਕਰਮੰਦੀ ਬਲਜਿੰਦਰ ਕੌਰ ਜੀ ਇਸ ਗੱਲ ਦੀ ਹੈ, ਜਿਹੜੇ ਤਾਂ ਅਖੌਤੀ ਸਮਾਜ ਸੇਵੀ ਬਣੇ ਫਿਰਦੇ ਨੇ, ਉਹ ਤਾਂ ਸੋਚ ਸਮਝ ਕੇ ਇਸ ਖੇਤਰ 'ਚ ਆਏ ਨੇ, NGO ਬਣਾ ਲਈ, ਉਹਨਾਂ ਨੂੰ ਪਤਾ ਕਿ ਪੈਸਾ ਕਿਵੇਂ ਖਾਣਾ ਤੇ ਕਿਵੇਂ ਅੱਗੇ ਕਿੰਨਾ ਕੁ ਪਹੁੰਚਾਉਣਾ ਹੈ। ਹੁਣ ਲੋਕਾਂ ਦਾ ਮਿਆਰ ਕਿੱਥੇ ਖੜਾ ਹੈ? ਸਾਡੇ ਲੋਕ ਸੋਸ਼ਲ ਮੀਡੀਆ ਤੇ ਚਰਚਾ ਕਿਹਨਾਂ ਗੱਲਾਂ ਦੀ ਕਰ ਰਹੇ ਨੇ, ਕੋਈ PP ਹੈ ਤੇ ਕੋਈ ਗੋਲਡੀ ਹੈ ਤੇ ਕੋਈ ਫਲਾਨਾ, ਕੋਈ ਧੌਂਕਾ ਹੈ, ਉਹਨਾਂ ਦੀਆਂ ਆਪਸ ਵਿੱਚ ਬਹਿਸਾਂ। ਤੁਸੀਂ ਸ਼ੁਰੂ 'ਚ ਕਿਹਾ ਕੋਈ ਆਸਟ੍ਰੇਲੀਆ, ਕੋਈ ਨਿਊਜ਼ੀਲੈਂਡ, ਕਿਸੇ ਹੋਰ ਮੁਲਕ 'ਚ ਲਾਈਵ ਹੋ ਕੇ ਦੱਸ ਰਿਹਾ, ਉਹ ਰੌਲ ਘਚੋਲਾ ਪੈ ਚੁੱਕਾ। ਇਹ ਕੋਈ ਮੁੱਦੇ ਨੇ ਪੰਜਾਬ ਦੇ ਵਿਚਾਰਨ ਵਾਲੇ? ਪੰਜਾਬ ਦੀ ਜਵਾਨੀ ਬਿਲਕੁਲ ਬੇਰੁਜ਼ਗਾਰ ਤੁਰੀ ਫਿਰਦੀ ਹੈ, ਵਿਦੇਸ਼ਾਂ ਨੂੰ ਉਹਨਾਂ ਨੇ ਰੁੱਖ ਕਰ ਲਿਆ, ਪੰਜਾਬ ਖਾਲੀ ਹੋ ਰਿਹਾ, ਔਰ ਜਿਹੜੀ ਕਿਸਾਨੀ ਆ ਉਹ ਫਾਹੇ ਲੈ ਰਹੀ ਹੈ, ਜਵਾਨੀ ਦਾ ਘਾਣ ਹੋ ਰਿਹਾ, ਨਸ਼ਿਆਂ ਦੇ ਸਾਰਾ ਕੁਛ ਹੋ ਰਿਹਾ, ਜ਼ਹਿਰੀਲੀ ਸ਼ਰਾਬ ਨਾਲ ਕਿੰਨੇ ਘਰ ਬਰਬਾਦ ਹੋ ਗਏ ਨੇ। ਵੱਡੇ ਮਸਲੇ ਨੇ ਜਿਹੜੇ ਪੰਜਾਬ ਦੇ, ਪਾਣੀਆਂ ਦੇ ਮਸਲੇ ਨੇ, ਪੰਜਾਬ ਦੀ ਜਿਹੜੀ ਜ਼ਿੰਦਗੀ ਦਾ ਸਵਾਲ ਹੈ ਪਾਣੀ,
ਉਹਦਾ ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਧਰਮ ਦੇ ਮਸਲੇ ਆ, 267 ਪਾਵਨ ਸਰੂਪ ਚੋਰੀ ਹੋਏ ਆ, ਉਹਦਾ ਮਸਲਾ ਆ। ਸੋ ਨੌਜਵਾਨ ਪੀੜ੍ਹੀ ਨੇ ਜਿਹੜਾ ਸੋਸ਼ਲ ਮੀਡੀਆ ਨੂੰ ਇੱਕ ਐਂਟਰਟੇਨਮੈਂਟ ਦਾ ਸਾਧਨ ਬਣਾ ਲਿਆ, ਤੇ ਕੁਛ ਇੱਕ ਇਹੋ ਜਿਹਾ ਚੈਨਲ ਆ, ਉਹ ਕਿਸੇ ਦੇ ਪਿੰਡ ਦੇ ਵਿੱਚ ਨਾ ਕਿਸੇ ਨੇ ਮੱਛਰ ਮਾਰਿਆ ਹੋ ਤਾਂ ਪੁੱਛਣ ਚੱਲ ਜਾਣਗੇ ਵੀ ਭਾਈ ਕਿੰਨੇ ਮੱਛਰ ਮਾਰ ਲਿਆ ਸਾਰੀ ਰਾਤ ਤੇ, ਹਨਾ। ਪਰ ਉਹ ਜੇ ਕਿਸੇ ਦੇ ਪਿੰਡ 'ਚ ਕੋਈ ਇਹੋ ਜਿਹਾ ਕੁਛ ਹੋਇਆ ਹੋਵੇ, ਜਿੱਦਾਂ ਹੁਣ ਸ਼ਰਾਬ ਨਾਲ ਕਿੰਨੇ 2 ਸਕੇ ਭਰਾਵਾਂ ਦੀ ਅੱਖਾਂ ਦੀ ਰੋਸ਼ਨੀ ਚਲੇਗੀ ਔਰ ਕਿੰਨੀਆਂ ਜਾਨਾਂ ਗਈਆਂ ਜ਼ਹਿਰੀਲੀ ਸ਼ਰਾਬ ਦੇ ਨਾਲ, ਉੱਥੇ ਕੋਈ ਨਹੀਂ ਪਹੁੰਚਦਾ, ਇਹੋ ਜਿਹੇ ਮੁੱਦੇ ਨਹੀਂ ਮੋਰੇ ਆਉਂਦੇ, ਨਾ ਕੋਈ ਨੌਜਵਾਨ ਬੋਲਦਾ ਆ। ਆਪਾਂ ਇੱਥੇ ਨਾ 7 ਸਮੁੰਦਰ ਪਾਰ ਬੈਠੇ ਅਸੀਂ ਇਹ ਗੱਲਾਂ ਕਰ ਰਹੇ ਹਾਂ। ਸਾਡੇ ਕੋਲ ਕੈਨੇਡਾ ਦੇ ਮੁੱਦੇ ਬਹੁਤ ਨੇ, ਅਸੀਂ ਕੈਨੇਡੀਅਨ ਮੁੱਦੇ, ਲੋਕਲ ਮੁੱਦੇ ਪਹਿਲ ਦੇ ਆਧਾਰ ਤੇ ਡਿਸਕਸ ਕਰਦੇ ਹਾਂ। ਪਰ ਸਾਨੂੰ ਪਤਾ ਹੈ ਪੰਜਾਬ ਦੇ ਵਿੱਚ ਇਹ ਲੋਕਾਂ ਦੇ ਮੁੱਦੇ ਨੇ, ਅਸੀਂ ਪੰਜਾਬ 'ਚ ਬੈਠੇ ਲੋਕਾਂ ਦੇ ਮੁੱਦੇ ਵੀ ਇੱਥੇ ਡਿਸਕਸ ਕਰਦੇ ਹਾਂ, ਇਸੇ ਕਰਕੇ ਕਿ ਲੋਕਾਂ ਦੀਆਂ ਦੇਖਣ ਸੁਣਨ ਵਾਲਿਆਂ ਦੀਆਂ ਅੱਖਾਂ ਖੁੱਲ੍ਹਣ ਕਿ ਉਸ ਧਰਤੀ ਤੇ ਜਿੱਥੋਂ ਅਸੀਂ ਜਨਮ ਲਿਆ ਸੀ, ਜਿਹਨੂੰ ਛੱਡ ਕੇ ਆਏ ਹਾਂ, ਇੱਥੇ ਪਰਦੇਸੀ ਹੋਏ ਬੈਠੇ ਹਾਂ, ਪੈਸਾ ਕਮਾਉਣ ਲਈ ਆਏ ਹਾਂ, ਚੰਗੇਰੇ ਭਵਿੱਖ ਨੂੰ ਸਿਰਜਣ ਲਈ ਆਏ ਹਾਂ, ਬੱਚਿਆਂ ਦੇ ਔਲਾਦ ਦੀ ਪੜ੍ਹਾਈ ਲਿਖਾਈ ਲਈ ਆਏ ਹਾਂ, ਉੱਥੇ ਕੀ ਹੋ ਰਿਹਾ। ਇਸ ਕਰਕੇ ਸਾਨੂੰ ਵਾਰ-ਵਾਰ ਪੰਜਾਬ ਵੱਲ ਪਰਤਣਾ ਪੈਂਦਾ ਔਰ ਅਸੀਂ ਦੇਖਦੇ ਹਾਂ ਜੇ ਅਸੀਂ ਇੱਥੇ ਬੈਠੇ ਇਹ ਗੱਲਾਂ ਸਾਰੀਆਂ ਕਰ ਸਕਦੇ ਹਾਂ ਤੇ ਉਹ ਤਾਂ ਘਰੋਂ ਘਰੀ ਜਾ ਕੇ ਸਗੋਂ ਜ਼ਮੀਨੀ ਪੱਧਰ ਤੇ ਜਾ ਕੇ ਹਕੀਕਤ ਬਿਲਕੁਲ ਸਾਫ਼ ਦਿਖਾ ਸਕਦੇ ਨੇ, ਤੇ ਉਹਨਾਂ ਨੂੰ ਤਾਂ ਹੋਰ ਪਾਸੇ ਤੁਰੇ ਫਿਰਦੇ ਨੇ। ਕਿੰਨੇ ਕੁ ਚੈਨਲ ਨੇ, ਉਂਗਲਾਂ ਤੇ ਗਿਣਿਆ ਜਾਣ ਵਾਲਾ ਕੋਈ ਇੱਕ ਅੱਧਾ ਹੋਏਗਾ ਜਿਹੜਾ ਲੋਕ ਪੱਖੀ ਹੋਏਗਾ ਤੇ ਲੋਕਾਂ ਦੇ ਮੁੱਦੇ ਚੁੱਕ ਰਿਹਾ ਹੋਏਗਾ, ਨਹੀਂ ਤਾਂ ਆਪੋ ਆਪਣੀ ਡਫਲੀ ਹਰ ਕੋਈ ਆਪਣਾ ਰਾਗ ਲਾਪ ਰਿਹਾ ਜੀ। ਬਿਲਕੁਲ ਜੀ, ਅਸੀਂ ਤਾਂ ਇਹੀ ਬੇਨਤੀ ਕਰਾਂਗੇ ਕਿ ਤੁਸੀਂ ਆਪੋ ਆਪਣੇ ਪਿੰਡ ਨੂੰ, ਆਪੋ ਆਪਣੇ ਪਿੰਡ ਦੇ ਲੋਕਾਂ ਦਾ ਖਿਆਲ ਰੱਖੋ। ਜੇ ਇੱਕ ਪਿੰਡ ਦੇ 10 ਜੀਅ ਵੀ ਕਿਸੇ ਬਾਹਰਲੇ ਮੁਲਕ 'ਚ ਰਹਿੰਦੇ ਆ, ਹਰ ਕੋਈ ਵੱਖਰੇ ਵੱਖਰੇ ਮੁਲਕਾਂ 'ਚ ਰਹਿੰਦਾ, ਅਸੀਂ ਆਪਣੇ ਪਿੰਡ ਦੇ ਨਿਆਣਿਆਂ ਨੂੰ ਵਧੀਆ ਐਜੂਕੇਸ਼ਨ ਦਈਏ, ਧਰਮ ਦੇ ਨਾਲ ਜੋੜੀਏ, ਪਿੰਡਾਂ ਦਾ ਵਿਕਾਸ ਕਰੀਏ। ਅਸੀਂ ਅੰਨ੍ਹੇਵਾਹ ਕਿਸੇ ਨੂੰ ਪੈਸੇ ਨਾ ਭੇਜ ਦਈਏ, ਅਸੀਂ ਸੋਚ ਕੇ ਪੈਸੇ ਦਈਏ। ਔਰ ਜੇ ਕਰਨੀ ਆ ਚੈਰਿਟੀ, ਜੇ ਦਸਵੰਧ ਕੱਢਣਾ ਚੰਗੇ ਕੰਮਾਂ ਲਈ ਕੱਢੀਏ। NRIਆਂ ਨੂੰ ਦਰਦ ਆ ਪੰਜਾਬ ਦਾ, ਕੱਢਦੇ ਹੈਗੇ ਆ, ਪਰ ਅਖੌਤੀ ਸਮਾਜ ਸੇਵੀ ਆ ਜਿਹੜੇ ਕਿਤੇ ਨਾ ਕਿਤੇ NRIਆਂ ਦੇ ਦਿਲ ਨੂੰ ਵੀ ਦੁੱਖ ਦਿੰਦੇ ਆ, ਤੇ ਉਹ ਉੱਥੇ ਦੇ ਲੋਕਾਂ ਨਾਲ ਵੀ ਬੇਇਨਸਾਫੀ ਕਰਦੇ ਆ। ਉਹਨਾਂ ਦੇ ਤਾਂ ਘਰ ਭਰ ਜਾਂਦੇ ਆ, ਪਰ ਗਰੀਬ ਫੇਰ ਭੁੱਖੇ ਦੇ ਭੁੱਖੇ ਰਹਿ ਜਾਂਦੇ ਆ। ਸੋ ਕੋਸ਼ਿਸ਼ ਕਰੀਏ ਦਸਵੰਧ ਨੂੰ ਆਪਣੇ ਹੱਥੀਂ ਦਈਏ ਤੇ ਉਹਨਾਂ ਲੋਕਾਂ ਤੱਕ ਪਹੁੰਚਦਾ ਕਰੀਏ ਜਿਨ੍ਹਾਂ ਨੂੰ ਵਾਕਿਆ ਹੀ ਲੋੜ ਆ। ਸੋ ਆਪਣੇ ਪਿੰਡ ਪੱਧਰ ਤੋਂ ਸ਼ੁਰੂ ਕਰੀਏ। ਬਿਲਕੁਲ, ਇਹਦੇ 'ਚ ਜਿੱਥੇ ਮੀਡੀਆ ਦੀ ਡਿਊਟੀ ਹੈ ਨਾ ਜੀ, ਆਪਣੀ ਜ਼ਿੰਮੇਵਾਰੀ ਉਹ ਪੂਰੀ ਤਨਦੇਹੀ ਨਾਲ ਨਿਭਾਏ, ਨਤਾਰਾ ਕਰੇ ਸੱਚ ਤੇ ਝੂਠ ਦਾ, ਲੋਕਾਂ ਨੂੰ ਦੱਸੇ ਕਿ ਅਸਲੀਅਤ ਕੀ ਹੈ। ਉੱਥੇ ਬਹੁਤ ਵੱਡੀ ਗਿਣਤੀ ਨੌਜਵਾਨਾਂ ਦੀ ਫਾਲੋ ਕਰਦੀ ਹੈ, ਗਾਇਕਾਂ ਨੂੰ, ਕਲਾਕਾਰਾਂ ਨੂੰ। ਆਪਾਂ ਪਿਛਲੇ ਦਿਨੀ ਕਈ ਗਾਇਕ ਕਲਾਕਾਰਾਂ ਦਾ ਜ਼ਿਕਰ ਕੀਤਾ, ਉਹਨਾਂ ਦਾ ਜ਼ਿਕਰ ਕਰਨਾ ਬਣਦਾ ਸੀ, ਕਿਸੇ ਨਾ ਕਿਸੇ ਸਿਲਸਿਲੇ ਦੇ ਵਿੱਚ ਉਹ ਜ਼ਿਕਰ ਹੋਇਆ। ਹੁਣ ਆਪਾਂ ਜ਼ਿਕਰ ਕਰਦੇ ਹਾਂ ਵਾਰਸ ਭਰਾਵਾਂ ਦਾ। ਤਿੱਕੜੀ ਹੈ ਇਹ ਵੀ ਵਾਰਸ ਭਰਾਵਾਂ ਦੀ। ਕਮਲ ਹੀਰ ਹੈ, ਸੰਗਤਾਰ ਹੈ ਤੇ ਵਾਰਸ ਹੈ। ਵਾਰਸ ਦੇ ਇੰਨਾ ਕੰਠ ਸੁਰੀਲਾ ਜਾਦੂ ਛਿੜਕਦਾ ਜਦੋਂ ਉਹ ਬੋਲਦਾ। ਕਮਲ ਹੀਰ ਦੀ ਕਮਾਲ ਆ, ਜਦੋਂ ਚਿਮਟਾ ਫੜ ਕੇ ਸਟੇਜ ਤੇ ਜਾਂਦਾ ਤਾਂ ਆਲਮ ਲੋਹਾਰ ਦੀ ਯਾਦ ਆ ਜਾਂਦੀ ਹੈ। ਸੰਗਤਾਰ ਨੂੰ ਇੰਨਾ ਜ਼ਿਆਦਾ ਸੰਗੀਤ ਦਾ ਗਿਆਨ ਹੈ ਕਿ ਉਹਦੇ ਜਦੋਂ ਪੋਟੇ ਸੰਗੀਤ ਦੀਆਂ ਤਰਬਾਂ ਛੇੜਦੇ ਨੇ ਤਾਂ ਕਾਇਨਾਤ ਜਿਹੜੀ ਆ ਉਹ ਇੱਕ ਮੰਤਰਮੁਗਧ ਹੋ ਜਾਂਦੀ ਹੈ, ਸਰੋਤੇ ਝੂਮਣ ਲੱਗ ਜਾਂਦੇ ਨੇ। ਤਿੰਨੇ ਜਦੋਂ ਉਹ ਰਲ ਕੇ ਕੋਈ ਸਿਰਜਣਾ ਕਰਦੇ ਨੇ ਤਾਂ ਚਮਤਕਾਰ ਹੋ ਨਿਬੜਦਾ। ਔਰ ਉਹਨਾਂ ਨੇ ਬੜੇ ਮੁਹੱਬਤ ਦੇ, ਇਸ਼ਕ ਦੇ ਗੀਤ ਗਾਏ ਨੇ। ਜਿਹੜਾ ਹੁਣ ਇੱਕ ਦਿਨ ਪਹਿਲਾਂ ਹੀ ਗੀਤ ਗਾਇਆ ਉਹ ਚਰਚਾ ਦਾ ਵਿਸ਼ਾ ਹੈ, ਟ੍ਰਿਬਿਊਨ ਦੇ ਵਿੱਚ, ਹੋਰਨਾਂ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਰਹੀਆਂ ਨੇ। ਉਹ ਗੀਤ ਕੀ ਹੈ? ਅੱਛੇ ਦਿਨਾਂ ਨੇ ਪੰਜਾਬ ਦੀ ਜਵਾਨੀ ਡੋਬਤੀ, ਪੰਜਾਬ ਦੀ ਕਿਸਾਨੀ ਡੋਬਤੀ। ਚਿੱਟੇ ਨੇ ਪੰਜਾਬ ਦੀ ਜਵਾਨੀ ਡੋਬਤੀ ਆਪਾਂ ਬੜਾ ਸੁਣਦੇ ਰਹੇ ਸੀ। ਗਿੱਲ ਰੌਂਤਾ ਇੱਥੋਂ ਦਾ ਹੀ ਨੌਜਵਾਨ, ਸਰੀ ਦਾ ਰਹਿਣ ਵਾਲਾ। ਗਿੱਲ ਰੌਂਤੇ ਨੇ ਇਹ ਗੱਲ ਜਿਹੜੀ ਕੀਤੀ ਹੈ ਤੇ ਮਨਮੋਹਨ ਵਾਰਸ ਹੋਰਾਂ ਨੇ ਇਹ ਜਿਹੜਾ ਗੀਤ ਕਮਾਲ ਦਾ ਗਾਇਆ, ਉਹਦੇ 'ਚ ਦੱਸ ਦਿੱਤਾ ਕਿ ਅਸਲੀਅਤ ਕੀ ਹੈ। ਕਹਿਣ ਨੂੰ ਅੱਛੇ ਦਿਨ ਹੈ, ਕਿੱਥੇ ਅੱਛੇ ਦਿਨ ਆਏ ਨੇ? ਪੰਜਾਬ ਦੀ ਜਵਾਨੀ ਤੇ ਕਿਸਾਨੀ ਤਾਂ ਡੋਬ ਕੇ ਰੱਖਤੀ ਹੈ। ਸਾਡੇ ਨਾਲ ਇੱਕ ਕਾਲਰ ਹੈ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜਿੰਦਰ ਕੌਰ ਜੀ ਤੇ ਨਾਲ ਦੇ ਵੀਰ ਨੂੰ ਪਿਆਰ ਦੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮਨਜੀਤ ਸਿੰਘ ਕੈਲੀਫੋਰਨੀਆ ਤੋਂ ਜੀ। ਮਨਜੀਤ ਸਿੰਘ ਜੀ। ਹਾਂਜੀ ਭੈਣ ਜੀ, ਬਹੁਤ ਵਧੀਆ ਗੱਲ ਚੱਲਦੀ ਜਿਹੜੀ ਮੈਂ ਸਿਰਫ ਇੰਨੀ ਕੀ ਸੁਣੀ ਹੈ ਕਿ ਜਿਹੜੇ ਸਾਡੇ NRI ਵੀਰ ਨੇਸ਼ਨ ਭੇਜਦੇ ਪੰਜਾਬ ਨੂੰ, ਕਿਉਂਕਿ ਜਿਹੜੇ ਉੱਥੇ ਦੇ ਹਾਕਮ ਨੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਫਿਰ ਮੁੜ ਆਪਣੇ ਪੈਰ ਤੇ ਹੋਵੇ। ਸੋ ਇੰਨਾ ਕੁ ਜ਼ਰੂਰ ਖਿਆਲ ਰੱਖਿਓ ਜਿਹੜਾ ਨਵਾਂ ਕਾਨੂੰਨ ਲੈ ਕੇ ਆਉਂਦਾ, ਜਦੋਂ ਤੁਸੀਂ ਉੱਥੇ ਜਾਣਾ, ਜਦੋਂ ਤੁਸੀਂ ਇਹਨਾਂ ਦੇ ਅਨੁਸਾਰ ਉੱਥੇ ਆ ਵਿਚਰੇ ਤੇ ਤੁਹਾਡੇ ਕੋਲ ਇਹ ਵੀ ਹਿਸਾਬ ਕਿਤਾਬ ਲਿਆ ਜਾਂਦਾ ਵੀ ਤੁਸੀਂ ਪੈਸੇ ਕਿਸ ਕਿਸਮ ਦੇ ਆਧਾਰ ਤੇ ਭੇਜਿਆ, ਤੇ ਜਿਹਨਾਂ ਨੂੰ ਭੇਜੇ ਉਹਨਾਂ ਨੇ ਇਹ ਗੱਲ ਮੰਨਣੀ ਨਹੀਂ ਵੀ ਇਹ ਸਾਨੂੰ ਭੇਜੀ ਹੈ, ਅਸੀਂ ਇਹਨਾਂ ਕੋਲ ਪੈਸੇ ਲਏ ਜੀ। ਚਾਹੇ ਉਹ ਪੀਤੀ ਆ ਤੇ ਚਾਹੇ ਉਹ ਕੀ ਵੀ ਬੰਦਾ ਹੋਵੇ, ਉਹਨਾਂ ਨੇ ਤੁਹਾਡੀ ਬਾਤ ਫੜ ਤੋਂ ਜਦੋਂ ਕਿ ਤੁਸੀਂ ਕਿਤੇ ਵੀ ਮਾਇਆ ਭੇਜਣੀ ਹੈ ਇਹ ਗੱਲ ਦਿਮਾਗ 'ਚ ਰੱਖ ਕੇ ਭੇਜੋ ਵੀ ਇਹਦਾ ਸਾਨੂੰ ਕਿਤੇ ਹਿਸਾਬ ਉੱਥੋਂ ਦੀ ਸਰਕਾਰ ਮੰਗ ਸਕਦੀ, ਕਿਉਂਕਿ
ਬੜੇ ਖਤਰਨਾਕ ਜਿਹੜੇ ਕਾਨੂੰਨ ਆਪਣੇ ਸਾਹਮਣੇ ਆਪਾਂ ਨੂੰ ਪਤਾ ਲੱਗਦਾ ਵੀ ਆ ਰਹੇ ਆ, ਜਿਹਦੇ ਵਿੱਚ ਕਈ ਸਾਲ ਜ਼ਮਾਨਤ ਵੀ ਨਹੀਂ ਹੁੰਦੀ ਤੇ ਜਿਹੜੀ ਸਭ ਕੁਛ ਕਰ ਜਾਂਦੀ ਤੇ ਉਹ ਦੂਏ ਤੀਏ ਦਿਨ ਫਿਰ ਸ਼ਾਮ ਨੂੰ ਘਰੋਂ ਬਾਹਰ ਵੀ ਹੁੰਦੇ ਆ, ਸਭ ਕੁਛ ਸਾਹਮਣੇ ਆ। ਤੇ ਮੇਰੀ ਤਾਂ ਇੰਨੀ ਕਿ ਬੇਨਤੀ ਆ ਵੀ ਜਦੋਂ ਵੀ ਤੁਸੀਂ ਡੋਨੇਸ਼ਨ ਦੇਣੀ ਆ ਤੇ ਹੋਸ਼ੋ ਹਵਾਸ ਦੇ ਵਿੱਚ ਦਿਓ ਤੇ ਹੋ ਸਕੇ ਤਾਂ ਆਪਣੇ ਪਿੰਡ ਦੇ ਵਿੱਚ ਸ਼ੁਰੂਆਤ ਕਰੋ ਜੀ। ਜੀ ਬਿਲਕੁਲ ਜੀ, ਥੈਂਕ ਯੂ ਮਨਜੀਤ ਸਿੰਘ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ ਜੀ, ਇਹਨਾਂ ਨੇ ਬੜੀ ਵਧੀਆ ਗੱਲ ਕੀਤੀ ਆ ਕਿ ਪਿੰਡ ਤੋਂ, ਤੇ ਵਾਕਿਆ ਹੀ ਸਾਡੇ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਗਰੀਬ ਪਰਿਵਾਰ ਹੁੰਦੇ ਆ, ਮੱਧ ਵਰਗ ਦੇ ਹੁੰਦੇ ਆ, ਗਰੀਬ ਹੁੰਦੇ ਆ। ਜੇ ਅਸੀਂ ਇਹਨਾਂ ਮੁਲਕਾਂ 'ਚ ਆ ਕੇ ਤਰੱਕੀ ਕੀਤੀ ਆ, ਕੰਮਕਾਰ ਕਰਦੇ ਆ, ਕਮਾ ਕੇ ਖਾਂਦੇ, ਹਰ ਇੱਕ ਜੀ ਘਰ ਦਾ ਕਮਾਉਂਦਾ, ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਪਿੰਡ ਦੇ, ਜੇ ਮੇਰੇ ਪਿੰਡ ਦੇ 20 ਲੋਕ ਬਾਹਰ ਆਏ ਆ ਤੇ ਅਸੀਂ ਇੱਕ ਪਰਿਵਾਰ ਅਡਾਪਟ ਕਰ ਲਈਏ, ਕਿੰਨਾ ਖਰਚ ਹੋਊ ਇੱਕ ਪਰਿਵਾਰ ਦਾ ਰਾਸ਼ਨ ਦਾ ਮਹੀਨੇ ਦਾ? 20,000 ਹੋਊਗਾ, 30,000 ਹੋਊਗਾ, ਕਿੰਨਾ ਹੋਊਗਾ? ਸੋ ਜੇ ਅਸੀਂ ਰਲ ਕੇ 5-10 ਸਾਡੇ ਪਿੰਡ ਦੇ ਪਰਿਵਾਰ ਗਰੀਬ ਆ, ਉਹਨਾਂ ਨੂੰ ਕੋਈ ਬੱਚਿਆਂ ਨੂੰ ਪੜ੍ਹਾਈ ਲਈ ਕੁਝ ਚਾਹੀਦਾ ਜਾਂ ਉਹਨਾਂ ਦੇ ਇਲਾਜ ਲਈ ਚਾਹੀਦਾ, ਤੇ ਅਸੀਂ ਆਪਣੇ ਪਿੰਡ ਤੋਂ ਸ਼ੁਰੂਆਤ ਕਰ ਸਕਦੇ ਹਾਂ। ਦਾਨ ਦੇਣ ਦੀ ਨਾ ਇੱਕ ਦਿਸ਼ਾ ਹੁੰਦੀ ਹੈ ਜੀ। ਲੰਗਰ ਬਹੁਤ ਲਗਾ ਲਏ, ਸੰਗ ਮਰਮਰ ਚੜਾ ਲਏ, ਲੋਕਾਂ ਨੇ ਪੈਸਾ ਦਿਲ ਖੋਲ ਕੇ ਦਿੱਤਾ, ਧਰਮ ਦੇ ਆਧਾਰ ਤੇ ਬਹੁਤ ਲੋਕ ਦਾਨ ਪੁੰਨ ਕਰਦੇ ਨੇ। ਉਹ ਕਈਆਂ ਨੂੰ ਤਾਂ ਇਹ ਸ਼ਾਇਦ ਹੁੰਦਾ ਉਹਨਾਂ ਦਾ ਵਿਸ਼ਵਾਸ ਕਿ ਉਹਨਾਂ ਨੂੰ ਅਗਲੇ ਜਨਮ 'ਚ ਕਿਤੇ ਇਹਦਾ ਫਲ ਮਿਲੂਗਾ। ਅਗਲਾ ਜਨਮ ਕੀ ਨਹੀਂ ਦੇਖਿਆ, ਇੱਥੇ ਤੁਸੀਂ ਇਹ ਜਨਮ ਸੁਧਾਰ ਲਓ। ਇੱਥੇ ਹੀ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗਦੀ ਹੁੰਦੀ ਆ, ਜੇ ਕੋਈ ਕਿਸੇ ਬੱਚੇ ਦੀ ਜ਼ਿੰਦਗੀ ਬਣਾਉਂਦਾ, ਹੁਸ਼ਿਆਰ ਬੱਚੇ ਬੱਚੀਆਂ ਪਿੰਡਾਂ 'ਚ ਤੁਹਾਨੂੰ ਗਰੀਬ ਘਰਾਂ 'ਚ ਇਹੋ ਜਿਹੇ ਅਨੇਕਾਂ ਮਿਲ ਜਾਣਗੇ ਜਿਹੜੇ ਪੜ੍ਹਨ ਲਈ ਤਿਆਰ ਨੇ, ਪਰ ਮਾਪਿਆਂ 'ਚ ਉਹਨਾਂ ਨੂੰ ਪੜ੍ਹਾਉਣ ਦੀ ਕੁਵਤ ਨਹੀਂ। ਬੇਸ਼ੱਕ ਪੰਜਾਬ ਸਰਕਾਰ ਨੇ ਹੁਣ ਕੁਝ ਦਿਨ ਪਹਿਲਾਂ ਹੀ ਇਹ ਐਲਾਨ ਕਰਤਾ ਕਿ ਕਿਸੇ ਵੀ ਸਰਕਾਰੀ ਸਕੂਲ 'ਚ ਪੜ੍ਹਨ ਵਾਲੇ ਬੱਚੇ ਬੱਚੀ ਤੋਂ ਕੋਈ ਫੀਸ ਨਹੀਂ ਲਈ ਜਾਏਗੀ, ਪਰ ਇਸ ਦੇ ਬਾਵਜੂਦ ਵੀ ਜਿਹੜੇ ਹੋਰ ਖਰਚੇ ਨੇ, ਕਿਤਾਬਾਂ ਦੇ ਨੇ, ਜਿਹੜੇ ਕੱਪੜੇ ਵੀ ਪਹਿਨਣੇ ਹੁੰਦੇ ਆਉਣ ਜਾਣ ਦੇ ਲਈ, ਬੱਸ ਤੇ ਆਉਣ ਜਾਣਾ, ਪਾਸ ਬਣਦੇ ਨੇ, ਚਲੋ ਖਰਚੇ ਹੁੰਦੇ ਨੇ, ਖਾਣ ਪੀਣ ਦਾ ਵੀ ਖਰਚਾ, ਥੋੜੇ ਤੋਂ ਥੋੜਾ ਬਹੁਤੇ 'ਚ ਬਹੁਤਾ ਕੋਈ ਬੱਚਾ ਵਿੱਦਿਆ ਤੋਂ ਵਾਂਝਾ ਨਾ ਰਹੇ। ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਮੈਂ ਦੱਸ ਰਿਹਾ, ਇਹ ਨਹੀਂ ਕਿ ਸਾਡੇ ਇਹ ਭਲੇ ਲੋਕਾਂ ਨੇ ਇਹ ਕੰਮ ਕਰਨੇ ਆ। ਸਰਕਾਰਾਂ ਜਦੋਂ ਜ਼ਿੰਮੇਵਾਰੀ ਤੋਂ ਭੱਜ ਜਾਣ, ਸਰਕਾਰਾਂ ਕਹਿ ਦੇਣ ਕਿ ਸਾਡੀਆਂ ਤਾਂ ਤਰਜੀਹਾਂ ਹੋਰ ਨੇ, ਆਪਣੀ ਕੁਰਸੀ ਨੂੰ ਉਹਨਾਂ ਨੇ ਕਾਇਮ ਰੱਖਣਾ, ਤਖਤ ਸਲਾਮਤ ਰਹਿਣਾ ਚਾਹੀਦਾ, ਪਰ ਸਾਡੇ ਇੱਕ ਸੁਚੱਜੇ ਨਾਗਰਿਕ ਹੋਣ ਦੇ ਨਾਤੇ ਵੀ ਕੁਝ ਫਰਜ਼ ਨੇ ਕਿ ਅਸੀਂ ਜੇ ਕਿਸੇ ਨੂੰ ਵਿੱਦਿਆ ਦਾ ਚਾਨਣ ਵੰਡ ਸਕੀਏ, ਗਿਆਨ ਦਾ ਚਾਨਣ ਦੇ ਸਕੀਏ, ਉਹਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਐਜੂਕੇਸ਼ਨ ਮੁਹੱਈਆ ਕਰਵਾ ਦਈਏ, ਤਾਂ ਉਹ ਬੰਦਾ ਸਾਰੀ ਉਮਰ ਯਾਦ ਕਰਦਾ। ਤੁਸੀਂ ਕੋਈ ਚੀਜ਼ ਵਸਤੂ ਦੇ ਦਿੰਦੇ ਨਾ ਤੇ ਕੁਝ ਚਿਰ ਬਾਅਦ ਉਹ ਟੁੱਟ ਭੱਜ ਜਾਂਦੀ ਹੈ, ਬੰਦਾ ਭੁੱਲ ਜਾਂਦਾ, ਸੁੱਟ ਦਿੰਦਾ। ਜਿਹੜਾ ਤੁਸੀਂ ਗਿਆਨ ਤੇ ਤੁਸੀਂ ਕਿਸੇ ਨੂੰ ਗਿਆਨ ਦੇ ਲੜ ਲਾਉਂਦੇ ਹੋ, ਗਿਆਨ ਦਾ ਲੰਗਰ ਲਾਉਣਾ ਜਿਹੜਾ ਉਹ ਸਾਰੀ ਉਮਰ ਤੁਸੀਂ ਕਿਸੇ ਦੀ ਸ਼ਖਸੀਅਤ ਘੜ ਰਹੇ ਹੋ। ਉਹਨੇ ਪਤਾ ਨਹੀਂ ਅੱਗੇ ਵੱਡਾ ਹੋ ਕੇ ਫਿਰ ਉਹਨੇ ਇਹ ਕਿੰਨੇ ਵੱਡੇ ਰੂਪ 'ਚ, ਮੋੜਵੇਂ ਰੂਪ 'ਚ ਇਹ ਗੱਲ ਅੱਗੇ ਸਾਡੇ ਸਮਾਜ ਨੂੰ ਦੇਣੀ ਹੈ। ਜੇ ਕੋਈ ਬੱਚਾ ਉੱਥੇ ਇਸ ਤਰ੍ਹਾਂ ਦਾ ਹੈ ਤੁਹਾਡੇ ਧਿਆਨ 'ਚ, ਤਾਂ ਉਹਦੇ ਤੱਕ ਤੁਸੀਂ ਖੁਦ ਆਪਣੇ ਆਪ ਪਹੁੰਚ ਕਰੋ। ਅਸੀਂ ਨਹੀਂ ਸਿਫਾਰਿਸ਼ ਕਰਦੇ ਕਿਸੇ ਦੀ, ਤੁਸੀਂ ਖੁਦ ਆਪਣੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਨਗਰਾਂ ਦੇ ਵਿੱਚ ਨਿਗਾਹ ਮਾਰੋ ਆਸੇ-ਪਾਸੇ ਕਿ ਕੋਈ ਇੰਟੈਲੀਜੈਂਟ ਬੱਚਾ ਪੈਸੇ ਖੂਨੋਂ ਪੜ੍ਹਨ ਤੋਂ ਘਰੇ ਤਾਂ ਨਹੀਂ ਬੈਠਾ ਹੋਇਆ। ਬਿਲਕੁਲ ਜੀ। ਤੇ ਜਦੋਂ ਅਸੀਂ ਗੱਲ ਕਰਦੇ ਆ ਫਿਰ ਮੁੜ ਕੇ ਆਪਣੇ ਸ਼ਹਿਰ ਆਉਂਦੇ ਆ। ਸੋ ਸਾਡੇ ਸ਼ਹਿਰ ਦੀ ਜਦੋਂ ਗੱਲ ਕਰਦੇ ਆ ਬਰਾੜ ਸਾਹਿਬ, ਬਹੁਤੀ ਵਾਰੀ ਇੰਜ ਹੁੰਦਾ ਕਿ ਸਾਡੇ ਆਏ ਦਿਨ ਕੋਈ ਨਾ ਕੋਈ ਖਬਰ ਸਾਨੂੰ ਸੁਣਦੀ ਆ। ਪਹਿਲਾਂ ਪਾਣੀ 'ਚ ਡੁੱਬਣ ਨਾਲ ਕਿੰਨੇ ਨੌਜਵਾਨਾਂ ਦੀ ਮੌਤ ਹੋਈ ਸੀ, ਗੋਲੀਆਂ ਚੱਲਣ ਦੇ ਕਿੰਨੇ ਕੇਸ ਹੁੰਦੇ ਰਹਿੰਦੇ ਆ। ਹੁਣ ਜਿਹੜੀ ਇੱਕ ਹੋਰ ਡੈਲਟਾ ਦੇ ਏਰੀਏ ਟਵਾਸਨ ਦੇ ਵਿੱਚ ਵੀ ਲਾਸਟ ਨਾਈਟ ਇੱਕ ਗੋਲੀਆਂ ਚੱਲਣ ਦੀ ਜਦੋਂ ਆਵਾਜ਼ ਆਈ ਤੇ ਪੁਲਿਸ ਨੂੰ ਕਾਲ ਕੀਤੀ ਗਈ, ਪਰ ਉਹਨਾਂ ਨੂੰ ਉੱਥੋਂ ਕਾਰਤੂਸਾਂ ਦੇ ਖਾਲੀ ਖੋਖੇ ਹੀ ਮਿਲੇ, ਪਰ ਕੋਈ ਜ਼ਖਮੀ ਜਾਂ ਕੋਈ ਇਹੋ ਜਿਹੀ ਵਾਰਦਾਤ ਕੁਝ ਨਹੀਂ ਹੋਇਆ। ਪਰ ਗੋਲੀਆਂ ਕਿਉਂ ਚੱਲੀਆਂ, ਕਿਹਨੇ ਚਲਾਈਆਂ, ਇਹਦੇ ਬਾਰੇ ਕੁਝ ਨਹੀਂ ਪਤਾ ਲੱਗਾ। ਔਰ ਇਹ ਇੱਕ ਕੇਸ ਨਹੀਂ, ਪਹਿਲਾਂ ਵੀ ਇੰਜ ਹੋਇਆ ਸੀ ਕਿ 64 ਤੇ ਸਕਾਟ ਰੋਡ ਦੇ ਲਾਗੇ ਛਾਗੇ ਏਰੀਏ ਦੇ ਵਿੱਚ ਦੋ ਕਾਰਾਂ ਆਪਸ ਦੇ ਵਿੱਚ ਤੇਜ਼ ਰਫ਼ਤਾਰ 'ਚ ਜਾ ਰਹੀਆਂ ਸੀ ਤੇ ਇੱਕ ਦੂਏ ਦੇ ਉੱਤੇ ਗੋਲੀਆਂ ਵਰਾ ਰਹੀਆਂ ਸੀ। ਉਹ ਵੀ ਕਿੱਸਾ ਮੁੜ ਕੇ ਪਤਾ ਨਹੀਂ ਲੱਗਾ ਕਾਰਨ ਕੀ ਸੀ, ਕੌਣ ਸੀ ਉਹ ਲੋਕ। ਪਰ ਜੇ ਉਹ ਗੋਲੀਆਂ ਚੱਲਦੀਆਂ ਦੀ ਲਪੇਟ ਵਿੱਚ ਕੋਈ ਹੋਰ ਕਾਰ ਆ ਜਾਂਦੀ, ਕੋਈ ਹਾਦਸਾ ਵੱਡਾ ਹੋ ਸਕਦਾ ਸੀਗਾ। ਡਰਾਈਵ ਬਾਈ ਸ਼ੂਟਿੰਗ ਦੀਆਂ ਕਾਫੀ ਖਬਰਾਂ ਪਿਛਲੇ ਸਮੇਂ 'ਚ ਸਾਹਮਣੇ ਆਉਂਦੀਆਂ ਰਹੀਆਂ ਨੇ ਜੀ। ਔਰ ਕਈ ਕੇਸਾਂ 'ਚ ਅਜਿਹਾ ਵੀ ਹੁੰਦਾ ਰਿਹਾ ਕਿ ਸਬੂਤ ਮਿਟਾਉਣ ਦੇ ਲਈ, ਖੁਰਾ ਖੋਜ ਮਿਟਾਉਣ ਦੇ ਲਈ ਗੱਡੀਆਂ ਨੂੰ ਅੱਗ ਲਾਤੀ ਜਾਂਦੀ ਰਹੀ ਹੈ। ਕਈਆਂ ਦੇ ਵਿੱਚ ਤਾਂ ਸੜੀਆਂ ਹੋਈਆਂ ਲਾਸ਼ਾਂ ਵੀ ਬਰਾਮਦ ਹੋਈਆਂ ਨੇ। ਤੇ ਇਹ ਆਪਸੀ ਖਹਿਬਾਜ਼ੀ ਹੋਏਗੀ। ਇਹਨੂੰ ਕਈ ਵਾਰੀ ਇਹੋ ਜਿਹੀਆਂ ਘਟਨਾਵਾਂ ਜਿਹੜੀ ਉਹ ਡਰੱਗ ਦੇ ਨਾਲ ਜੁੜੀਆਂ ਹੁੰਦੀਆਂ ਨੇ ਕਿ ਇਲਾਕੇ ਹੁੰਦੇ ਨੇ ਕਿ ਇੱਥੇ ਇਸ ਹਿੱਸੇ 'ਚ ਅਸੀਂ ਸਪਲਾਈ ਕਰਨੀ ਆ। ਇਹਦੇ 'ਚ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਮਾਪਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਉਹ ਇਹ ਹੈ ਕਿ ਹੁਣ ਬੱਚੇ ਇਹਨਾਂ ਦਿਨਾਂ 'ਚ ਵਿਹਲੇ ਨੇ, ਸਕੂਲਾਂ 'ਚ ਛੁੱਟੀਆਂ ਨੇ। 8 ਸਤੰਬਰ ਤੋਂ BC ਦੇ ਵਿੱਚ ਸਕੂਲ ਖੁੱਲ੍ਹਣ ਜਾ ਰਹੇ ਨੇ ਤੇ ਕੁਝ ਮਾਪੇ ਇਹਦੇ ਤੇ ਵੀ ਇਤਰਾਜ਼ ਜਤਾ ਰਹੇ ਨੇ ਕਿ ਨਹੀਂ, ਸਕੂਲ ਨਹੀਂ ਖੁੱਲ੍ਹਣੇ ਚਾਹੀਦੇ, ਅਜੇ ਕੋਰੋਨਾ ਵਾਇਰਸ ਕਿਧਰੇ ਨਹੀਂ ਗਿਆ, ਇੱਥੇ ਹੀ ਹੈ ਤੇ ਬੱਚਿਆਂ ਨੂੰ ਕਿਧਰੇ ਲਾਗ ਨਾ ਲੱਗ ਜੇ, ਉਹਨਾਂ ਨੂੰ ਇਹ ਡਰ ਸਤਾ ਰਿਹਾ। ਪਰ
ਬੱਚਿਆਂ ਦੇ ਉੱਪਰ ਜਿਹੜੇ ਹੁਣ ਅੱਜ ਕੱਲ੍ਹ ਵਿਹਲੇ ਨੇ, ਤੁਹਾਨੂੰ ਹਰ ਮਾਪੇ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇੱਕ ਉਮਰ ਹੁੰਦੀ ਹੈ ਜੀ 16 ਸਾਲ ਤੋਂ ਲੈ ਕੇ 20-22 ਸਾਲ ਤੱਕ ਜੀ ਬਿਲਕੁਲ। ਇਹਦੇ 'ਚ ਬੱਚਾ ਤਿਲਕ ਸਕਦਾ ਹੁੰਦਾ। ਤੁਹਾਡਾ ਲੱਖ ਭਰੋਸਾ ਬਣਿਆ ਹੋਵੇ, ਫਿਰ ਵੀ ਬੱਚੇ ਦੇ ਉੱਪਰ ਨਿਗਾਹ ਰੱਖਣੀ ਬਣਦੀ ਹੈ ਕਿ ਉਹ ਕਿੱਧਰ ਜਾ ਰਿਹਾ, ਕਿਹਦੇ ਨਾਲ ਮਿਲਣ ਵਰਤਨ ਕਰ ਰਿਹਾ। ਉਹ ਬੱਚਾ ਕਈ ਵਾਰੀ ਵੱਡੇ ਬੱਚਿਆਂ ਦੇ ਸੰਪਰਕ 'ਚ ਆ ਕੇ ਉਹਨੂੰ ਹੋਰ ਪਾਸੇ ਧੱਕ ਸਕਦੇ ਹੁੰਦੇ ਨੇ, ਤੇ ਬਾਅਦ 'ਚ ਫਿਰ ਕਈ ਵਾਰੀ ਸਾਰੀ ਉਮਰ ਦਾ ਪਛਤਾਵਾ ਰਹਿ ਜਾਂਦਾ ਹੈ। ਤੇ ਇਹਦੇ 'ਚ ਉਹਨਾਂ ਬੱਚਿਆਂ ਨੂੰ ਵੀ ਮੈਂ ਇਸ ਮੰਚ ਤੋਂ ਸੁਨੇਹਾ ਦੇਣਾ ਚਾਹਾਂਗਾ ਕਿ ਜਿਹੜੇ ਤੁਹਾਡੇ ਮਾਪੇ ਨੇ ਉਹ ਤੁਹਾਡੇ ਚੰਗੇ ਭਵਿੱਖ ਦੇ ਲਈ ਇਸ ਮੁਲਕ 'ਚ ਆਏ ਨੇ। ਚੰਗੇ ਭਲੇ ਕੰਮ ਛੱਡ ਕੇ, ਕਾਰੋਬਾਰ ਛੱਡ ਕੇ, ਨੌਕਰੀਆਂ ਛੱਡ ਕੇ, ਘੁੰਮਦੀਆਂ ਕੁਰਸੀਆਂ ਤੇ ਬੈਠਣ ਵਾਲੇ ਇੱਧਰ ਆ ਕੇ ਲੱਕ ਤੋੜ ਕੇ ਮਿਹਨਤ ਕਰਦੇ ਨੇ। ਔਰ ਉਹਨਾਂ ਦਾ ਵੀ ਉਹਨਾਂ ਬੱਚਿਆਂ ਨੂੰ, ਨੌਜਵਾਨਾਂ ਨੂੰ, ਮੁਟਿਆਰਾਂ ਨੂੰ, ਗੱਭਰੂਆਂ ਨੂੰ ਧਿਆਨ ਚਾਹੀਦਾ ਹੈ, ਖਿਆਲ ਚਾਹੀਦਾ ਹੈ ਕਿ ਇਹਨਾਂ ਨੇ ਸਾਡੇ ਚੰਗੇ ਉਜਵਲ ਭਵਿੱਖ ਦੇ ਲਈ ਉਹ ਮੁਲਕ ਛੱਡਿਆ ਤੇ ਇੱਥੇ ਆ ਕੇ ਮਿਹਨਤ ਕਰ ਰਹੇ ਨੇ, ਤੇ ਅਸੀਂ ਇਹਨਾਂ ਦੀ ਮਿਹਨਤ ਦਾ ਮੁੱਲ ਮੋੜੀਏ। ਮਿਹਨਤ ਦਾ ਮੁੱਲ ਇਹ ਨਹੀਂ ਕਿ ਉਹਨਾਂ ਨੂੰ ਤੁਸੀਂ ਪੈਸੇ ਲਿਆ ਕੇ ਦਿਓ ਕਮਾ ਕੇ, ਤੁਸੀਂ ਆਪ ਕਮਾ ਕੇ ਆਪ ਹੀ ਆਪਣੇ ਪੈਰਾਂ ਤੇ ਖੜੇ ਹੋ ਜਾਓ ਤੇ ਮਾੜੀ ਸੰਗਤ ਤੋਂ ਬਚ ਕੇ ਰਹੋ, ਨਸ਼ਿਆਂ ਤੋਂ ਦੂਰ ਰਹੋ, ਮਾਪਿਆਂ ਦੇ ਆਗਿਆਕਾਰੀ ਬਣੋ, ਵੱਡਿਆਂ ਦਾ ਸਤਿਕਾਰ ਕਰੋ, ਛੋਟਿਆਂ ਨੂੰ ਪਿਆਰ ਕਰੋ। ਇਹੀ ਤਾਂ ਸਾਡੇ ਵੱਡਿਆਂ ਨੇ, ਗੁਰੂਆਂ ਸਾਹਿਬਾਨਾਂ ਨੇ, ਰਹਿਬਰਾਂ ਨੇ ਦੱਸਿਆ। ਉਹੀ ਜੀਵਨ ਜਾਚ ਅਸੀਂ ਅਪਣਾ ਲਈਏ ਤਾਂ ਇਹ ਸਮਾਜ ਸਾਡਾ ਹੋਰ ਵੀ ਵਧੀਆ ਬਣ ਸਕਦਾ ਜੀ। ਤੇ ਦੂਜੇ ਪਾਸੇ ਇੱਕ ਹੋ ਰਿਹਾ ਕਿ ਤੇਜ਼ ਰਫ਼ਤਾਰ ਗੱਡੀਆਂ ਦਾ ਬੜਾ ਜਿਹੜੇ ਮਾਮਲੇ ਸਾਹਮਣੇ ਆਉਂਦੇ ਆ। ਬਹੁਤ ਸਾਰੀ ਜਗ੍ਹਾ ਦੇ ਉੱਤੇ, ਬਹੁਤ ਸਾਰੇ ਇੰਟਰਸੈਕਸ਼ਨਸ ਦੇ ਵਿੱਚ ਕੈਮਰੇ ਲਾਏ ਗਏ ਆ, ਪਰ ਫਿਰ ਵੀ ਜਿੱਥੇ ਕਿਤੇ ਨਹੀਂ ਕੈਮਰੇ ਲੱਗੇ ਹੁੰਦੇ, ਅੱਖ ਬਚਾ ਕੇ, ਜਾਂ ਜਿੱਥੇ ਵਨ ਵੇ ਜਾ ਰਿਹਾ ਹੈਗਾ, ਖਾਸ ਕਰਕੇ ਨੌਜਵਾਨ ਪੀੜ੍ਹੀ ਗਲਤ ਡਰਾਈਵਿੰਗ ਨੂੰ ਤਰਜੀਹ ਦਿੰਦੀ ਆ। ਫਿਕਰ ਹੀ ਉਹਨਾਂ ਨੂੰ ਕੋਈ ਨਹੀਂਗਾ ਕਿ ਇਹ ਵਨ ਵੇ ਹੈਗਾ ਆ, ਤੇ ਉਹ ਕ੍ਰਾਸ ਕਰਨ ਲੱਗੇ ਦੇਖਦੇ ਨੇ ਕਿ ਅੱਗੇ ਉਹਨਾਂ ਦੇ ਨਾਲ ਕੀ ਹੋਣਾ ਆ। ਸੋ ਇਹੋ ਜਿਹਾ ਇੱਕ ਐਕਸੀਡੈਂਟ 72 ਤੇ ਤਾਂ ਸਕਾਟ ਰੋਡ ਤੇ ਲਾਸਟ ਨਾਈਟ ਹੋਇਆ, ਜਿਹਦੇ ਵਿੱਚ ਮਸਟੈਂਗ ਗੱਡੀ ਸੀਗੀ ਔਰ ਖੰਭੇ 'ਚ ਵੱਜੀ ਹੈ। ਇੱਕ ਹੋਂਡਾ ਸੈਡਾਨ ਸੀ ਔਰ ਕਾਫੀ ਜਿੱਦਾਂ ਉਹਨਾਂ ਦੇ ਵਿੱਚ ਲੋਕਾਂ ਨੂੰ ਸੱਟਾਂ ਵੱਜੀਆਂ ਆ, ਤੇ ਪਰ ਹੱਲੇ ਤੱਕ ਉਹਦੇ ਕਾਰਨ ਨਹੀਂ ਪਤਾ ਲੱਗ ਸਕਿਆ। ਵੇਰਵੇ ਆਉਣੇ ਬਾਕੀ ਕਈ ਵਾਰੀ ਇਹ ਹੁੰਦਾ ਜੀ, ਆਮ ਤੌਰ ਤੇ ਜਾਂ ਤਾਂ ਤੇਜ਼ ਸਪੀਡ ਜਾਂ ਫਿਰ ਨਸ਼ਾ ਕਰਕੇ ਗੱਡੀ ਚਲਾਉਂਦੇ ਜਿਹੜੇ ਡਰਾਈਵਰ ਨੇ, ਉਹ ਇਹੋ ਜਿਹੇ ਜਿਹੜੇ ਘਟਨਾਵਾਂ ਦਾ, ਦੁਰਘਟਨਾਵਾਂ ਦਾ ਕਾਰਨ ਬਣਦੇ ਨੇ। ਵੈਨਕੂਵਰ 'ਚ ਇੱਕ ਬੜਾ ਜਿਹੜਾ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ। ਇੱਕ ਛੋਟੀ ਜਿਹੀ ਕਾਰ ਨੇ ਉਹ ਟੈਕਸੀ 'ਚ ਵੱਜੀ ਸੀ, ਟੈਕਸੀ ਨੂੰ ਲੱਦ ਕੇ ਸਿੱਟਤਾ ਸੀ। ਹੋਰ ਬਹੁਤ ਸਾਰੀਆਂ ਥਾਵਾਂ ਤੇ ਜਿਹੜੀਆਂ ਦੁਰਘਟਨਾਵਾਂ ਵਾਪਰਦੀਆਂ ਨੇ, ਮਨੁੱਖੀ ਲਾਪਰਵਾਹੀ ਦਾ ਨਤੀਜਾ ਹੁੰਦਾ। 1 ਸੈਕਿੰਡ ਦੀ ਲਾਪਰਵਾਹੀ ਕਿਸੇ ਦੂਜੇ ਦੀ ਜ਼ਿੰਦਗੀ ਦਾ ਖੌਅ ਬਣ ਸਕਦੀ ਹੁੰਦੀ ਹੈ। ਸੋ ਬੇਧਿਆਨੀ 'ਚ ਗੱਡੀ ਨਾ ਚਲਾਓ। ਜਗ੍ਹਾ ਜਗ੍ਹਾ ਤੇ ਕੈਮਰੇ ਲੱਗੇ ਹੋਏ ਨੇ, ਤੁਹਾਡਾ ਪਤਾ ਲੱਗ ਜਾਣਾ। ਇਹ ਨਹੀਂ ਕਿ ਇੱਥੇ ਤੁਸੀਂ ਭੱਜ ਨਹੀਂ ਸਕਦੇ ਤੇ ਲੁੱਕ ਨਹੀਂ ਸਕਦੇ। ਅੱਛਾ ਬਰਾੜ ਸਾਹਿਬ, ਇੱਕ ਟਰੱਕਾਂ ਦੇ ਐਕਸੀਡੈਂਟਾਂ ਬਾਰੇ ਵੀ ਤੁਹਾਨੂੰ ਪਤਾ ਹੋ, ਜਿਹੜਾ ਬਹੁਤ ਵੱਡਾ ਐਕਸੀਡੈਂਟ ਆ ਵੀਕਐਂਡ ਤੋਂ ਪਹਿਲਾਂ ਹੋਇਆ, ਔਰ ਉਹਦੇ ਵਿੱਚ ਵੀ ਕਾਫੀ ਕਾਰਾਂ ਵੀ ਇਨਵੋਲਵ ਸੀ ਤੇ ਕਾਫੀ ਟਰੱਕ ਵੀ ਉਹਦੇ 'ਚ ਇਨਵੋਲਵ ਸੀਗੇ। ਪਰ ਕਿਤੇ ਨਾ ਕਿਤੇ ਜਦੋਂ ਅਸੀਂ ਸੋਸ਼ਲ ਮੀਡੀਆ ਦੇਖਦੇ ਹਾਂ, ਕਿਉਂਕਿ ਸਾਡੀ ਜੌਬ ਹੀ ਇਦਾਂ ਦੀ, ਅਸੀਂ ਜੁੜੇ ਰਹਿੰਦੇ ਸੋਸ਼ਲ ਮੀਡੀਆ ਨਾਲ, ਤੇ ਕਿਤੇ ਨਾ ਕਿਤੇ ਜਦੋਂ ਅਸੀਂ ਇੱਕ ਖਾਸ ਜਿਹੜਾ ਟਿਕਟੌਕ ਦੀ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਟਿਕਟੌਕ ਭਾਰਤ 'ਚ ਤਾਂ ਬੰਦ ਹੋ ਗਿਆ ਪਰ ਇਹਨਾਂ ਮੁਲਕਾਂ 'ਚ ਚੱਲਦਾ, ਪਰ ਬਹੁਤ ਸਾਰੀਆਂ ਵੀਡੀਓ ਇਹੋ ਜਿਹੀਆਂ ਸਾਹਮਣੇ ਆਉਂਦੀਆਂ ਕਿ ਕੋਈ ਨੌਜਵਾਨ ਟਰੱਕ ਚਲਾ ਰਿਹਾ ਹੈਗਾ ਤੇ ਨਾਲ ਨਾਲ ਟਿਕਟੌਕ ਵੀ ਬਣਾ ਰਿਹਾ ਹੈਗਾ, ਉਹ ਨਾਲ ਨਾਲ ਆਪਣਾ ਫੋਨ ਵੀ ਵਰਤੋਂ 'ਚ ਲਿਆ ਰਿਹਾ ਹੈਗਾ ਆ। ਸੋ ਕੁਝ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨਾਂ ਦੇ ਵਿੱਚ ਵੀ ਫੇਰ ਬਦਲ ਆਵੇਗੀ। ਟਰੱਕਾਂ ਦੇ ਜਿਹੜੇ ਲਾਇਸੈਂਸ ਲੈਂਦੇ ਨੇ, ਉਹ ਕਹਿੰਦੇ ਕਿ ਅਨਐਕਸਪੀਰੀਅੰਸ ਤੇ ਗਲਤ ਤਰੀਕੇ ਨਾਲ ਟਰੱਕਾਂ ਦੇ ਲਾਇਸੈਂਸ ਹਾਸਲ ਕਰਕੇ ਨੌਜਵਾਨ ਪੀੜ੍ਹੀ ਆ ਰਹੀ ਹੈ ਇਸ ਪਾਸੇ ਵੱਲ, ਪਰ ਕਾਫੀ ਐਕਸੀਡੈਂਟ ਹੋ ਰਹੇ ਹੈਗੇ, ਜਾਨਾਂ ਬਹੁਤਿਆਂ ਦੀਆਂ ਜਾ ਰਹੀਆਂ ਹੈਗੀਆਂ। ਲੱਗ ਰਹੇ ਨੇ ਜੀ, ਇਹਦੇ 'ਚ ਹੁਣ ਅੱਗੇ ਜਾ ਕੇ ਪਤਾ ਲੱਗ ਜਾਏਗਾ। ਅਜੇ ਤੱਕ ਆਪਾਂ ਇਹੀ ਕਹਿ ਸਕਦੇ ਹਾਂ, ਕਥਿਤ ਇਲਜ਼ਾਮ ਲੱਗ ਰਹੇ ਨੇ, ਕੰਪਨੀਆਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਲਾਲਚ ਵਸ ਜਿਹੜੇ ਅਣਜਾਣ ਡਰਾਈਵਰਾਂ ਨੂੰ ਸਸਤੇ ਭਾਅ 'ਚ ਡਰਾਈਵਰ ਰੱਖ ਲੈਂਦੇ ਨੇ, ਤੇ ਜਿਹੜੇ ਨੌਜਵਾਨ ਆਉਂਦੇ ਨੇ ਉਹ ਵੀ ਕਹਿੰਦੇ ਕਿਸੇ ਵੀ ਭਾਅ, ਕਿਸੇ ਵੀ ਕੀਮਤ ਤੇ, ਕਿਸੇ ਸਿੱਧੇ ਢੰਗ ਨਾਲ ਕੋਈ ਇਸ ਤਰ੍ਹਾਂ ਲਾਇਸੈਂਸ ਹਾਸਲ ਕਰਕੇ ਤੇ ਇਲੈਕਟ੍ਰੋਨਿਕ ਲੌਗ ਬੁੱਕ ਨਾਲ ਵੀ ਕਹਿੰਦੇ ਛੇੜਛਾੜ ਕੀਤੀ ਜਾ ਰਹੀ ਹੈ। ਕਿਉਂਕਿ ਉਹ ਲੌਗ ਬੁੱਕ ਜਿਹੜੀ ਆ ਜਾਂ ਜਿਹੜੇ ਵੀ ਨਿਯਮ ਬਣੇ ਨੇ ਕਿ ਇੰਨੇ ਘੰਟੇ ਤੁਸੀਂ ਚੱਲਣਾ ਹੈ, ਫਿਰ ਰੁਕਣਾ ਹੈ, ਆਰਾਮ ਕਰਨਾ ਹੈ, ਉਹ ਇਸੇ ਲਈ ਬਣੇ ਹੋਏ ਨੇ ਕਿ ਇਹੋ ਜਿਹੇ ਹਾਦਸਿਆਂ ਤੋਂ ਬਚਾਅ ਹੋਵੇ, ਥੱਕੇ ਨਾ, ਉਹਨੂੰ ਪ੍ਰੋਪਰ ਆਰਾਮ ਕਰਨ ਦੇ ਲਈ ਸਮਾਂ ਮਿਲੇ, ਉਹਦੀ ਨੀਂਦ ਪੂਰੀ ਹੋਵੇ। ਜੇ ਤੁਸੀਂ ਜਾਗਰਾ ਕੱਟ ਕੇ ਹੱਥ ਸਟੀਅਰਿੰਗ ਨੂੰ ਪਾਏ ਆ ਤੇ ਸੁਪਨੇ ਹੋਰ ਕਿਤੋਂ ਦੇ ਲਈ ਜਾ ਰਹੇ ਹੋ, ਧਿਆਨ ਤੁਹਾਡਾ ਕਿਸੇ ਹੋਰ ਪਾਸੇ ਹੈ, ਟਿਕਟੌਕ ਤੇ ਲੱਗਿਆ ਪਿਆ ਜਾਂ ਕੋਈ ਕਿਤੇ ਹੋਰ, ਤਾਂ ਉਹਦੇ 'ਚ ਤੁਸੀਂ ਸਿਰਫ ਨਾ ਤਾਂ ਆਪਣੀ ਹੀ ਜ਼ਿੰਦਗੀ ਲਈ ਖਤਰਾ ਸਹੇੜ ਰਹੇ ਹੁੰਦੇ ਹੋ, ਬਲਕਿ ਦੂਜਿਆਂ ਲਈ ਵੀ ਖਤਰਾ ਬਣਦੇ ਹੋ। ਜੇ ਕੋਈ ਟਰੱਕ ਡਰਾਈਵਰ ਕਿਸੇ ਹਾਦਸੇ ਦਾ ਸ਼ਿਕਾਰ ਹੁੰਦਾ ਤਾਂ ਉਹਦੇ ਨਾਲ ਕਈ ਪਰਿਵਾਰ ਜੁੜੇ ਹੁੰਦੇ ਨੇ,
ਤੇ ਉਂਗਲਾਂ ਪਿੱਛੋਂ- ਸਾਰਿਆਂ ਤੇ ਜੀ, ਉੱਠਦੀਆਂ, ਜਿਹੜੇ ਬਿਲਕੁਲ। ਚੰਗੇ ਆ, ਜਿਹੜੇ ਪਤਾ ਨਹੀਂ ਕਿੰਨਿਆਂ ਸਾਲਾਂ ਤੋਂ ਵਧੀਆ ਰੈਕਡ ਦੇ ਨਾਲ ਟਰੱਕ ਚਲਾ ਰਹੇ ਹੈਗੇ ਆ, ਪੂਰੇ ਕਾਨੂੰਨ ਫੋਲੋ ਕਰ ਰਹੇ ਹੈਗੇ ਆ, ਉਹ ਵੀ ਇਸੇ ਸ਼ਿਕੰਜੇ 'ਚ ਆ ਜਾਂਦੇ ਆ। ਸੋ ਜਦੋਂ ਕਾਨੂੰਨ ਕੱਸਦੇ ਆ, ਲਗਾਮ ਥੋੜੀ ਜਿਹੀ ਢਿੱਲੀ ਕਰਦੇ ਆ, ਜਦੋਂ ਦੁਬਾਰਾ ਕੱਸਦੇ ਆ ਤੇ ਉਹ ਸਾਰੇ ਉਸ ਸ਼ਿਕੰਜੇ 'ਚ ਆ ਜਾਂਦੇ ਆ। ਸੋ ਸਾਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਤੇ ਬਰਾੜ ਸਾਹਿਬ, ਖਬਰਾਂ ਤਾਂ ਸਾਰੀਆਂ ਹੋ ਗਈਆਂ, ਪਰ ਅੱਜ ਤੁਹਾਡੇ ਹੱਥ 'ਚ ਬੜੀ ਵਧੀਆ ਇੱਕ ਹੋਰ ਕਿਤਾਬ ਆ, ਇਹਦਾ ਕੋਈ ਰਾਜ ਦੱਸੋ, ਇਹ ਕਿਹਨਾਂ ਦੀ ਕਿਤਾਬ ਆ? ਮੇਰਾ ਕਿਤਾਬਾਂ ਨਾਲ ਇਸ਼ਕ ਹੈ ਜੀ। ਕਿਤਾਬਾਂ ਮੇਰੇ ਕੋਲ ਪਿੰਡ ਵੀ ਜਦੋਂ ਮੈਂ ਸੀ ਤਾਂ ਇੱਕ ਨਿੱਜੀ ਲਾਇਬ੍ਰੇਰੀ ਸੀ ਮੇਰੇ ਘਰ 'ਚ ਮੈਂ ਬਣਾਈ ਹੋਈ, ਤੇ ਉਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਦੋਂ ਪੜ੍ਹਿਆ ਤਾਂ ਅਸੀਂ ਏਸੀ ਜੋਸ਼ੀ ਲਾਇਬ੍ਰੇਰੀ 'ਚ ਘੰਟਿਆਂ ਬੱਧੀ ਬੈਠ ਕੇ ਪੜ੍ਹਦੇ ਰਹਿੰਦੇ। ਹੋਸਟਲ ਦੇ ਵਿੱਚ ਅਲਮਾਰੀ ਕਮਰੇ ਦੀ ਇੱਕ ਕਿਤਾਬਾਂ ਨਾਲ ਭਰੀ ਹੋਈ ਸੀ। ਫਿਰ ਬਠਿੰਡੇ ਮੈਂ ਕਾਲਜ ਪੜ੍ਹਾ ਕੇ ਆਇਆ, ਉੱਥੇ ਵੀ ਜਿਹੜੀ ਲਾਇਬ੍ਰੇਰੀ ਖੜੀ ਕੀਤੀ, ਕਿਉਂਕਿ ਮੈਂ ਸ਼ੁਰੂ 'ਚ ਸੀ ਉਸ ਕਾਲਜ ਦੇ ਵਿੱਚ ਚਲਾ ਗਿਆ। ਜਦੋਂ ਖੁੱਲ੍ਹਿਆ ਹੀ ਸੀ ਤਾਂ ਸਾਰੇ ਪੰਜਾਬ ਤੋਂ, ਦਿੱਲੀ ਤੋਂ, ਚੰਡੀਗੜ੍ਹ ਤੋਂ ਅਸੀਂ ਕਿਤਾਬਾਂ ਦੀਆਂ ਜਿਹੜੀਆਂ ਗੱਡੀਆਂ ਭਰ ਕੇ ਉਸ ਲਾਇਬ੍ਰੇਰੀ 'ਚ ਜਮ੍ਹਾਂ ਕਰਵਾਈਆਂ ਚੰਗੀਆਂ। ਤੇ ਇੱਥੇ ਆ ਕੇ ਵੀ ਮੈਂ ਇੱਕ ਕੋਨਾ ਘਰ ਦਾ ਰਾਖਵਾਂ ਰੱਖਿਆ ਹੋਇਆ। ਤੇ ਅੱਜ ਜਿਹੜੀ ਕਿਤਾਬ ਹੈ ਉਹ ਹੈਗੀ ਹੈ ਇਹ ਬਾਬੂ ਰਜਬਲੀ, ਰੰਗੀਲਾ ਰਜਬਲੀ। ਇਹਦਾ ਕਾਰਨ ਇਹ ਹੈ ਕਿ ਅੱਜ ਬਾਬੂ ਰਜਬਲੀ ਦਾ ਜਨਮ ਦਿਨ ਹੈ ਜੀ। ਅੱਛਾ ਜੀ। 10 ਅਗਸਤ 1894 ਨੂੰ ਸਾਹੋ ਕੇ ਪਿੰਡ, ਜਿਹੜਾ ਉਦੋਂ ਫਿਰੋਜ਼ਪੁਰ ਜ਼ਿਲ੍ਹੇ 'ਚ ਹੁੰਦਾ ਸੀ, ਉੱਥੇ ਬਾਬੂ ਰਜਬਲੀ ਦਾ ਜਨਮ ਹੋਇਆ ਸੀ। ਬਾਬੂ ਰਜਬਲੀ ਮੁਸਲਮਾਨ ਸੀ, ਰਜਬਲੀ ਨਾਂ ਤੋਂ ਸਪਸ਼ਟ ਹੈ। ਤੇ ਔਰ ਬਾਬੂ ਉਹਨਾਂ ਨੂੰ ਇਸ ਕਰਕੇ ਕਹਿੰਦੇ ਸੀ ਕਿ ਨਹਿਰੀ ਮਹਿਕਮੇ ਦੇ ਵਿੱਚ ਉਹ ਓਵਰਸੀਅਰ ਲੱਗੇ ਹੋਏ ਸੀ। ਹੁਣ ਆਪਾਂ ਕਹਿੰਦੇ ਨਾ ਸੀਨੀਅਰ ਇੰਜੀਨੀਅਰ ਹੈ, ਜੂਨੀਅਰ ਇੰਜੀਨੀਅਰ ਹੈ, ਉਦੋਂ ਜਿਹੜਾ ਇਸ ਤਰ੍ਹਾਂ ਦਾ ਕੋਰਸ ਓਵਰਸੀਅਰੀ ਦਾ ਕੋਰਸ ਹੁੰਦਾ ਸੀ, ਉਹ ਕੋਰਸ ਪਾਸ ਕੀਤਾ ਸੀ ਇਹਨਾਂ ਨੇ, ਤੇ ਉਹਨਾਂ ਨੂੰ ਲੋਕ ਪਿੰਡਾਂ 'ਚ ਕਹਿੰਦੇ ਸੀ ਬਾਬੂ ਲੱਗਿਆ ਹੋਇਆ। ਔਰ ਜਿਹੜੇ ਨਹਿਰੀ ਵਿਸ਼ਰਾਮ ਘਰ ਹੁੰਦੇ ਸੀ ਅਜੇ ਵੀ ਉਹ ਝੀਂਡ ਵਾਲੇ ਮੁਕਤਸਰ ਜ਼ਿਲ੍ਹੇ 'ਚ ਟਿੱਪਾਂ ਵਾਲੀ ਆ, ਹੋਰ ਕਈ ਥਾਵਾਂ ਤੇ ਬਣੇ ਹੋਏ ਨੇ। ਇਹ ਪਿੰਡੋਂ ਪਿੰਡ ਵਿਚਰਦੇ ਹੁੰਦੇ ਸੀਗੇ, ਪੈਦਲ ਜਾਂ ਸਾਈਕਲ ਤੇ, ਜਾਂ ਕਹਿੰਦੇ ਘੋੜੀ ਰੱਖੀ ਹੁੰਦੀ ਸੀ ਇਹਨੇ, ਘੋੜੀਆਂ ਤੇ ਸਫ਼ਰ ਕਰਦੇ ਹੁੰਦੇ ਸੀਗੇ। ਸਰਕਾਰੀ ਮੁਲਾਜ਼ਮ ਸੀ ਤੇ ਪੱਗ ਜਿਹੜੀ ਇਹ ਤੁਰਲੇ ਵਾਲੀ ਇਹਨਾਂ ਨੇ ਬੰਨੀ ਹੋਈ ਆ, ਛੱਡਿਆ, ਪੂਰੀ ਚੜ੍ਹਾਈ ਹੁੰਦੀ ਸੀਗੀ। ਤੇ ਹਰੇਕ ਪਿੰਡ ਦਾ ਇਹ ਭੂਗੋਲ ਚੰਗੀ ਤਰ੍ਹਾਂ ਜਾਣਦੇ ਸੀਗੇ। ਆਪਾਂ ਅੱਗੇ ਮੈਂ ਸਾਡੇ ਸੁਣਨ ਵਾਲਿਆਂ ਨੂੰ ਦੱਸਾਂਗਾ ਵੀ। ਔਰ ਮੈਂ ਮੁਕਤਸਰ ਜ਼ਿਲ੍ਹੇ ਨੂੰ ਬਿਲੋਂਗ ਕਰਦਾ, ਤਾਂ ਮੈਨੂੰ ਵਾਰ-ਵਾਰ ਚੇਤੇ ਆਉਣਾ ਸਾਡੇ ਮੁਕਤਸਰ ਮਾਘੀ ਦਾ ਮੇਲਾ ਲੱਗਦਾ। ਉਸ ਮੇਲੇ ਬਾਰੇ ਤੇ ਉਹਨਾਂ ਪਿੰਡਾਂ ਬਾਰੇ ਜਿਹੜਾ ਬਾਬੂ ਰਜਬਲੀ ਨੇ ਲਿਖਿਆ ਉਹ ਕਮਾਲ ਹੈ। ਕਹਿੰਦੇ ਮੁਕਤਸਰ ਟਿੱਪਾਂ ਵਾਲੀ ਮਹਾਬੱਦਰ, ਮੁਕਤਸਰ ਟਿੱਪਾਂ ਵਾਲੀ ਮਹਾਬੱਦਰ, ਨੀਤਾਂ ਸਾਫ਼ ਦਿਲਾਂ ਦੇ ਪੱਧਰ, ਲੋਕ ਹੈ ਇਨ ਨਗਰਾਂ ਦੇ ਦਾਤੇ, ਮਾਘੀ ਨਹਾਉਣ ਤੇ ਬੋਹ ਲੁਟਾਤੇ, ਦਾਣੇ ਪੀਣ ਮਸ਼ੀਨਾਂ ਤੇ, ਬਚੜੇ ਜਿਉਣ ਸਦਾ ਸੁਖ ਮੰਨਣ, ਬਣ ਗਿਆ ਸੁਰਗ ਜ਼ਮੀਨਾਂ ਤੇ। ਔਰ ਬਿਲਕੁਲ ਜ਼ਮੀਨਾਂ ਤੇ ਸੁਰਗ ਬਣਿਆ ਜਦੋਂ ਅੰਗਰੇਜ਼ਾਂ ਨੇ ਨਹਿਰਾਂ ਕਢਵਾਈਆਂ, ਕਿਉਂਕਿ ਇਹ ਗੱਲਾਂ ਉਸ ਵੇਲੇ ਦੀਆਂ ਜਦੋਂ ਪੰਜਾਬ ਤੇ ਅੰਗਰੇਜ਼ਾਂ ਦਾ ਰਾਜ ਸੀ। ਫਿਰ 1947 'ਚ ਮੁਲਕ ਦਾ ਬਟਵਾਰਾ ਹੋਇਆ। ਸਾਹੋਕੇ ਤੋਂ ਬਾਬੂ ਰਜਬਲੀ ਦਾ ਪਰਿਵਾਰ ਵੀ ਉੱਜੜ ਗਿਆ, ਉਹ ਪਾਕਿਸਤਾਨ ਚਲੇ ਗਏ। ਪਾਕਿਸਤਾਨ ਜਾ ਕੇ ਬਾਬੂ ਰਜਬਲੀ ਦਾ ਜੀ ਨਹੀਂ ਲੱਗਿਆ। ਉਹਨਾਂ ਦੀ ਜਿਹੜੀ ਰੂਹ ਸੀ ਉਹ ਇੱਧਰ ਪੰਜਾਬ 'ਚ ਆਪਣੇ ਪਿੰਡ ਦੇ ਯਾਰਾਂ ਬੇਲੀਆਂ ਦੇ ਵਿੱਚ ਹੀ ਰਹਿੰਦੀ ਸੀ ਤੇ ਤੜਪਦੀ ਰਹਿੰਦੀ ਸੀ ਕਿ ਕਦੋਂ ਜਾ ਕੇ ਪਿੰਡਾਂ 'ਚ ਉਹਨਾਂ ਨੂੰ ਮਿਲਾਂ, ਚਾਚੀਆਂ ਤਾਈਆਂ ਨੂੰ ਮੱਥੇ ਟੇਕਾਂ ਤੇ ਉਹਨਾਂ ਦਾ ਪਿਆਰ ਹਾਸਲ ਕਰਾਂ। ਤੇ ਹੋਰ ਬਹੁਤ ਸਾਰੇ ਪਿੰਡਾਂ 'ਚ ਜਿਹੜੇ 'ਚ ਉਹ ਵਿਚਰੇ ਨੇ, ਉਹਨਾਂ ਦੇ ਬਾਰੇ ਉਹਨਾਂ ਨੇ ਜੋ ਕੁਝ ਵੀ ਲਿਖਿਆ ਉਹ ਕਮਾਲ ਦਾ। ਜਿਵੇਂ ਉਹਨਾਂ ਨੇ ਲਿਖਿਆ, ਕਹਿੰਦੇ ਤੁੰਗ ਵਾਲੀ ਨਾਂਗੇ ਫੂਸ ਮੰਡੀ ਦੇ ਕਮਾਊ ਬਾਲੇ, ਤੁੰਗ ਵਾਲੀ ਨਾਂਗੇ ਫੂਸ ਮੰਡੀ ਦੇ ਕਮਾਊ ਬਾਲੇ, ਗਹਿਰੀ ਲੋਕ ਜ਼ਹਿਰੀ ਤੇ ਘਲੌਟੇ ਜ਼ਿਆਦਾ ਜੱਸੀ ਦੇ, ਕੱਚੀ ਭੁੱਚੋ ਭਾਈ ਕੀ ਕਸ਼ਹਿਰਿਆਂ ਦਾ ਜ਼ੋਰ ਬਾਲਾ, ਕੱਚੀ ਭੁੱਚੋ ਭਾਈ ਕੀ ਕਸ਼ਹਿਰਿਆਂ ਦਾ ਜ਼ੋਰ ਬਾਲਾ, ਭਾਗੂ ਦੇ ਸਰੋਤੇ ਉਹ ਰੁੱਖੇ ਜਿਹੇ ਲੋਕ ਦੱਸੀ ਦੇ, ਬੀਬੀ ਵਾਲਾ ਪਿੰਡ ਆ ਬਠਿੰਡੇ ਦੇ ਬਿਲਕੁਲ ਨਾਲ, ਬੀਬੀ ਵਾਲੇ ਬਾਹਲਾ ਦੁੱਧ ਵੇਚਦੇ ਬਾਜ਼ਾਰ ਵਿੱਚ, ਸ਼ਮੀਰ ਘਰ ਵੈਲਾਂ ਦਾ, ਪਿਆਕ ਮਹਿਣੇ ਲੱਸੀ ਦੇ, ਰਜਬਲੀ 7 ਲੈਣਾ ਪੈਂਦੀਆਂ ਬਠਿੰਡੇ ਵਿੱਚ, ਰੌਣਕ ਹਮੇਸ਼ ਜਿਉਂ ਭੰਬੋਰ ਸ਼ਹਿਰ ਸੱਸੀ ਦੇ। ਹੁਣ ਬਠਿੰਡਾ ਜੰਕਸ਼ਨ ਪੁਰਾਣਾ ਅੰਗਰੇਜ਼ਾਂ ਵੇਲੇ ਦਾ ਮਸ਼ਹੂਰ ਹੈ ਤੇ ਉੱਥੇ ਬੜੀ ਰੌਣਕ ਰਹਿੰਦੀ, ਹੁਣ ਵੀ ਜਿਹੜੀ ਬੜੀ ਰੌਣਕ ਰਹਿੰਦੀ ਹੈ। ਇਵੇਂ ਜਿਹੜੇ ਉਹਨਾਂ ਨੇ ਹੋਰ ਲਿਖਿਆ, ਜਿੱਥੇ ਮੈਂ ਪੜ੍ਹਾ ਕੇ ਆਇਆ, ਜਗਰੂ ਬਰਾੜ ਹੋਰਾਂ ਦਾ ਪਿੰਡ ਦਿਉਣ, ਜਸਵੰਤ ਬਰਾੜ ਵੀ ਉਸੇ ਪਿੰਡ ਦੇ ਉਹਨਾਂ ਦੇ ਭਰਾ। ਦਿਉਣ ਵਾਲੇ ਲਾਇਕ ਲੋਕ, ਉਹਨਾਂ ਦੀ ਇਹ ਸਲੋਤਾ ਹੋ ਰਹੀ ਹੈ। ਦਿਉਣ ਵਾਲੇ ਲਾਇਕ ਲੋਕ ਗਿੱਲਾਂ ਦੇ ਮਿਲਣਸਾਰ, ਹੱਥ ਜੋਗਾ ਆਨੰਦਮੇ ਖਰਚ ਵੱਲੋਂ ਕੁੱਟੀ ਦੇ, ਭੋਖੜੇ ਦੇ ਵਿੱਚ ਬਾਹਲੀ ਪਰਖ ਕਵੀਸ਼ਰੀ ਦੀ, ਤੇ ਗੋਬਿੰਦਪੁਰੇ ਰਹਿ ਆਨੰਦ ਬਾਹਲੇ ਲੁੱਟੀ ਦੇ, ਨੀਹਾਂ ਵਾਲੇ ਦੇ ਦਾਨਿਆਂ 'ਚ ਧਰਨ ਪੈਰ, ਨੀਹਾਂ ਵਾਲੇ ਦੇ ਦਾਨਿਆਂ 'ਚ ਧਰਨ ਪੈਰ, ਕਰਦੇ ਭਜਨ ਦਿਨੇ ਰਾਤ ਝੱਲ ਬੁੱਟੀ ਦੇ, ਰਜਬਲੀ ਵੱਡੇ ਗੁਣ ਨਿਆਣੇ ਦੇ ਸ਼ਰੀਫ ਬਾਲੇ, ਛੋਟੇ ਗੁਣ ਨਿਆਣੇ ਦੇ ਹਮੇਸ਼ਾ ਠਾਣੇ ਕੁੱਟੀ ਦੇ। ਵੱਡੇ ਤੇ ਛੋਟਾ 2 ਗੁਣ ਨਿਆਣੇ ਨੇ ਬਿਲਕੁਲ ਨਾਲ। ਔਰ ਇਹ ਉਹਨਾਂ ਨੇ ਜਿਹੜੇ ਨੀਤੀ ਦੇ ਕਵਿਤ ਵੀ ਨੇ, ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ,
ਚੋਰ ਨੂੰ ਹਨੇਰਾ ਚੰਗਾ ਇਦਾਂ ਦੇ, ਜਾਂ ਉਹਨਾਂ ਨੇ ਜਿਹੜੇ ਸਿਹਤ ਪ੍ਰਤੀ ਉਹਨਾਂ ਨੇ ਇਲਾਜ ਦੱਸੇ ਨੇ, ਨੁਸਖੇ ਦੱਸੇ ਨੇ, ਉਸ ਤਰ੍ਹਾਂ ਦੇ ਸ਼ਾਹਣੀ ਕੌਲਾਂ ਦਾ ਉਹਨਾਂ ਨੇ ਕਿੱਸਾ ਲਿਖਿਆ, ਸੁੱਚੇ ਸੂਰਮੇ ਬਾਰੇ ਉਹਨਾਂ ਨੇ ਲਿਖਿਆ, ਭਗਤਾਂ ਬਾਰੇ ਉਹਨਾਂ ਨੇ ਲਿਖਿਆ। ਇਹ ਕਵੀਸ਼ਰੀ ਨਾ ਜਿਹੜੀ ਇੱਕ ਅਜਿਹਾ ਇਹ ਸ਼ਾਇਰੀ ਦਾ ਰੂਪ ਹੈ, ਇਹ ਮਾਲਵੇ 'ਚ ਹੀ ਪ੍ਰਚਲਿਤ ਰਿਹਾ। ਹੁਣ ਸਾਰੇ ਮਾਲਵੇ ਦੇ ਪਿੰਡਾਂ ਦੇ ਨਾਂ ਹੈ ਇਹ, ਮੁਕਤਸਰ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਜ਼ਿਲ੍ਹੇ ਦੇ ਨੇੜਲੇ ਪਿੰਡਾਂ ਦੇ ਨਾਮ ਨੇ। ਇਹਦੇ 'ਚ ਕੀ ਹੈ ਕਿ ਉਹਨਾਂ ਪਿੰਡਾਂ 'ਚ ਇਹ ਤੁਰੇ ਫਿਰਦੇ ਰਹਿੰਦੇ ਸੀ ਤੇ ਜਾਣਦੇ ਸੀਗੇ, ਤੇ ਇਹਨਾਂ ਦੀ ਸ਼ਾਇਰੀ ਦੇ ਵਿੱਚ, ਕਵਿਤਾ ਦੇ ਵਿੱਚ ਇੱਕ ਵਹਾਅ, ਰਵਾਨੀ ਹੈ। ਜਿਹੜੀ ਕਵਿਤਾ ਲੋਕ ਮੂੰਹ ਤੇ ਚੜ੍ਹ ਜੇ ਤੇ ਫਿਰ ਉਹ ਲੋਕਾਂ ਦੀ ਬਣ ਜਾਂਦੀ, ਉਹਨੂੰ ਕਿਤਾਬਾਂ ਦੀ ਉਹ ਮੁਹਤਾਜ ਨਹੀਂ ਰਹਿੰਦੀ। ਇਹ ਤਾਂ ਚੰਗੀ ਗੱਲ ਹੈ। ਕਵੀਸ਼ਰ ਉਹਨਾਂ ਦੇ ਜਿਹੜੇ ਅੱਗੇ ਦੇ ਅੱਗੇ ਚੇਲੇ ਸੀ, ਸੁਖਵਿੰਦਰ ਸਿੰਘ ਸੁਤੰਤਰ, ਉਹਨਾਂ ਨੇ ਇਹ ਕਿਤਾਬ ਛਾਪੀ ਆ ਇਕੱਠੀ ਕਰਕੇ ਉਹਨਾਂ ਦਾ ਸਾਰਾ ਕੰਮ, ਤੇ ਇਹ ਹਿੱਕ ਦੇ ਜ਼ੋਰ ਨਾਲ ਗਾਈ ਜਾਂਦੀ ਹੈ ਜੀ। ਆਪਾਂ ਗੁਰਦੁਆਰਿਆਂ 'ਚ ਦੇਖਦੇ ਹਾਂ ਨਾ, ਕਵੀਸ਼ਰ ਲੱਗਦੇ ਨੇ, ਢਾਡੀ ਤਾਂ ਢੱਡ ਖੜਕਾਉਂਦੇ ਨੇ ਤੇ ਸਰੰਗੀ ਤੇ ਗੱਜ ਫੇਰਦੇ ਨੇ। ਕਵੀਸ਼ਰੀ ਇੱਕ ਅਜਿਹੀ ਲੋਕ ਕਾਵਿ ਦੀ ਵਿਧਾ, ਜਿਹੜੀ ਇੱਕ ਸਿਨਫ ਹੈ ਜਿਹੜੀ ਬਿਨਾਂ ਕਿਸੇ ਸਾਜ਼ ਦੀ ਸਹਾਇਤਾ ਤੋਂ ਨਿਰੋਲ ਹਿੱਕ ਦੇ ਜ਼ੋਰ ਨਾਲ ਗਾਈ ਜਾਂਦੀ ਹੈ। ਇਹਦੇ 'ਚ ਕਵਿਤਾ ਰਾਹੀਂ ਰਸ ਪੈਦਾ ਕੀਤਾ ਜਾਂਦਾ ਹੈ। ਤੇ ਕਈ ਵਾਰੀ ਤਾਂ ਜਦੋਂ ਇਹ ਵਾਰਾਂ ਗਾਉਂਦੇ ਆ ਨਾ ਕਵੀਸ਼ਰ, ਤੇ ਰੌਂਗਟੇ ਖੜੇ ਹੋ ਜਾਂਦੇ ਨੇ। ਪੰਜਾਬ ਦੇ ਵਿੱਚ ਮੇਲੇ ਲੱਗਦੇ, ਤਰਵੇਣੀਆਂ ਹੇਠ, ਪਿੱਪਲਾਂ ਬੋੜਾ ਨਿੰਮਾਂ ਹੇਠ ਬਜ਼ੁਰਗ ਬੈਠਦੇ, ਤੇ ਇਹ ਕਵੀਸ਼ਰੀਆਂ ਉੱਥੇ ਸੁਣਦੇ ਗਵੰਤਰੀਆਂ ਕੋਲੋਂ। ਚਿੱਠੇ ਵਿਕਦੇ, ਮਾਲ ਵਿੱਚ ਕਿੱਸਿਆਂ ਨੂੰ ਚਿੱਠਾ ਕਹਿੰਦੇ ਨੇ। ਜੌਣੇ ਮੋੜ ਦਾ ਕਿੱਸਾ, ਜਾਨੀ ਚੋਰ ਦਾ ਕਿੱਸਾ, ਤੇ ਬੇਗੂ ਨਾਰ ਦਾ ਕਿੱਸਾ, ਹੋਰ ਜਿਹੜੇ ਸੂਰਮੇ ਭਗਤਾਂ ਦੇ ਕਿੱਸੇ, ਪੂਰਨ ਭਗਤ ਦਾ ਕਿੱਸਾ, ਉਹ ਵਿਕਦੇ ਰਹੇ ਬਾਜ਼ਾਰਾਂ 'ਚ ਤੇ ਉੱਥੇ ਮੇਲਿਆਂ ਤੇ ਲੋਕ ਬੜੇ ਚਾਅ ਨਾਲ ਖਰੀਦ ਕੇ ਪੜ੍ਹਦੇ ਰਹੇ ਨੇ। ਪੁਰਾਣੇ ਜਦੋਂ ਤੁਸੀਂ ਕਿਸੇ ਗਾਇਕ ਨੂੰ, ਕਲਾਕਾਰ ਨੂੰ, ਜਾਂ ਕਿਸੇ ਵੱਡੇ ਸ਼ਾਇਰ ਨੂੰ ਪੁੱਛੋਗੇ ਕਿ ਤੁਹਾਡੀ ਪ੍ਰੇਰਨਾ ਦਾ ਸਰੋਤ ਸੀ, ਤੁਹਾਨੂੰ ਕਿੱਥੋਂ ਚਾਟ ਲੱਗੀ ਲਿਖਣ ਦੀ, ਤਾਂ ਉਹ ਜ਼ਿਕਰ ਕਰਨਗੇ ਕਿ ਘਰ 'ਚ ਚਿੱਠੇ ਆਉਂਦੇ ਸੀ, ਕਿੱਸੇ ਆਉਂਦੇ ਸੀਗੇ, ਤੇ ਉਹਨਾਂ ਨੂੰ ਉੱਥੋਂ ਜਾਗ ਲੱਗੀ। ਤੇ ਇਹ ਸਾਡਾ ਇੱਕ ਬੜਾ ਵੱਡਾ ਅਮੀਰ ਖਜ਼ਾਨਾ ਹੈ, ਜਿਹਦੇ 'ਚ ਸਾਨੂੰ ਪੰਜਾਬ ਦੇ ਪਿੰਡਾਂ ਦੀ ਰਹਿਤਲ ਬਾਰੇ, ਜੀਵਨ ਜਾਚ ਬਾਰੇ ਪਤਾ ਲੱਗਦਾ, ਤੇ ਉਹ ਸਾਨੂੰ ਜਾਣਨਾ ਚਾਹੀਦਾ। ਅੱਜ ਉਹਨਾਂ ਦੇ ਜਨਮ ਦਿਨ ਮੌਕੇ ਅਸੀਂ ਉਹਨਾਂ ਨੂੰ ਯਾਦ ਕੀਤਾ, ਤੇ ਬੜਾ ਚੰਗਾ ਲੱਗਾ ਮੈਨੂੰ ਤਾਂ ਯਾਦ ਕਰਕੇ। ਸਰੋਤਿਆਂ ਨੂੰ ਵੀ ਸਾਡੀਆਂ ਗੱਲਾਂ ਜ਼ਰੂਰ ਪਸੰਦ ਆਈਆਂ ਹੋਣਗੀਆਂ ਜੀ। ਥੈਂਕ ਯੂ ਬਰਾੜ ਸਾਹਿਬ, ਬਹੁਤ ਵਧੀਆ ਲੱਗਾ ਜੀ ਤੁਸੀਂ ਸਾਡੇ ਨਾਲ ਅੱਜ ਬਾਬੂ ਰਾਜਬਾਲੀ ਹੋਣਾ ਦੀ ਜਿਹੜੀ ਜਨਮ ਦਿਨ ਦੀ ਸਾਂਝ ਪਾਈ ਤੇ ਉਹਨਾਂ ਦੀ ਲਿਖਤਾਂ ਦੀ ਸਾਂਝ ਪਾਈ। ਸੋ ਥੈਂਕ ਯੂ ਜੀ। ਤੁਹਾਡੇ ਨਾਲ ਵੀਰਵਾਰ ਫਿਰ ਮੁਲਾਕਾਤ ਹੋਵੇਗੀ ਜੀ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਹੀ ਸਾਂਝਾ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਇਹ ਸਨ ਮੇਰੇ ਨਾਲ ਗੁਰਬਾਜ ਸਿੰਘ ਬਰਾੜ, ਜਿਹੜੇ ਸੋਮਵਾਰ ਤੇ ਵੀਰਵਾਰ ਸਾਡੇ ਨਾਲ ਹੁੰਦੇ ਨੇ 11 ਵਜੇ ਤੋਂ ਲੈ ਕੇ 12 ਵਜੇ ਤੱਕ। ਤੇ ਕੱਲ ਮੇਰਾ ਸਾਥ ਦੇਣ ਦੇ ਲਈ ਕੁਲਦੀਪ ਸਿੰਘ ਜੀ ਸਾਡੇ ਨਾਲ ਹੋਣਗੇ, ਤੇ ਕਿਸੇ ਖਾਸ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ। ਸੋ ਕੱਲ ਤੱਕ ਤੁਸੀਂ ਰੱਖਿਓ ਖਿਆਲ। ਮੇਰੇ ਵੱਲੋਂ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਸਤਿ ਸ਼੍ਰੀ ਅਕਾਲ ਜੀ।